ਦੰਦਾਂ ਦਾ ਇਲਾਜ ਮਹਿੰਗਾ ਨਹੀਂ ਹੈਗਾ, ਸਾਡੀ ਅਣਗਹਿਲੀ ਮਹਿੰਗੀ ਹੈ। ਉੱਥੇ ਬੈਕਟੀਰੀਆ ਪੈਦਾ ਹੋਏਗਾ, ਉੱਥੇ ਇਨਫੈਕਸ਼ਨ ਹੋਏਗੀ, ਇਨਫੈਕਸ਼ਨ ਨਾਲ ਤੁਹਾਡਾ ਮਸੂੜਾ ਫੁੱਲੇਗਾ ਤਾਂ ਤੁਹਾਡੀ ਬਲੀਡਿੰਗ ਹੋਏਗੀ। ਚੰਗੀ ਕੇਅਰ ਨਾਲ ਦੰਦਾਂ ਨੂੰ ਅਸੀਂ ਬਚਾ ਸਕਦੇ ਹਾਂ ਅਖੀਰ ਤੱਕ, ਜਦੋਂ ਤੱਕ ਅਸੀਂ ਚਾਹੀਏ ਇਹਨਾਂ ਦਾ ਲੁਤਫ। ਸੋ ਜੇ ਤੁਸੀਂ ਪ੍ਰੋਪਰ ਇਲਾਜ ਇਹ ਕਰ ਲੈਂਦੇ ਆ ਤਾਂ ਤੁਹਾਡੇ ਦੰਦ ਸਦਾ ਲਈ ਬਚੇ ਰਹਿੰਦੇ ਆ ਜੀ। ਜਿਸ ਬੱਚੇ ਦੇ ਦੰਦ ਟੇਢੇ ਆ ਉਸ ਬੱਚੇ ਨੂੰ ਮਸੂੜੇ ਦੀਆਂ ਪ੍ਰੋਬਲਮਾਂ ਸਾਰੀ ਜ਼ਿੰਦਗੀ ਰਹਿਣਗੀਆਂ। ਡਾਇਬਟੀਜ਼ ਵਾਲੇ ਪੇਸ਼ੈਂਟਸ ਨੂੰ ਤਾਂ ਹਰ 4 ਮਹੀਨੇ ਬਾਅਦ ਆਪਣੇ ਡੈਂਟਿਸਟ ਕੋਲ ਜਾਣਾ ਚਾਹੀਦਾ। ਪੇਸ਼ੈਂਟ ਸਾਨੂੰ ਇਹ ਸਵਾਲ ਕਰਦੇ ਜਦੋਂ ਅਸੀਂ ਕਹਿੰਦੇ ਕਿ ਸਰ ਇਹ ਦੰਦ ਤੁਸੀਂ ਬਚਾ ਲਓ, ਤੇ ਉਹ ਅੱਗੋਂ ਸਾਨੂੰ ਜਵਾਬ ਦਿੰਦਾ ਹੈ ਕਿ ਡਾਕਟਰ ਸਾਹਿਬ ਹੁਣ 70-75 ਦੇ ਹੋ ਗਏ ਆ, ਕੀ ਕਰਾਂਗੇ ਬਚਾ ਕੇ, ਬਾਕੀ 5-7 ਨੇ ਇਹਨਾਂ ਨੂੰ ਵੀ ਕੱਢ ਕੇ ਨਵੇਂ ਲਾ ਦਿਓ। ਸੋ ਮਕਸਦ ਮੇਨ ਹੈ ਕਿ ਤੁਹਾਡੇ ਦੰਦਾਂ ਦੇ ਆਲੇ ਦੁਆਲੇ ਕੋਈ ਵੀ ਫੋਰਨ ਪਾਰਟੀਕਲ ਡਿਪੋਜੀਸ਼ਨ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਹ ਗੱਲਾਂ ਮੰਨੀਆਂ ਚਲੀਆਂ ਜਾਂਦੀਆਂ ਨੇ ਕਿ ਜੇ ਅਸੀਂ 40 ਸਾਲ ਤੋਂ ਉੱਤੇ ਹੋ ਗਏ ਤਾਂ ਸਾਡੇ ਦੰਦ ਹਿੱਲਣੇ ਹੀ ਹੈ, 50 ਸਾਲ ਦੀ ਉਮਰ 'ਚ ਅਸੀਂ ਦੰਦ ਕਢਾ ਕੇ ਨਵੇਂ ਲਵਾਉਣੇ ਹੀ ਹੈ। ਅਵੇਅਰਨੈਸ ਦੀ ਕਮੀ ਜ਼ਰੂਰ ਹੈ ਸਾਡੇ ਦੇ ਵਿੱਚ। ਬੱਚਿਆਂ ਦੇ ਦੁੱਧ ਵਾਲੇ ਦੰਦਾਂ ਦੀ ਗੱਲ ਕਰਦਾ ਜਿਵੇਂ, ਜਦੋਂ ਉਹਨਾਂ ਦੇ ਵਿੱਚ ਕੋਈ ਗੈਪ ਨਹੀਂ ਹੁੰਦਾ, ਲੋਕੀ ਕਹਿੰਦੇ ਕਿ ਮੋਤੀਆਂ ਵਾਂਗੂ ਚਿਣੇ ਹੋਏ ਦੰਦ ਹੈ, ਉਹਨਾਂ ਬੱਚਿਆਂ ਦੇ ਦੰਦ ਹਮੇਸ਼ਾ ਟੇਢੇ ਮੇਢੇ ਹੀ ਆਉਣਗੇ। ਕੋਸ਼ਿਸ਼ ਕਰਨਾ ਚਾਹੀਦਾ ਜਿੰਨਾ ਤੁਸੀਂ ਬੋਟਲ ਨੂੰ ਅਵੋਇਡ ਕਰਾ ਸਕਦੇ ਹੋ। ਬੋਤਲ ਨਾਲ ਦੁੱਧ ਪੀਣ ਦੇ 2 ਨੁਕਸਾਨ ਹੈ। ਸੋ ਇਹ ਬਹੁਤ ਵੱਡੀ ਇੱਕ ਮਿਸਕਨਸੈਪਸ਼ਨ ਹੈ ਕਿ ਦੰਦਾਂ ਨੂੰ ਬਹੁਤ ਸਾਫ਼ ਜ਼ਿਆਦਾ ਦੇਰ ਕਰਕੇ ਤੇ ਜ਼ਿਆਦਾ ਸਾਫ਼ ਹੋਣਗੇ, ਨਹੀਂ। ਸੋ ਕੋਸ਼ਿਸ਼ ਕਰੋ ਜਿਹੜਾ ਤੁਹਾਡਾ ਟੂਥ ਬਰਸ਼ ਹੈ, ਟੂਥ ਪੇਸਟ ਹੈ, ਉਹ ਤੁਹਾਡਾ ਬਾਥਰੂਮ ਦੇ ਅੰਦਰ ਨਹੀਂ ਹੋਣਾ ਚਾਹੀਦਾ, ਉਹ ਬਾਹਰ ਕਿਸੇ ਵਾਸ਼ ਬੇਸਿਨ ਦੇ ਤੁਸੀਂ ਨੇੜੇ ਰੱਖੋ। ਦੰਦਾਂ ਦੀ ਸਫਾਈ ਕਰਾਉਣਾ, ਜਿੱਦਾਂ ਅਸੀਂ ਕੇਸੀ ਇਸ਼ਨਾਨ ਕਰਦੇ ਹਾਂ ਹਫ਼ਤੇ 'ਚ 1 ਵਾਰੀ, ਉਹ ਤਾਂ ਹਰ 6 ਮਹੀਨਿਆਂ ਬਾਅਦ ਸਾਨੂੰ ਦੰਦਾਂ ਦੀ ਸਫਾਈ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸੈਲਫ ਮੈਡੀਕੇਸ਼ਨ ਜਿਹੜੀ ਖੁਦ ਜਾ ਕੇ TV ਤੇ ਐਡਸ ਦੇਖ ਕੇ ਅਸੀਂ ਕੈਮਿਸਟ ਸ਼ਾਪ ਤੋਂ ਸਮਾਨ ਖਰੀਦਦੇ ਹਾਂ, ਉਹ ਇੱਕ ਸਾਨੂੰ ਰੋਕਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਪ੍ਰੋਗਰਾਮ ਸਿਹਤ ਸੱਚ ਅੱਜ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਦੰਦਾਂ ਦੀ ਸਿਹਤ, ਉਹਨਾਂ ਦੀ ਸੰਭਾਲ ਤੇ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਬਿਮਾਰੀਆਂ ਨੇ, ਜਾਂ ਅਸੀਂ ਕਿਵੇਂ ਦੰਦਾਂ ਦਾ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਲੰਮਾ ਸਮਾਂ ਉਹਨਾਂ ਦਾ ਆਨੰਦ ਮਾਣਦੇ ਰਹੀਏ, ਇਸ ਚੀਜ਼ ਦੇ ਉੱਪਰ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਡਾਕਟਰ ਕੁਲਦੀਪ ਸਿੰਘ, ਜਿਹੜੇ ਕਿ ਅਰਬਨ ਸਟੇਟ ਫੇਸ 2 ਪਟਿਆਲਾ ਦੇ ਵਿੱਚ ਦੀਪ ਡੈਂਟਲ ਕੇਅਰ ਚਲਾ ਰਹੇ ਨੇ ਤੇ 15 ਸਾਲ ਤੋਂ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਨੇ। ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਬਹੁਤ। ਪਹਿਲੇ ਇੰਟਰਵਿਊ ਅੱਜ ਤੁਹਾਡੀ? ਜੀ, TV ਤੇ ਪਹਿਲੀ ਹੈ ਜੀ, ਰੇਡੀਓ ਤੇ 2 ਵਾਰੀ ਕਰ ਚੁੱਕੇ ਹਾਂ। ਹਾਂਜੀ, ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਜੀ। ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵੀ ਪਿੰਡ ਤੋਂ ਹੋ, ਹੈ ਨਾ ਜੀ। ਤੇ ਜ਼ਾਹਿਰ ਜੀ ਗੱਲ ਹੈ ਕਿ ਆਪਾਂ ਹਮੇਸ਼ਾ ਸੋਚਦੇ ਹੁੰਦੇ ਹਾਂ ਕਿ ਪਿੰਡਾਂ ਵਾਲਿਆਂ ਦੀ ਜਿਹੜੀ ਸਿਹਤ ਆ ਹਰ ਤਰ੍ਹਾਂ ਨਾਲ ਉਹ ਸ਼ਹਿਰੀਆਂ ਨਾਲੋਂ ਜ਼ਿਆਦਾ ਵਧੀਆ ਹੁੰਦੀ ਆ ਨਾ ਜੀ। ਤੇ ਚਾਹੇ ਉਹ ਦੰਦਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੋਣ ਜਾਂ ਵੈਸੇ ਸਰੀਰ ਨਾਲ ਜੁੜੀਆਂ। ਤੁਸੀਂ ਵੀ ਇਹ ਚੀਜ਼ ਸਮਝਦੇ ਹੋ? ਬਿਲਕੁਲ ਜੀ। ਪਿੰਡਾਂ ਵਾਲਿਆਂ ਦਾ ਜਿਹੜਾ ਸਾਡਾ ਰਹਿਣ ਸਹਿਣ ਹੈ, ਖਾਣ ਪੀਣ ਹੈ, ਉਹ ਸ਼ਹਿਰਾਂ ਵਾਲਿਆਂ ਨਾਲੋਂ ਤਾਂ ਕਾਫੀ ਜ਼ਿਆਦਾ ਅਸੀਂ ਫਰੈਸ਼ ਚੀਜ਼ਾਂ ਖਾਂਦੇ ਹਾਂ ਜੀ। ਕੁਦਰਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ ਅਸੀਂ। ਫਰਕ ਤਾਂ ਬਹੁਤ ਹੈ ਜੀ, ਪਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ, ਪਿੰਡਾਂ ਵਾਲੇ, ਮੈਂ ਲੋਕਾਂ ਦੀ ਖਾਸ ਕਰਕੇ ਗੱਲ ਕਰਦਾ, ਤਾਂ ਪਿੰਡਾਂ ਵਾਲੇ ਲੋਕ ਜਿਹੜੇ ਅਸੀਂ ਹਾਂ, ਸਾਨੂੰ ਅਵੇਅਰਨੈਸ ਦੀ ਕਮੀ ਹੋਣ ਕਰਕੇ ਅਸੀਂ ਡੈਂਟਲ ਦੀ, ਮੈਂ ਜਦੋਂ ਗੱਲ ਕਰਦਾ ਦੰਦਾਂ ਦੀ ਸਾਂਭ ਸੰਭਾਲ ਦੀ, ਤਾਂ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਹ ਗੱਲਾਂ ਮੰਨੀਆਂ ਚਲੀਆਂ ਜਾਂਦੀਆਂ ਨੇ ਕਿ ਜੇ ਅਸੀਂ 40 ਸਾਲ ਤੋਂ ਉੱਤੇ ਹੋ ਗਏ ਤਾਂ ਸਾਡੇ ਦੰਦ ਹਿੱਲਣੇ ਹੀ ਹੈ, 50 ਸਾਲ ਦੀ ਉਮਰ 'ਚ ਅਸੀਂ ਦੰਦ ਕਢਾ ਕੇ ਨਵੇਂ ਲਵਾਉਣੇ ਹੀ ਹੈ। ਸੋ ਉੱਥੇ ਇਹ ਗੱਲਾਂ ਪ੍ਰਚਲਿਤ ਹੋਣ ਕਰਕੇ ਉਹ ਜ਼ਿਆਦਾਤਰ ਪੇਂਡੂ ਸੱਭਿਆਚਾਰ ਦੇ ਵਿੱਚ ਜਿਹੜੇ ਨੇ ਲੋਕ, ਅਸੀਂ ਦਰਦ ਹੋਣ ਸਾਰ ਪਟਾਉਣ ਵਾਲੇ ਪਾਸੇ ਚੱਲ ਪੈਂਦੇ ਹਾਂ। ਡੈਂਟਿਸਟ ਕੋਲ, ਸਾਡੇ ਕੋਲ ਜਦੋਂ ਲੋਕੀ ਆਉਂਦੇ ਆ ਤਾਂ ਤਕਰੀਬਨ ਇਹ ਸਵਾਲ ਜ਼ਿਆਦਾ ਕਰਦੇ ਕਿ ਸਾਡਾ ਦੰਦ ਦੁਖਦਾ ਹੈ, ਇਹਨੂੰ ਕੱਢ ਕੇ ਆਪਾਂ ਨਵੇਂ ਲਾ ਦਈਏ। ਜਾਂ ਕਿਸੇ ਦੇ 2 ਦੰਦ ਦੁਖਦੇ ਆ ਤਾਂ ਮਾਤਾ ਕੋਈ ਬਜ਼ੁਰਗ ਹੋਏਗੀ ਤਾਂ ਉਹ ਕਹੇਗੀ ਸਾਡੇ ਸਾਰੇ ਦੰਦ ਕੱਢ ਕੇ ਨਵੇਂ ਦੰਦ ਲਾ ਦਿਓ ਜੀ। ਸੋ ਇਹ ਸਮੱਸਿਆ ਸਾਨੂੰ ਮਤਲਬ ਦੇਖਣ, ਅਵੇਅਰਨੈਸ ਦੀ ਕਮੀ ਜ਼ਰੂਰ ਹੈ ਸਾਡੇ ਦੇ ਵਿੱਚ। ਹਾਂਜੀ, ਪਰ ਹੁਣ ਕਾਫੀ ਫਰਕ ਪੈ ਰਿਹਾ ਹੈ ਨਾ। ਹੁਣ ਤੁਸੀਂ ਦੇਖੋਗੇ ਹਰ ਹਸਪਤਾਲ ਬਹੁਤ ਭੀੜ ਹੁੰਦੀ ਆ, ਰੂਟੀਨ ਚੈੱਕਅਪ ਲਈ ਲੋਕ ਜਾਣ ਲੱਗ ਗਏ ਨੇ। ਹਾਂਜੀ, ਜਿਵੇਂ ਜਿਵੇਂ ਸਾਖਰਤਾ ਵੱਧ ਰਹੀ ਹੈ ਜੀ, ਬੱਚੇ ਪੜ੍ਹ ਰਹੇ ਆ, ਉਵੇਂ ਉਵੇਂ ਅਵੇਅਰਨੈਸ ਬਹੁਤ ਜ਼ਿਆਦਾ ਹੋ ਰਹੀ ਹੈ। ਹੁਣ ਸਾਡੇ ਬੱਚੇ ਫੋਰਨ ਕੰਟਰੀਜ਼ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਆ। ਉੱਥੇ ਦੀ ਸਾਂਭ ਸੰਭਾਲ ਤੇ ਸਾਡੇ ਇੰਡੀਆ ਦੀ ਸਾਂਭ ਸੰਭਾਲ ਦੇ ਵਿੱਚ ਬਹੁਤ ਫਰਕ ਹੈ। ਤੇ ਸਾਡੇ ਹੀ ਨਿਆਣੇ ਇੱਥੇ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਸਮਝਾਉਂਦੇ ਹੁੰਦੇ ਸੀ ਕਿ ਇੱਦਾਂ ਕਰੋ ਇੱਦਾਂ ਕਰੋ, ਉਦੋਂ ਨਹੀਂ ਸੀ ਸਾਡੀਆਂ ਗੱਲਾਂ ਫੋਲੋ ਕਰਦੇ। ਪਰ ਹੁਣ ਜਦੋਂ ਬਾਹਰ ਫੋਰਨ ਕੰਟਰੀਜ਼ ਦੇ ਵਿੱਚੋਂ ਸਾਡੇ ਕੋਲ ਵਾਪਸ ਆਉਂਦੇ ਆ ਤਾਂ ਉਹ ਆ ਕੇ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਆ, ਕਲੀਨਿੰਗ ਕਰਾਉਂਦੇ ਆ ਦੰਦਾਂ ਦੀ। ਸਾਨੂੰ ਕਹਿੰਦੇ ਆ ਕਿ ਡਾਕਟਰ ਸਾਹਿਬ ਕੋਈ ਦੇਖੋ ਕੋਈ ਫਿਲਿੰਗ ਹੋਣ ਵਾਲੀ ਤੇ ਨਹੀਂ ਹੈ, ਤਾਂ ਜੋ ਸਾਨੂੰ ਉੱਥੇ ਜਾ ਕੇ ਕੋਈ ਦਿੱਕਤ ਨਾ ਆਏ। ਉੱਥੇ ਥੋੜ੍ਹਾ ਇਲਾਜ ਮਹਿੰਗਾ ਵੀ ਹੈ,
ਤੇ ਪਰ ਅਵੇਅਰਨੈਸ ਬਹੁਤ ਜ਼ਿਆਦਾ ਹੈ। ਸੋ ਮੈਂ ਮੰਨਦਾ ਕਿ ਪੜ੍ਹਾਈ ਲਿਖਾਈ ਨਾਲ ਹੀ ਅਵੇਅਰਨੈਸ ਜਿਹੜੀ ਹੈ ਉਹ ਆਉਂਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇੱਥੇ ਮਤਲਬ ਅੱਛੀ ਅਵੇਅਰਨੈਸ ਦੇਖਣ ਨੂੰ ਮਿਲ ਰਹੀ ਹੈ ਜੀ। ਹਾਂਜੀ, ਆਪਾਂ ਸ਼ੁਰੂਆਤ ਤੋਂ ਗੱਲ ਕਰਦੇ ਹਾਂ ਨਾ। ਕੁਝ ਕੁ ਦਿਨ ਪਹਿਲਾਂ ਅਸੀਂ ਸਾਡੇ ਇੱਕ ਜਾਣਕਾਰ ਸੀ, ਉਹਨਾਂ ਨੂੰ ਮਿਲਣ ਗਏ ਤੇ ਉਹ ਛੋਟੀ ਜਿਹੀ ਇੱਕ ਉਹਨਾਂ ਦੀ ਬੇਟੀ ਸੀਗੀ ਸਾਲ ਕੁ ਦੀ ਜੀ। ਤੇ ਉਹਦੇ ਪੜਦਾਦਾ ਜੀ ਉਹਨੂੰ ਮਜ਼ਾਕ ਕਰਦੇ ਪਏ ਸੀਗੇ ਕਿ ਤੇਰੇ ਦੰਦ ਆ ਰਹੇ ਨੇ, ਮੇਰੇ ਜਾ ਰਹੇ ਨੇ, ਹਨਾ। ਤੇ ਉਹ 90 ਪਲੱਸ ਸੀਗੇ ਆਪ। ਜੀ। ਤੇ 6 ਮਹੀਨੇ ਦੇ ਬੱਚੇ ਦੇ ਦੰਦ ਕਈ ਵਾਰੀ ਆਪਾਂ ਦੇਖਣ ਨੂੰ ਮਿਲਦਾ ਕਿ ਇੱਕ ਦੰਦ ਆ ਜਾਂਦਾ ਤਕਰੀਬਨ, ਹਨਾ। ਤੇ ਉਸ ਵਕਤ ਤੱਕ ਉਹ ਸਿਰਫ ਮਾਂ ਦਾ ਦੁੱਧ ਲੈ ਰਿਹਾ ਹੁੰਦਾ ਬੱਚਾ, ਤੇ ਆਪਾਂ ਉਹਨੂੰ ਕੋਈ ਐਵੇਂ ਦੀ ਡਾਈਟ ਨਹੀਂ ਦੇ ਸਕਦੇ ਕਿ ਆਪਾਂ ਕਹਿੰਦੇ ਹੁੰਦੇ ਕਿ ਕਈ ਬੱਚੇ ਦੰਦ ਬਹੁਤ ਔਖੇ ਢੰਗ ਨਾਲ ਕੱਢਦੇ ਨੇ, ਕਈਆਂ ਦੇ ਸੁਖਾਲੇ ਨਿਕਲ ਜਾਂਦੇ, ਹਨਾ। ਤਾਂ ਉਸ ਵਕਤ ਮੰਨ ਲਓ ਕਿ ਸਾਨੂੰ ਪਤਾ ਲੱਗ ਗਿਆ ਕਿ ਬੱਚਾ ਬੁੱਟ ਨੇ ਜਿਹੜੇ ਸਖਤ ਹੋ ਰਹੇ ਨੇ, ਇਰੀਟੇਸ਼ਨ ਮੰਨ ਰਿਹਾ, ਜਾਂ ਇੱਕ ਦੰਦ ਆ ਗਿਆ, ਹੁਣ ਜਿਹੜੇ ਅਗਲੇ ਦੰਦ ਨੇ ਉਹਦੇ ਸੁਖਾਲੇ ਢੰਗ ਨਾਲ ਆ ਜਾਣ। ਆਪਾਂ ਬੱਚੇ ਲਈ ਕੀ ਕੀ ਚੀਜ਼ਾਂ ਨੇ ਜਿਹੜੀਆਂ ਧਿਆਨ 'ਚ ਰੱਖ ਸਕਦੇ ਹਾਂ, ਜਾਂ ਉਹਨੂੰ ਕੀ ਕੀ ਚੀਜ਼ਾਂ ਨੇ ਜਿਹੜੀਆਂ ਦੇ ਸਕਦੇ ਹਾਂ ਕਿ ਉਹਦੇ ਦੰਦ ਨੇ ਜਿਹੜੇ ਸੁਖਾਲੇ ਢੰਗ ਨਾਲ ਆਉਣ? ਦੇਖੋ ਜੀ, 6 ਮਹੀਨੇ ਦਾ ਬੱਚਾ ਜਿਹੜਾ ਹੈ ਉਹ ਟੋਟਲੀ ਡਿਪੈਂਡੈਂਟ ਹੁੰਦਾ ਆਪਣੀ ਮਦਰ ਦੀ ਫੀਡ ਤੇ, ਆਪਣੇ ਮਦਰ ਦੇ ਦੁੱਧ ਤੇ। ਸੋ ਜੋ ਖਾਣ ਪੀਣ ਦਾ ਧਿਆਨ ਰੱਖਣਾ ਹੈ ਉਹ ਮਾਂ ਨੂੰ ਹੀ ਰੱਖਣਾ ਹੁੰਦਾ ਹੈ। ਆਪਣੀ ਡਾਈਟ ਦੇ ਅੰਦਰ ਪੂਰਾ ਪ੍ਰੋਟੀਨ, ਹਾਂਜੀ, ਭਰਪੂਰ ਮਾਤਰਾ 'ਚ ਤੁਸੀਂ ਕੈਲਸ਼ੀਅਮ ਲੈਣਾ ਹੁੰਦਾ, ਕਿਉਂਕਿ ਜਿਹੜੇ ਬੱਚੇ ਦੇ ਦੰਦ ਬਣਦੇ ਨੇ ਉਹਦੇ 'ਚ ਕੈਲਸ਼ੀਅਮ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਵਿਟਾਮਿਨ ਡੀ, ਕੈਲਸ਼ੀਅਮ ਤੇ ਮੇਨ ਜਿਹੜਾ ਪ੍ਰੋਟੀਨ ਹੈ ਇਹ ਮਾਂ ਨੂੰ ਭਰਪੂਰ ਮਾਤਰਾ 'ਚ ਲੈਣਾ ਚਾਹੀਦਾ ਜੀ। ਬਾਕੀ ਜਦੋਂ ਬੱਚੇ ਦੇ ਦੰਦ ਆਉਂਦੇ ਨੇ, ਥੋੜਾ ਇਰੀਟੇਟ ਮਹਿਸੂਸ ਕਰਦਾ, ਟੀਥਿੰਗ ਪ੍ਰੋਬਲਮ ਇਹਨੂੰ ਬੋਲਿਆ ਜਾਂਦਾ ਹੈ, ਤੇ ਉਹਦੇ 'ਚ ਕੋਈ ਖਾਸ ਦਿੱਕਤ ਵਾਲੀ ਗੱਲ ਨਹੀਂ ਹੈ। ਕੁਝ ਟੋਇਜ਼ ਅੱਜ ਕੱਲ੍ਹ ਆਉਂਦੇ ਹੈਗੇ ਆ, ਟੀਦਰਸ ਉਹਨਾਂ ਨੂੰ ਕਿਹਾ ਜਾਂਦਾ, ਸੌਫਟ ਟੋਇਜ਼ ਆਉਂਦੇ ਹੈਗੇ ਆ, ਜਾਂ ਪੁਰਾਣੇ ਜ਼ਮਾਨੇ ਚਾਬੀਆਂ ਦੇ ਦਿੱਤੀਆਂ ਜਾਂਦੀਆਂ ਸੀਗੀਆਂ, ਬੱਚੇ ਉਹਦੇ 'ਤੇ ਦੰਦੀ ਵੱਢਦੇ। ਸੋ ਇੱਕ ਨੈਚੁਰਲ ਪ੍ਰੋਸੈਸ ਹੈ, ਇਹਦੇ 'ਚ ਤੁਸੀਂ ਕੁਝ ਬਹੁਤ ਨਹੀਂ ਕਰ ਸਕਦੇ। ਨੇਚਰ ਹੈ, ਕੁਦਰਤ ਹੈ, ਉਹਨੇ ਆਪਣੇ ਆਪ ਦੰਦ ਆ ਜਾਣੇ ਆ। ਤੁਸੀਂ ਜੋ ਕਰ ਸਕਦੇ ਹੋ ਆਪਣੀ ਡਾਈਟ ਇੰਪਰੂਵ ਕਰ ਸਕਦੇ ਹੋ, ਖਾਸ ਕਰਕੇ ਮਾਂ ਦੀ। ਹਾਂਜੀ, ਜਿਹੜੇ ਸੌਫਟ ਟੋਇਜ਼ ਅਸੀਂ ਦਿੰਦੇ ਹਾਂ, ਬੱਚਾ ਚਿੱਥਦਾ ਰਹਿੰਦਾ, ਇਹ ਸੇਫ ਚੀਜ਼ ਹੈ? ਅੱਛੇ ਗ੍ਰੇਡ ਦੇ ਤੁਸੀਂ ਟੋਇਜ਼ ਲੈਂਦੇ ਹੋ ਤਾਂ ਕੋਈ ਖਾਸ ਦਿੱਕਤ ਵਾਲੀ ਗੱਲ ਨਹੀਂ ਹੈਗੀ। ਬਾਕੀ ਤੁਸੀਂ ਬੱਚਾ ਆਪਣੇ ਹੱਥ ਨੂੰ ਵੀ ਚਬਾਉਂਦਾ ਹੈਗਾ, ਤੁਸੀਂ ਕੋਈ ਹਾਰਡ ਚੀਜ਼ ਪਿੰਡਾਂ ਦੇ ਵਿੱਚ ਜਿਵੇਂ ਲੱਕੜ ਦੇ ਖਿਡੌਣੇ ਹੈਗੇ ਆ, ਤੁਸੀਂ ਉਹ ਦੇ ਸਕਦੇ ਹੈਗੇ, ਕੋਈ ਹਰਜ਼ ਨਹੀਂ ਹੈ। ਬਹੁਤ ਲੋ ਕੁਆਲਿਟੀ ਜਿਹੜੇ ਤੁਸੀਂ ਦੇਸੀ ਆਮ ਪਲਾਸਟਿਕ ਦੇ ਖਿਡੌਣੇ ਹੈਗੇ ਉਹਨਾਂ ਤੋਂ ਤੁਹਾਨੂੰ ਬਚਾਅ ਕਰਨਾ ਚਾਹੀਦਾ ਜੀ। ਹਾਂਜੀ, ਤੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਨਾ ਅਸੀਂ ਸੁਣੀਆਂ ਸੁਣਾਈਆਂ ਮੰਨਣ ਲੱਗ ਜਾਂਦੇ ਹਾਂ। ਜਦੋਂ ਮੇਰੇ ਨਿਆਣਿਆਂ ਦੇ ਦੰਦ ਨਿਕਲੇ ਤਾਂ ਜਿਵੇਂ ਆਪਣੇ ਪਰਿਵਾਰਾਂ 'ਚ ਆਮ ਹੀ ਕਹਿਣ ਲੱਗ ਜਾਂਦੇ, ਬੋਟਲ ਦਾ ਦੁੱਧ ਬੰਦ ਕਰ ਦਿਓ, ਦੰਦ ਟੇਢੇ ਮਿੱਢੇ ਆ ਜਾਣਗੇ, ਹਨਾ। ਬਿਲਕੁਲ। ਤੇ ਦੰਦ ਅਸਲ 'ਚ ਜਿਵੇਂ ਕਈ ਪਰਿਵਾਰਾਂ 'ਚ ਵੱਡੇ ਜਿਹੜੇ ਬਜ਼ੁਰਗ ਨੇ ਜਾਂ ਬੱਚਿਆਂ ਦੇ ਮਾਪੇ, ਉਹਨਾਂ ਦੇ ਦੰਦ ਬੜੇ ਸੋਹਣੇ ਹੁੰਦੇ ਆ, ਤੇ ਨਿਆਣਿਆਂ ਦੇ ਅੱਗੋਂ ਦੰਦ ਬੜੇ ਟੇਢੇ ਮਿੱਢੇ ਆਉਂਦੇ ਆ। ਸਾਡੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਗੁਆਂਢ 'ਚ ਇੱਕ ਬੱਚੇ, ਉਹਨਾਂ ਨੇ ਲਗਾਤਾਰ ਟ੍ਰੀਟਮੈਂਟ ਕਰਾਇਆ, ਦੋਨਾਂ ਭੈਣ ਭਰਾਵਾਂ ਦੇ ਦੰਦ ਬਹੁਤ ਖਰਾਬ ਢੰਗ ਨਾਲ। ਇਸ ਚੀਜ਼ ਦਾ ਕਾਰਨ ਕੀ ਹੋ ਸਕਦਾ? ਬਹੁਤ ਵਧੀਆ ਸਵਾਲ ਹੈ ਭੈਣ ਜੀ। ਇਹ ਤੁਸੀਂ ਜ਼ਿਆਦਾਤਰ ਬੱਚਿਆਂ 'ਚ ਤੁਸੀਂ ਦੇਖਿਆ ਹੋਣਾ, ਜਿਨ੍ਹਾਂ ਬੱਚਿਆਂ ਦੇ ਦੰਦ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ। ਹਾਂਜੀ, ਬੱਚਿਆਂ ਦੇ ਦੁੱਧ ਵਾਲੇ ਦੰਦਾਂ ਦੀ ਗੱਲ ਕਰਦਾ ਜਿਵੇਂ, ਜਦੋਂ ਉਹਨਾਂ ਦੇ ਵਿੱਚ ਕੋਈ ਗੈਪ ਨਹੀਂ ਹੁੰਦਾ, ਲੋਕੀ ਕਹਿੰਦੇ ਕਿ ਮੋਤੀਆਂ ਵਾਂਗੂ ਚਿਣੇ ਹੋਏ ਦੰਦ ਹੈ, ਉਹਨਾਂ ਬੱਚਿਆਂ ਦੇ ਦੰਦ ਹਮੇਸ਼ਾ ਟੇਢੇ ਮੇਢੇ ਹੀ ਆਉਣਗੇ। ਅੱਛਾ ਜੀ। ਕੁਦਰਤੀ ਰੂਪ ਦੇ ਵਿੱਚ ਦੰਦਾਂ ਦੇ ਵਿਚਕਾਰ ਗੈਪ ਹੋਣਾ ਚਾਹੀਦਾ ਹੈ। ਜਿਹੜੇ ਸਾਡੇ ਦੁੱਧ ਵਾਲੇ ਦੰਦ ਨੇ ਉਹਨਾਂ ਦਾ ਸਾਈਜ਼ ਛੋਟਾ ਹੁੰਦਾ ਹੈ। ਹਾਂਜੀ, ਬੱਚੇ ਦਾ ਜਵਾੜਾ ਛੋਟਾ ਹੁੰਦਾ ਹੈ। ਜਿਵੇਂ ਜਿਵੇਂ ਬੱਚਾ ਗਰੋ ਕਰਦਾ ਹੈ, 6 ਸਾਲ ਦੀ ਉਮਰ 'ਚ ਜਾ ਕੇ ਦੁੱਧ ਵਾਲਾ ਦੰਦ ਟੁੱਟਦਾ ਹੈ ਤੇ ਨਵਾਂ ਦੰਦ ਆਉਂਦਾ ਹੈ। ਹਾਂਜੀ, ਤੇ ਬਚਪਨ 'ਚ ਕੁਝ ਮਹੀਨਿਆਂ ਦਾ ਜਦੋਂ ਬੱਚਾ ਹੁੰਦਾ ਹੈ ਤਾਂ ਉਹਦਾ ਫੇਸ ਛੋਟਾ ਹੁੰਦਾ, ਉਹਦੀ ਬੋਨ ਛੋਟੀ ਹੁੰਦੀ ਹੈ। ਜਿਵੇਂ ਜਿਵੇਂ ਉਹ ਗਰੋ ਕਰਦਾ ਹੈ ਉਹਦੀ ਬੋਨ ਵੱਡੀ ਹੁੰਦੀ ਹੈ, ਪਰ ਦੰਦ ਦਾ ਸਾਈਜ਼ ਛੋਟਾ ਰਹਿੰਦਾ। ਇਸ ਕਰਕੇ ਉਹਦੇ ਦੰਦਾਂ 'ਚ ਵਿਰਲ ਹੋਣੀ ਜ਼ਰੂਰੀ ਹੈ। ਵਿਰਲ ਹੋਣ ਦਾ ਮਤਲਬ ਹੈ ਕੁਦਰਤ ਨੇ ਆਪਣੇ ਲਈ ਇੱਕ ਜਗ੍ਹਾ ਮਹਿਫੂਜ਼ ਕੀਤੀ ਹੋਈ ਹੈ ਤਾਂ ਜੋ ਉੱਥੇ ਨਵਾਂ ਦੰਦ ਆ ਕੇ ਉਹ ਜਗ੍ਹਾ ਨੂੰ ਲੈ ਲਏ। ਬਿਲਕੁਲ। ਪਰ ਕਈ ਵਾਰੀ ਬੱਚਿਆਂ ਦੇ ਦੰਦਾਂ 'ਚ ਉਹ ਵਿਰਲ ਨਹੀਂ ਹੁੰਦੀ ਤੇ ਬੱਚਾ ਉਨੀ ਗਰੋਥ ਨਹੀਂ ਲੈ ਪਾਉਂਦਾ, ਪਰ ਜਦੋਂ ਦੰਦ ਆਉਂਦਾ ਹੈ ਤਾਂ ਨਵਾਂ ਦੰਦ ਆਉਂਦਾ ਹੈ ਤਾਂ ਉਹਨੇ ਤਾਂ ਆਪਣੀ ਜਗ੍ਹਾ ਲੈਣੀ ਹੁੰਦੀ ਹੈ, ਤਾਂ ਸਪੇਸ ਹੁੰਦੀ ਨਹੀਂ ਤਾਂ ਫਿਰ ਉਹ ਅੱਗੇ ਪਿੱਛੇ ਹੋ ਕੇ ਬੈਠ ਜਾਂਦੇ ਆ। ਹਾਂਜੀ, ਤੇ ਇਸ ਕਰਕੇ ਉਹ ਦੰਦ ਨੇ ਜਿਹੜੇ ਟੇਢੇ ਮੇਢੇ ਆ ਜਾਂਦੇ ਆ। ਤੁਸੀਂ ਗੱਲ ਕੀਤੀ ਸੀ ਬੋਟਲ 'ਚ ਦੁੱਧ ਜਿਹੜਾ ਬੱਚੇ ਲੈਂਦੇ ਆ, ਇਹ ਵੀ ਬਿਲਕੁਲ ਠੀਕ ਹੈ ਜੀ। ਕੋਸ਼ਿਸ਼ ਕਰਨਾ ਚਾਹੀਦਾ ਜਿੰਨਾ ਤੁਸੀਂ ਬੋਟਲ ਨੂੰ ਅਵੋਇਡ ਕਰਾ ਸਕਦੇ ਹੋ। ਬੋਤਲ ਨਾਲ ਦੁੱਧ ਪੀਣ ਦੇ 2 ਨੁਕਸਾਨ ਹੈ। ਪਹਿਲਾ ਨੁਕਸਾਨ ਤਾਂ ਇਹ ਹੈ ਕਿ ਇੱਕ ਬਿਮਾਰੀ ਹੈ, ਉਹਨੂੰ ਨਰਸਿੰਗ ਬੋਟਲ ਕੇਰੀਜ਼ ਕਿਹਾ ਜਾਂਦਾ ਹੈ। ਹਾਂਜੀ, ਬੱਚਾ ਦੁੱਧ ਪੀਂਦਾ ਪੀਂਦਾ ਸੌਂ ਜਾਂਦਾ ਹੈ, ਜਿਹੜੀ ਬੋਟਲ ਹੈ ਉਹਦੇ 'ਚੋਂ ਦੁੱਧ ਰੁਕਦਾ ਨਹੀਂ ਹੈ, ਉਹ ਤੁਹਾਡੇ ਬੱਚੇ ਦੇ ਦੰਦਾਂ ਦੇ ਉੱਤੇ ਡਿੱਗਦਾ ਰਹਿੰਦਾ ਹੈ। ਉਹ ਜੰਮ ਜਾਂਦਾ, ਬੱਚਾ ਸੌਂ ਜਾਂਦਾ ਹੈ, ਤੇ ਉਹ ਬੈਕਟੀਰੀਆ ਗਰੋਥ ਦੇ ਵਿੱਚ ਬਹੁਤ ਹੈਲਪ ਹੁੰਦੀ ਹੈ ਉੱਥੇ।
ਜਦੋਂ ਬੈਕਟੀਰੀਆ ਗਰੋ ਕਰਨਗੇ ਤਾਂ ਬੱਚੇ ਦੇ ਮਸੂੜਿਆਂ ਤੇ ਵੀ ਅਟੈਕ ਹੋਏਗਾ, ਬੱਚੇ ਦੇ ਦੰਦਾਂ ਦਾ ਐਨਾਮਲ ਆ ਬੜਾ ਸੌਫਟ ਹੁੰਦਾ ਹੈ ਉੱਥੇ, ਜਿਹਨੂੰ ਅਸੀਂ ਪੰਜਾਬੀ ਚ ਕੀੜਾ ਕਹਿ ਦਿੰਦੇ ਆ, ਕੀੜਾ ਹੁੰਦਾ ਨਹੀਂ ਕੁਛ, ਕੇਰੀਜ਼, ਡੈਂਟਲ ਕੇਰੀਜ਼ ਹੋ ਜਾਂਦੀਆਂ ਨੇ, ਕਾਲਾ ਕਾਲਾ ਹੋ ਜਾਂਦਾ ਹੈ, ਉਹ ਨਰਸਿੰਗ ਬੋਟਲ ਕੇਰੀਜ਼ ਮੰਨਿਆ ਜਾਂਦਾ ਹੈ। ਸੋ ਇਹ ਉਹਨਾਂ ਬੱਚਿਆਂ ਨੂੰ ਜ਼ਿਆਦਾ ਹੁੰਦੀਆਂ ਨੇ ਜਿਹੜੇ ਬੱਚੇ ਬੋਤਲ ਨਾਲ ਦੁੱਧ ਪੀਂਦੇ ਆ। ਸੋ ਜਿਹੜੇ ਲੋਕੀ ਹੁਣ ਨਹੀਂ ਆਪਾਂ ਅਵੋਇਡ ਕਰ ਸਕਦੇ, ਬੱਚੇ ਨੂੰ ਬੋਟਲ ਨਾਲ ਦੁੱਧ ਪਿਲਾਉਣਾ ਹੀ ਪਿਲਾਉਣਾ ਹੈ, ਤਾਂ ਉੱਥੇ ਥੋੜਾ ਜਿਹਾ ਸਾਨੂੰ ਸਾਵਧਾਨੀਆਂ ਵੱਧ ਵਰਤਣੀਆਂ ਪੈਣਗੀਆਂ। ਜਦੋਂ ਬੱਚਾ ਸੌਂ ਗਿਆ ਤੁਸੀਂ ਉਹਦੀ ਬੋਟਲ ਨੂੰ ਚੁੱਕ ਕੇ ਸਾਈਡ ਤੇ ਰੱਖੋ, ਉਸ ਤੋਂ ਬਾਅਦ ਤੁਸੀਂ ਇੱਕ ਸਾਫ਼ ਕੱਪੜੇ ਨਾਲ, ਚੁੰਨੀ ਨਾਲ ਉਹਦੇ ਦੰਦਾਂ ਨੂੰ ਇੱਕ ਵਾਰੀ ਸਾਫ਼ ਕਰ ਦਿਓ, ਜਾਂ ਗਿੱਲਾ ਕਾਟਨ ਕਰਕੇ ਉਹਦੇ ਦੰਦਾਂ ਨੂੰ ਸਾਫ਼ ਕਰ ਦਿਓ। ਮੇਕ ਸ਼ੋਰ ਕਿ ਉਹਦੇ ਦੰਦ ਸਾਫ਼ ਹੋਣ ਜਦੋਂ ਉਹ ਸੁੱਤਾ ਹੋਵੇ, ਤਾਂ ਜੋ ਜਦੋਂ ਸਵੇਰੇ ਉਹ ਉੱਠੇ ਜਾਗੇ ਤਾਂ ਉਹਦੇ ਦੰਦਾਂ ਦੇ ਵਿੱਚ ਕੋਈ ਵੀ ਰਾਤ ਦਾ ਫਸਿਆ ਖਾਣਾ ਨਾ ਹੋਵੇ ਜਿਹਦੇ ਕਰਕੇ ਉਹਦੇ ਤੇ ਬੈਕਟੀਰੀਆ ਗਰੋ ਹੋਵੇ। ਹਾਂਜੀ, ਜਿਵੇਂ ਬੱਚੇ ਆਪਾਂ ਮੇਨਲੀ ਬੱਚਾ ਜਦੋਂ ਸਾਲ ਕੁ ਤੋਂ ਛੋਟਾ ਹੁੰਦਾ ਕੁਰਲੀ ਹੀ ਮਾੜੀ ਮੋਟੀ ਕਰਵਾਉਂਦੇ ਆ, ਜਾਂ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪ ਖੁਦ ਦੰਦ ਸਾਫ਼ ਕਰੀਏ ਨਾ, ਬੱਚੇ ਨੂੰ ਬ੍ਰਸ਼ ਕਿੰਨੇ ਸਮੇਂ ਤੋਂ ਬਾਅਦ, ਜਿਵੇਂ ਕਿੰਨੇ ਸਾਲ ਦਾ ਹੋ ਜਾਂਦਾ ਜਦੋਂ ਆਪਾਂ ਨੂੰ ਸ਼ੁਰੂ ਕਰਨਾ ਚਾਹੀਦਾ? 1.5-2 ਸਾਲ ਦੇ ਵਿੱਚ ਬੱਚੇ ਦੇ ਕੁਝ ਇੰਨੇ ਕੁ ਦੰਦ ਆ ਜਾਂਦੇ ਆ ਜੀ, ਤੇ ਤੁਸੀਂ ਮਦਰ ਨੂੰ ਇੱਕ ਸੌਫਟ ਬ੍ਰਸ਼ ਲੈ ਕੇ ਟਰਾਈ ਕਰਨਾ ਚਾਹੀਦਾ ਹੈ। ਬੱਚਾ ਜੋ ਹੈ ਇਹਨੂੰ ਤੁਸੀਂ ਕੁਝ ਵੀ ਧੱਕੇ ਨਾਲ ਨਹੀਂ ਸਿਖਾ ਸਕਦੇ, ਬੱਚਾ ਜੋ ਤੁਸੀਂ ਕਰੋਗੇ ਉਹ ਕਰੇਗਾ। ਸੋ ਅਸੀਂ ਹਮੇਸ਼ਾ ਸਲਾਹ ਦਿੰਦੇ ਹਾਂ ਪੇਰੈਂਟਸ ਨੂੰ, ਪੇਰੈਂਟਸ ਸਾਨੂੰ ਕਹਿੰਦੇ ਆ ਕਿ ਬੱਚਾ ਬ੍ਰਸ਼ ਨਹੀਂ ਕਰਦਾ, ਹਾਂਜੀ, ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਵਾਸ਼ ਬੇਸ਼ਨ ਤੇ ਖੜੇ ਹੋਵੋ, ਬ੍ਰਸ਼ ਕਰੋ, ਇੱਕ ਬ੍ਰਸ਼ ਉਹਨੂੰ ਦਿਓ, ਉਹਨੂੰ ਨਾਲ ਖੜਾ ਕਰੋ, ਤੁਸੀਂ ਉਹਨੂੰ ਕੁਝ ਨਹੀਂ ਕਰਨਾ, ਉਹ ਕਾਪੀ ਕਰੇਗਾ, ਉਹ ਬ੍ਰਸ਼ ਕਰੇਗਾ, ਜ਼ਰੂਰ ਕਰੇਗਾ। ਤੁਸੀਂ ਉਹਨੂੰ 5-6 ਦਿਨ ਕਰਾਓ, 7ਵੇਂ ਦਿਨ ਤੁਹਾਨੂੰ ਬੈੱਡ ਤੋਂ ਉਠਾ ਕੇ ਲੈ ਕੇ ਜਾਏਗਾ ਕਿ ਬ੍ਰਸ਼ ਕਰਨਾ ਹੈ। ਸੋ ਜਦੋਂ ਬੱਚੇ ਨੇ ਤੁਹਾਨੂੰ ਕਾਪੀ ਕਰਨਾ ਹੈ ਤਾਂ ਤੁਸੀਂ ਉਹਨੂੰ ਅੱਛੀ ਜਿਵੇਂ ਜਿਵੇਂ ਦੱਸੋਗੇ ਤਾਂ ਉਹ ਅੱਛਾ ਉਵੇਂ ਉਵੇਂ ਤੁਹਾਨੂੰ ਬ੍ਰਸ਼ ਕਰੇਗਾ। ਤੇ ਬ੍ਰਸ਼ ਆ ਜਿਹੜਾ 2-2.5 ਸਾਲ ਤੋਂ ਬੱਚੇ ਨੂੰ ਸ਼ੁਰੂ ਕਰਾ ਦੇਣਾ ਚਾਹੀਦਾ ਜੀ। ਹਾਂਜੀ, ਥੋੜਾ ਧਿਆਨ ਰੱਖਣਾ ਚਾਹੀਦਾ, ਜਿਹੜੇ ਅਸੀਂ ਅਡਲਟ ਯੂਜ਼ ਕਰਦੇ ਹਾਂ ਟੂਥਪੇਸਟ ਉਹ ਨਹੀਂ ਯੂਜ਼ ਕਰਨੇ ਚਾਹੀਦੇ। ਬੱਚਿਆਂ ਲਈ ਸਪੈਸ਼ਲ ਟੂਥਪੇਸਟ ਆਉਂਦੇ ਆ, ਉਹ ਤੋਂ ਮਿਲ ਜਾਂਦੇ ਆ ਕੈਮਿਸਟ ਸ਼ਾਪ ਤੋਂ, ਤੁਸੀਂ ਕਿਸੇ ਵੀ ਕੈਮਿਸਟ ਸ਼ਾਪ ਤੋਂ ਲੈ ਸਕਦੇ ਹੋ। ਕਿਡਸ ਲਈ ਸਪੈਸ਼ਲ ਟੂਥਪੇਸਟ ਆਉਂਦੇ ਆ, ਤੇ ਉਹ ਵਾਲੇ ਟੂਥਪੇਸਟ ਯੂਜ਼ ਕਰੋ। ਤੇ ਟੂਥਪੇਸਟ ਨਾ ਵੀ ਯੂਜ਼ ਕਰੋ, ਬਿਨਾਂ ਵੀ ਤੁਸੀਂ ਸਿੰਪਲ ਪਾਣੀ ਨਾਲ ਕੁਰਲਾ ਕਰਾ ਕੇ ਇੱਕ ਵਾਰੀ ਬ੍ਰਸ਼ ਨਾਲ ਉਹਦੇ ਦੰਦ ਸਾਫ਼ ਕਰ ਦਿਓ, ਵੀ ਇਨਫ ਹੈ। ਤੇ ਇਹਦੇ ਲਈ ਵੀ ਅਸੀਂ, ਜਿਵੇਂ ਤੁਸੀਂ ਕਿਹਾ ਕਿ ਆਪਾਂ ਕਿਸੇ ਵੀ ਕੈਮਿਸਟ ਸ਼ਾਪ ਆ ਜਿਹੜੀ, ਉੱਥੋਂ ਜਾ ਕੇ ਬ੍ਰਸ਼ ਲੈ ਸਕਦੇ ਹਾਂ ਨਾ, ਪਰ ਅੱਜ ਕੱਲ੍ਹ ਅਸੀਂ ਇਹੀ ਹੁੰਦਾ ਕਿ ਗਰੋਸਰੀ ਲੈਣ ਗਏ, ਅਸੀਂ ਬਹੁਤ ਸਾਰੇ ਬ੍ਰਸ਼ ਚੁੱਕ ਲਿਆਉਂਦੇ ਹਾਂ ਕਿ ਹਾਂ ਇਹਦੇ ਤੇ ਇੱਕ ਫੇਮਸ ਬ੍ਰਾਂਡ ਆ ਤੇ ਅਸੀਂ ਉਹਦੇ ਬ੍ਰਸ਼ ਚੁੱਕ ਲਿਆਏ, ਹੈ ਨਾ। ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਦੰਦਾਂ ਦੇ ਟਾਈਪ ਨੂੰ ਉਹ ਚੀਜ਼ ਸੂਟ ਕਰ ਰਹੀ ਹੈ ਜਾਂ ਨਹੀਂ। ਕੀ ਸਾਨੂੰ ਡੈਂਟਿਸਟ ਦੀ ਸਲਾਹ ਨਾਲ ਹੀ ਟੂਥਬ੍ਰਸ਼ ਵੀ ਖਰੀਦਣਾ ਚਾਹੀਦਾ? ਬਿਲਕੁਲ ਕਹਿ ਸਕਦੇ ਹੋ ਜੀ, ਡੈਂਟਿਸਟ ਇੱਕ ਤੁਹਾਨੂੰ ਬੈਟਰ ਗਾਈਡ ਕਰ ਸਕਦਾ ਜੀ। ਅਦਰਵਾਈਜ਼ ਤੁਸੀਂ ਆਪਣੇ ਲੈਵਲ ਤੇ ਵੀ ਦੇਖ ਸਕਦੇ ਹੋ, ਤੁਸੀਂ ਕੋਈ ਵੀ ਹਾਰਡ ਬ੍ਰਸ਼ ਨਹੀਂ ਯੂਜ਼ ਕਰਨਾ। ਹਾਂਜੀ, ਕਿਉਂਕਿ ਤੁਹਾਡਾ ਜਿਹੜਾ ਬ੍ਰਸ਼ ਆ ਉਹ ਸਿਰਫ ਦੰਦਾਂ ਨੂੰ ਸਾਫ਼ ਕਰਨ ਵਾਸਤੇ ਨਹੀਂ ਹੁੰਦਾ। ਹਾਂਜੀ, ਤੁਹਾਡੇ ਦੰਦਾਂ ਦੇ ਵਿਚਕਾਰ ਮਸੂੜੇ ਨੇ ਜਿਹੜੇ, ਉਹਨਾਂ ਨੂੰ ਵੀ ਸਫਾਈ ਅਸੀਂ ਕਰਨੀ ਹੁੰਦੀ ਹੈ। ਤੇ ਮਸੂੜਿਆਂ ਤੇ ਜੇ ਤੁਸੀਂ ਹਾਰਡ ਬ੍ਰਸ਼ ਯੂਜ਼ ਕਰੋਗੇ ਤਾਂ ਮਸੂੜੇ ਤੁਹਾਡੇ ਕੱਟ ਜਾਣਗੇ, ਮਸੂੜੇ ਤੁਹਾਡੇ ਉੱਤੇ ਚਲੇ ਜਾਣਗੇ, ਜਾਂ ਦੰਦ ਤੁਹਾਡੇ ਜ਼ਿਆਦਾ ਨੰਗੇ ਦਿਖਣਗੇ। ਸੋ ਹਾਰਡ ਬ੍ਰਸ਼ ਤਾਂ ਤੁਸੀਂ ਬਿਲਕੁਲ ਵੀ ਨਹੀਂ ਕਰਨਾ। ਸੌਫਟ ਬ੍ਰਸ਼ ਯੂਜ਼ ਕਰੋ, ਉਹਦੇ ਬ੍ਰਿਸਲਸ ਨੇ ਜਿਹੜੇ ਥੋੜੇ ਸੌਫਟ ਹੋਣੇ ਚਾਹੀਦੇ ਨੇ। ਹਾਂਜੀ, ਬ੍ਰਸ਼ ਨੂੰ ਸੌਫਟ ਪਕੜੋ। ਅਸੀਂ ਦੇਖਦੇ ਹਾਂ ਕਈ ਲੋਕੀ ਬ੍ਰਸ਼ ਨੂੰ ਤਲਵਾਰ ਵਾਂਗੂ ਜਾਂ ਚਾਕੂ ਵਾਂਗੂ ਫੜਦੇ ਆ ਤੇ ਬਹੁਤ ਜ਼ੋਰ ਨਾਲ ਕਰਦੇ ਆ, ਤੇ ਕਈ ਮਤਲਬ 5-5 ਮਿੰਟ ਤੋਂ ਤੱਕ ਵੀ ਬ੍ਰਸ਼ ਕਰਦੇ ਰਹਿੰਦੇ ਆ। ਹਾਂਜੀ। ਸੋ ਇਹ ਬਹੁਤ ਵੱਡੀ ਇੱਕ ਮਿਸਕਨਸੈਪਸ਼ਨ ਹੈ ਕਿ ਦੰਦਾਂ ਨੂੰ ਬਹੁਤ ਸਾਫ਼ ਜ਼ਿਆਦਾ ਦੇਰ ਕਰਕੇ ਤੇ ਜ਼ਿਆਦਾ ਸਾਫ਼ ਹੋਣਗੇ, ਨਹੀਂ। ਹਾਂਜੀ, ਤੁਸੀਂ 1 ਮਿੰਟ ਬਹੁਤ ਹੁੰਦਾ, 1-1.5 ਮਿੰਟ ਬ੍ਰਸ਼ ਕਰ ਲਿਆ ਤਾਂ ਬਹੁਤ ਹੁੰਦਾ ਹੈ। ਵੈਸੇ ਇਸ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਤੁਸੀਂ ਜ਼ਿਆਦਾ ਦੇਰ ਬ੍ਰਸ਼ ਯੂਜ਼ ਕਰੋਗੇ ਤਾਂ ਤੁਹਾਡਾ ਦੰਦਾਂ ਦਾ ਇਨੈਮਲ ਹੈ ਜਿਹੜਾ, ਕਿਉਂਕਿ ਲੰਮੇ ਸਮੇਂ ਲਈ ਅਸੀਂ ਕਰਾਂਗੇ ਤੇ ਮਹੀਨਿਆਂ ਸਾਲਾਂ ਬੱਧੀ ਅਸੀਂ ਕਰਦੇ ਹਾਂ, ਤੇ ਉਹ ਹੌਲੀ ਹੌਲੀ ਇਨੈਮਲ ਤੁਹਾਡਾ ਜਿਹੜਾ ਘਸਣਾ ਸ਼ੁਰੂ ਹੋ ਜਾਂਦਾ। ਇਨੈਮਲ ਹੁੰਦਾ ਤੁਹਾਡੇ ਦੰਦ ਦੇ ਸਭ ਤੋਂ ਉੱਪਰਲੀ ਪਰਤ। ਹਾਂਜੀ, ਜਿਹੜੀ ਤੁਹਾਡੀ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਉਹ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ ਅਦਰਵਾਈਜ਼, ਪਰ ਕੰਟੀਨਿਊਸਲੀ ਜੇ ਕਿਸੇ ਚੀਜ਼ ਨੂੰ ਆਪਾਂ ਰਗੜੀ ਜਾਵਾਂਗੇ ਤਾਂ ਘਸ ਜਾਂਦੀ ਹੈ। ਉਸ ਦੇ ਨੀਚੇ ਜਿਹੜੀ ਪਰਤ ਹੁੰਦੀ ਹੈ ਉਹਨੂੰ ਡੈਂਟੀਨ ਕਹਿੰਦੇ ਆ। ਉਹ ਬੜੀ ਨਾਜ਼ੁਕ, ਸੌਫਟ ਤੇ ਸੈਂਸਿਟਿਵ ਹੁੰਦੀ ਹੈ। ਹਾਂਜੀ, ਕਿਉਂਕਿ ਉਸ ਦੇ ਨੀਚੇ ਨਸ ਪਈ ਹੁੰਦੀ ਹੈ। ਜੇ ਇਨੈਮਲ ਦੀ ਪਰਤ ਘਸ ਜਾਂਦੀ ਹੈ ਤਾਂ ਡੈਂਟੀਨ ਨੰਗੀ ਹੋ ਜਾਂਦੀ ਹੈ। ਤੁਸੀਂ ਕੋਈ ਵੀ ਠੰਡਾ ਕੁਝ ਵੀ ਗਰਮ ਲਾਓਗੇ ਤਾਂ ਉਹ ਤੁਹਾਡੀ ਡੈਂਟੀਨ ਇਰੀਟੇਟ ਹੁੰਦੀ ਹੈ। ਸੈਂਸਿਟੀਵਿਟੀ ਦਾ ਫਿਰ ਸਾਨੂੰ ਪ੍ਰੋਬਲਮਸ ਆ ਜਾਂਦੀਆਂ ਨੇ। ਤੇ ਮੈਨੂੰ ਸੈਂਸਿਟੀਵਿਟੀ ਤੋਂ ਇੱਕ ਹੋਰ ਗੱਲ ਯਾਦ ਆ ਗਈ ਕਿ ਜ਼ਿਆਦਾਤਰ ਲੋਕ, ਅਸੀਂ ਟੀਵੀ ਤੋਂ ਐਡਸ ਦੇਖਦੇ ਹਾਂ, ਅਸੀਂ ਜ਼ਿਆਦਾਤਰ ਇੱਕ ਖਾਸ ਕਿਸਮ ਦੇ ਟੂਥਪੇਸਟਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਲੈ ਆਉਂਦੇ ਆ। ਜ਼ਿਆਦਾਤਰ ਲੋਕਾਂ ਦੇ ਘਰ ਉਹ ਤੁਹਾਨੂੰ ਟੂਥਪੇਸਟ ਮਿਲ ਜਾਂਦੇ ਆ। ਬਿਲਕੁਲ। ਤੇ ਇਹ ਇੱਕ ਬਹੁਤ ਗਲਤ ਹੈਬਿਟ ਹੈ। ਹਾਂਜੀ, ਕਿਉਂਕਿ
ਬਿਨਾਂ ਰਿਕੁਆਇਰਮੈਂਟ ਕੋਈ ਵੀ ਕੈਮੀਕਲ ਐਕਸਟਰਾ ਕੈਮੀਕਲ ਤੁਸੀਂ ਆਪਣੇ ਮੂੰਹ ਦੇ ਵਿੱਚ ਪਾਓਗੇ ਉਹ ਵੀ ਲੰਮੇ ਸਮੇਂ ਲਈ, ਤਾਂ ਉਹਦੇ ਤੁਹਾਨੂੰ ਕੁਛ ਨਾ ਕੁਛ ਸਾਈਡ ਇਫੈਕਟ ਮਿਲਦੇ ਆ। ਹਾਂਜੀ। ਕਈਆਂ ਦੇ ਕੋਈ ਜ਼ਿਆਦਾ ਵੀ ਮਤਲਬ ਭਿਆਨਕ ਸਾਈਡ ਇਫੈਕਟਸ ਵੀ ਹੁੰਦੇ ਆ। ਸੋ ਜਿੰਨੀ ਦੇਰ ਤੁਹਾਡਾ ਡੈਂਟਿਸਟ ਤੁਹਾਨੂੰ ਨਹੀਂ ਰეკਮੈਂਡ ਕਰਦਾ ਕੋਈ ਟੂਥਪੇਸਟ, ਉਨੀ ਦੇਰ ਤੁਹਾਨੂੰ ਨਹੀਂ ਯੂਜ਼ ਕਰਨਾ ਚਾਹੀਦਾ। ਹਾਂਜੀ। ਤੁਸੀਂ ਨਾਰਮਲ ਜਿਹੜੇ ਆਮ ਟੂਥਪੇਸਟ ਨੇ ਉਹਨਾਂ ਨੂੰ ਵਰਤਣਾ ਚਾਹੀਦਾ ਹੈਗਾ। ਬਰਸ਼ ਤੁਹਾਡਾ ਹੈ ਉਹ ਸੌਫਟ ਹੋਣਾ ਚਾਹੀਦਾ ਹੈਗਾ। ਹਾਂਜੀ। ਸੋ ਡਾਕਟਰ ਦੀ ਸਲਾਹ ਨਾਲ ਹੀ ਤੁਹਾਨੂੰ ਟੂਥਪੇਸਟ ਨੇ ਜਿਹੜੇ ਉਹ ਚੇਂਜ ਕਰਨੇ ਚਾਹੀਦੇ ਨੇ, ਮੈਡੀਕੇਟਡ ਨੇ। ਸਵਾਲ ਮਤਲਬ ਬਹੁਤ ਬੱਚਿਆਂ ਜਿਹਾ ਵਰਗਾ ਲੱਗੇਗਾ, ਪਰ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਸਾਡੇ ਘਰਾਂ 'ਚ ਆਦਤ ਹੁੰਦੀ ਹੈ ਕਿ ਜਿੰਨਾ ਚਿਰ ਬਰਸ਼ ਘਸਦਾ ਨਹੀਂ ਹੈ ਨਾ, ਅਸੀਂ ਉਹਨਾਂ ਚਿਰ ਉਹਨੂੰ ਸੁੱਟਦੇ ਨਹੀਂ ਵੀ ਹੁਣ ਇਹ ਨਹੀਂ ਮੇਰੇ ਕੰਮ ਦਾ ਰਿਹਾ। ਚਾਹੇ ਤੁਹਾਡਾ ਬਰਸ਼ ਨਵਾਂ ਹੀ ਪਿਆ ਹੈ, ਮਤਲਬ ਤੁਸੀਂ ਉਹਨੂੰ ਕਿੰਨੇ ਸਮੇਂ ਬਾਅਦ ਤੁਹਾਨੂੰ ਆਟੋਮੈਟਿਕਲੀ ਉਸ ਚੀਜ਼ ਨੂੰ ਬਦਲ ਦੇਣਾ ਚਾਹੀਦਾ ਕਿ ਹੁਣ ਜਾਂ ਇੱਕ ਗਲਤੀ ਅਸੀਂ ਬਹੁਤ ਸਾਰੇ ਲੋਕ ਹੋਰ ਕਰਦੇ ਆ, ਮੇਨਲੀ ਵਾਸ਼ਰੂਮ 'ਚ ਸਾਡੇ ਬਰਸ਼ ਪਏ ਹੁੰਦੇ ਆ ਹੈ ਨਾ, ਜਿੱਥੇ ਅਸੀਂ ਕਹਿੰਦੇ ਆ ਕਿ ਬੈਕਟੀਰੀਆ ਬਹੁਤ ਹੁੰਦਾ ਹੈ। ਇਹਨਾਂ ਦੋਨਾਂ ਚੀਜ਼ਾਂ ਬਾਰੇ ਤੁਹਾਡੀ ਕੀ ਰਾਏ ਹੈ? ਜਿਹੜਾ ਆਪਾਂ ਸਵਾਲ ਤੁਸੀਂ ਕੀਤਾ ਕਿ ਵਾਸ਼ਰੂਮ ਦੇ ਵਿੱਚ ਆਪਾਂ ਬਰਸ਼ ਰੱਖਦੇ ਆ, ਬਿਲਕੁਲ ਗਲਤ ਸਾਡੀ ਆਦਤ ਹੈ ਜੀ। ਸਾਡੇ ਬਰਸ਼ਸ ਨੇ ਜਿਹੜੇ ਉਹ ਵਾਸ਼ਰੂਮ ਦੇ ਵਿੱਚ ਬਿਲਕੁਲ ਨਹੀਂ ਹੋਣੇ ਚਾਹੀਦੇ। ਅਸੀਂ ਦੇਖ ਨਹੀਂ ਸਕਦੇ, ਪਰ ਜਦੋਂ ਤੁਸੀਂ ਫਲਸ਼ ਆਊਟ ਕਰਦੇ ਹੋ ਤਾਂ ਉਹਦੇ 'ਚ ਬਹੁਤ ਸਾਰੇ ਡ੍ਰੌਪਲੇਟਸ ਨੇ ਜਿਹੜੇ ਹਵਾ 'ਚ ਉੱਡਦੇ ਆ। ਬਹੁਤ ਸਾਰੇ ਬੈਕਟੀਰੀਆ, ਬੈਡ ਬੈਕਟੀਰੀਆਜ਼ ਜਿਹੜੇ ਨੇ ਉਹ ਤੁਹਾਡੇ ਬਰਸ਼ ਦੇ ਉੱਤੇ ਬੈਠ ਜਾਂਦੇ ਆ, ਉੱਥੇ ਗਰੋ ਕਰਦੇ ਆ। ਤੁਸੀਂ ਜਦੋਂ ਬਰਸ਼ ਕਰਦੇ ਹੋ ਤਾਂ ਉਹ ਬਿਮਾਰੀਆਂ ਤੁਹਾਨੂੰ ਮਤਲਬ ਲੱਗ ਜਾਂਦੀਆਂ ਕਈ ਤਰ੍ਹਾਂ ਦੀਆਂ। ਸੋ ਕੋਸ਼ਿਸ਼ ਕਰੋ ਜਿਹੜਾ ਤੁਹਾਡਾ ਟੂਥ ਬਰਸ਼ ਹੈ, ਟੂਥਪੇਸਟ ਹੈ, ਉਹ ਤੁਹਾਡਾ ਬਾਥਰੂਮ ਦੇ ਅੰਦਰ ਨਹੀਂ ਹੋਣਾ ਚਾਹੀਦਾ। ਉਹ ਬਾਹਰ ਕਿਸੇ ਵਾਸ਼ ਬੇਸਿਨ ਦੇ ਤੁਸੀਂ ਨੇੜੇ ਰੱਖੋ। ਇੱਕ ਹੋਰ ਲੋਕੀ ਕੀ ਗਲਤੀ ਕਰਦੇ ਆ, ਅੱਜ ਕੱਲ ਕਈ ਟੂਥ ਬਰਸ਼ ਦੇ ਉੱਤੇ ਕੈਪ ਲੱਗੇ ਹੁੰਦੇ, ਕੈਪ ਚੜਾਉਣ ਲੱਗ ਗਏ, ਕੈਪ ਚੜਾਉਂਦੇ ਆ, ਤਾਂ ਉਹ ਵੀ ਕੋਈ ਬਹੁਤ ਵਧੀਆ ਆਦਤ ਨਹੀਂ ਹੈ। ਤੁਸੀਂ ਜਦੋਂ ਗਿੱਲੇ ਟੂਥ ਬਰਸ਼ ਨੂੰ ਕੈਪ ਕਰ ਦਿੰਦੇ ਹੋ ਤਾਂ ਉਹਦੇ ਅੰਦਰ ਮੋਇਸਚਰ ਜਿਹੜਾ ਇਕੱਠਾ ਹੋ ਜਾਂਦਾ, ਉਹਦੇ 'ਚ ਵੀ ਤੁਹਾਨੂੰ ਬੈਕਟੀਰੀਅਲ ਗਰੋਥ ਮਿਲਦੀ ਹੈ। ਸੋ ਬਰਸ਼ ਹੈ ਜਿਹੜਾ ਉਹਨੂੰ ਤੁਸੀਂ ਡਰਾਈ ਜਗ੍ਹਾ 'ਤੇ ਰੱਖੋ ਜਿੱਥੇ ਉਹ ਸੁੱਕ ਸਕੇ ਅਤੇ ਨੀਚੇ ਨਾ ਡਿੱਗੇ। ਸੋ ਇੱਕ ਤਾਂ ਇਹ ਤੁਹਾਡਾ ਹੋ ਗਿਆ ਹੈਗਾ। ਅਤੇ ਦੂਸਰਾ ਸਵਾਲ ਤੁਸੀਂ ਕੀ ਕੀਤਾ ਸੀ? ਹਾਂਜੀ, ਕਿ ਆਪਾਂ ਨੂੰ ਆਪਣਾ ਬਰਸ਼ ਆ ਜਿਹੜਾ ਉਹਨੂੰ ਕਿੰਨੇ ਸਮੇਂ ਬਾਅਦ ਚੇਂਜ ਕਰਨਾ ਚਾਹੀਦਾ? ਬਰਸ਼ ਭੈਣ ਜੀ, ਵੈਸੇ ਤਾਂ ਸਾਡਾ ਜਿਹੜਾ ਬਰਸ਼ ਹੈ, ਕਿਉਂਕਿ ਅਸੀਂ ਬਹੁਤ ਹਾਰਡ ਯੂਜ਼ ਕਰਦੇ ਹਾਂ ਤਾਂ ਬਹੁਤ ਛੇਤੀ ਸਾਡਾ ਜਿਹੜਾ ਬਰਸ਼ ਦੇ ਜਿਹੜੇ ਬ੍ਰਿਸਲਸ ਨੇ ਉਹ ਖਿਲਰ ਜਾਂਦੇ ਆ ਜੀ। ਕਈ ਲੋਕੀ ਹਫਤੇ 'ਚ ਹੀ ਜਿਹੜੇ ਬ੍ਰਿਸਲਸ ਨੇ ਉਹਨਾਂ ਨੂੰ ਘਸਾ ਦਿੰਦੇ ਆ ਜੀ। ਸੋ ਇੱਕ ਤਾਂ ਪਹਿਲੀ ਇੰਡੀਕੇਸ਼ਨ ਇਹ ਹੈ ਕਿ ਜੇ ਤੁਹਾਡਾ ਬਰਸ਼ ਖਿਲਰ ਚੁੱਕਿਆ ਤਾਂ ਤੁਹਾਨੂੰ ਉਹ ਬਦਲਣਾ ਪਏਗਾ। ਜੇ ਤੁਹਾਡਾ ਬਰਸ਼ ਬਾਰ-ਬਾਰ ਛੇਤੀ ਖਿਲਰ ਰਿਹਾ, ਇਹਦਾ ਮਤਲਬ ਸਾਨੂੰ ਬਰਸ਼ ਕਰਨਾ ਨਹੀਂ ਆਉਂਦਾ, ਸਾਨੂੰ ਸਿੱਖਣਾ ਪਏਗਾ। ਸਿਖਾਏਗਾ ਤੁਹਾਡੇ ਕੋਈ ਵੀ ਨੇੜੇ ਦਾ ਅੱਛਾ ਡੈਂਟਿਸਟ, ਤੁਸੀਂ ਉਹਨਾਂ ਤੋਂ ਜਾ ਕੇ ਉਹ ਸਿੱਖ ਸਕਦੇ ਹੋ। ਬਰਸ਼ ਹੈ ਜਿਹੜਾ ਤੁਹਾਨੂੰ ਰੋਲਿੰਗ ਮੋਸ਼ਨ 'ਚ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਅਸੀਂ ਇਹਨੂੰ ਚਾਕੂ ਦੀ ਤਰ੍ਹਾਂ ਫੜਦੇ ਹਾਂ ਅਤੇ ਬਹੁਤ ਜ਼ੋਰ ਨਾਲ ਕਰਦੇ ਹਾਂ ਅਤੇ ਉਹਦੇ ਨਾਲ ਉਹ ਤੁਹਾਡਾ ਬਰਸ਼ ਹੈ ਜਿਹੜਾ ਖਿਲਰ ਜਾਂਦਾ ਹੈ। ਤੁਸੀਂ ਇਹਦੇ ਇੱਕ ਸਿੰਪਲ ਐਗਜ਼ਾਮਪਲ ਇਹ ਲੈ ਲਓ, ਜਦੋਂ ਅਸੀਂ ਕੰਘੇ ਨੂੰ ਸਾਫ਼ ਕਰਦੇ ਹਾਂ ਉਦੋਂ ਅਸੀਂ ਜ਼ਿਆਦਾਤਰ ਪੁਰਾਣੇ ਜਿਹੜੇ ਬਰਸ਼ ਨੇ ਉਹਨਾਂ ਨਾਲ ਸਾਫ਼ ਕਰਦੇ ਹਾਂ। ਕੀ ਉਹ ਕੰਘਾ ਇੱਦਾਂ ਸਾਫ਼ ਕਰਕੇ ਕੰਘਾ ਸਾਫ਼ ਹੋ ਜਾਂਦਾ? ਨਹੀਂ ਹੁੰਦਾ। ਸਾਨੂੰ ਇਸ ਤਰ੍ਹਾਂ ਸਾਫ਼ ਕਰਨਾ ਪੈਂਦਾ। ਸੇਮ ਤੁਹਾਡੇ ਦੰਦ ਨੇ, ਜੇ ਤੁਸੀਂ ਇੱਦਾਂ ਕਰੋਗੇ ਤਾਂ ਤੁਹਾਡਾ ਬਰਸ਼ ਖਰਾਬ ਹੋਏਗਾ, ਤੁਹਾਡੇ ਮਸੂੜੇ ਵੀ ਖਰਾਬ ਹੋਣਗੇ, ਤੁਹਾਡਾ ਦੰਦ ਵੀ ਘਸੇਗਾ, ਸਫਾਈ ਵੀ ਪੂਰੀ ਨਹੀਂ ਹੋਏਗੀ। ਸੋ ਤੁਹਾਨੂੰ ਉੱਤੋਂ ਤੋਂ ਨੀਚੇ ਤੋਂ ਉੱਤੇ ਬਰਸ਼ ਹੈ ਜਿਹੜਾ ਉਹ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ। ਇੱਕ ਸਾਡਾ ਜਿਹੜੇ ਜਾੜਾਂ ਦਾ ਉੱਪਰਲਾ ਹਿੱਸਾ ਹੁੰਦਾ ਹੈ, ਬਹੁਤ ਸਾਰੇ ਲੋਕ ਉਸ ਨੂੰ ਬਹੁਤ ਜ਼ਿਆਦਾ ਕਲੀਨ ਕਰਦੇ ਆ। ਉਹ ਵਾਲਾ ਹਿੱਸਾ ਤਾਂ ਵੈਸੇ ਸਾਡਾ ਨੈਚੁਰਲ, ਜਦੋਂ ਅਸੀਂ ਖਾਣਾ ਖਾਂਦੇ ਹਾਂ ਉਹ ਵੈਸੇ ਕਲੀਨ ਹੋ ਜਾਂਦਾ ਹੈ। ਜਦੋਂ ਤੁਸੀਂ ਸੈਲਡ ਖਾ ਲੈਂਦੇ ਹੋ ਤੁਹਾਡਾ ਟੌਪ ਲੇਅਰ ਤਾਂ ਵੈਸੇ ਹੀ ਕਲੀਨ ਹੋ ਜਾਂਦੀ ਹੈ, ਉੱਤਲੇ ਹਿੱਸੇ ਨੂੰ ਬਹੁਤ ਜ਼ਿਆਦਾ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਾਈਡਾਂ ਨੂੰ, ਅੰਦਰੋਂ ਜਿਸ ਪਾਸੇ ਤੁਹਾਡੀ ਜੀਭ ਹੈ ਉਸ ਪਾਸੋਂ ਤੁਸੀਂ ਬਰਸ਼ ਨੂੰ ਜ਼ਰੂਰ ਕਰਨਾ ਹੈਗਾ। ਜ਼ਿਆਦਾਤਰ ਲੋਕ ਇੱਥੇ ਬਰਸ਼ ਨਹੀਂ ਕਰਦੇ। ਸੋ ਦੰਦਾਂ ਦੀਆਂ ਜਿਹੜੀਆਂ ਵਿਰਲਾਂ ਨੇ, ਦੰਦਾਂ ਦੇ ਵਿਚਕਾਰਲਾ ਜਿਹੜਾ ਸਪੇਸ ਹੈ ਜਿੱਥੇ ਤੁਹਾਡਾ ਮਸੂੜਾ ਹੈ, ਉਸ ਏਰੀਏ 'ਤੇ ਬਰਸ਼ ਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਬਾਕੀ ਹਰ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਸਾਨੂੰ ਜਿਹੜਾ ਬਰਸ਼ ਹੈ ਉਹ ਚੇਂਜ ਕਰ ਲੈਣਾ ਚਾਹੀਦਾ, ਭਾਵੇਂ ਉਹ ਤੁਹਾਡਾ ਬਰਸ਼ ਨਹੀਂ ਵੀ ਖਿਲ ਰਿਹਾ। ਕਿਉਂਕਿ ਕੁਝ ਸਮੇਂ ਬਾਅਦ ਉਹਦੇ 'ਚ ਵੇਅਰ ਐਂਡ ਟੀਅਰ ਆਉਂਦਾ ਹੈਗਾ, ਉਹਦੇ ਬ੍ਰਿਸਲਸ ਨੇ ਜਿਹੜੇ ਉਹ ਬਹੁਤ ਜ਼ਿਆਦਾ ਸਟਿਫ ਹੋ ਜਾਂਦੇ ਆ। ਸੋ ਇਸ ਕਰਕੇ 2 ਤੋਂ 3 ਮਹੀਨੇ ਬਾਅਦ ਤੁਸੀਂ ਆਪਣਾ ਬਰਸ਼ ਹੈ ਜਿਹੜਾ ਚੇਂਜ ਕਰੋ ਜ਼ਰੂਰ, ਜੇ ਉਹ ਖਿਲ ਰਿਹਾ ਨਹੀਂ ਵੀ ਤੇ। ਪਰ ਜੇ ਖਿਲਰਦਾ ਤਾਂ ਤੁਸੀਂ ਕਿਸੇ ਡੈਂਟਿਸਟ ਨੂੰ ਕੰਸਲਟ ਕਰੋ। ਬਰਸ਼ਿੰਗ ਟੈਕਨੀਕ ਸਾਨੂੰ ਸਿੱਖਣੀ ਚਾਹੀਦੀ ਹੈ ਜੀ।
ਮੈਂ ਤੁਹਾਨੂੰ ਦੱਸਿਆ ਜਿਵੇਂ 2-3 ਇੰਟਰਵਿਊਜ਼ ਮੈਂ ਇਸ ਚੀਜ਼ ਨਾਲ ਜੁੜੀਆਂ ਹੋਈਆਂ ਸੁਣੀਆਂ ਤੇ ਉਹਦੇ 'ਚ ਇੱਕ ਡਾਕਟਰ ਸੀਗੇ, ਉਹ ਦੱਸ ਰਹੇ ਸੀ ਕਿ ਜਦੋਂ ਬੱਚਿਆਂ ਨੂੰ ਦੰਦ ਆ ਰਹੇ ਨੇ ਹਨਾ, ਜਾਂ ਜਿਵੇਂ ਬੱਚਿਆਂ ਦੇ ਜਦੋਂ ਦੁੱਧ ਦੇ ਦੰਦ ਆਪਾਂ ਕਹਿ ਦਿੰਦੇ ਆ ਜਿਹੜੇ ਹੁੰਦੇ ਆ, ਕਿ ਉਸ ਵਕਤ ਤੁਸੀਂ ਨਿਆਣੇ ਨੂੰ ਗੱਲਾਂ ਤੋਂ ਜਾਂ ਬੁੱਲਾਂ ਤੋਂ ਨਾ ਚੁੰਮੋ ਕਦੀ ਵੀ ਹਨਾ, ਕਿ ਉਹਦੇ ਨਾਲ ਜਿਹੜੇ ਤੁਹਾਡੇ ਬੈਕਟੀਰੀਆਜ਼ ਨੇ ਉਹ ਬੱਚੇ ਤੱਕ ਪਾਸ ਹੁੰਦੇ ਆ ਤੇ ਉਹਦੇ ਦੰਦਾਂ ਨੂੰ ਸੇਮ ਉਹ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਤੁਹਾਡੇ ਦੰਦਾਂ ਦੀਆਂ ਹੁੰਦੀਆਂ ਨੇ। ਇਹ ਚੀਜ਼ ਹੋ ਸਕਦੀ ਆ? ਵੈਸੇ ਜੀ ਮੂੰਹ ਤੋਂ ਚੁੰਮਣਾ ਤਾਂ ਹਮੇਸ਼ਾ ਗਲਤ ਹੀ ਰਹੇਗਾ, ਕਿਉਂਕਿ ਬੱਚੇ ਦੇ ਮੂੰਹ ਦੇ ਵਿੱਚ ਜਿਹੜੇ ਬੈਕਟੀਰੀਆਜ਼ ਨੇ ਉਹ ਹਜੇ ਮਤਲਬ ਉਸ ਲੈਵਲ ਦੀ ਇਮਿਊਨਿਟੀ ਬੱਚੇ ਦੀ ਨਹੀਂ ਬਣੀ ਹੁੰਦੀ। ਪਰ ਜੇ ਤੁਹਾਨੂੰ ਮਸੂੜਿਆਂ ਦੀ ਕੋਈ ਬਿਮਾਰੀ ਹੈ, ਇੱਕ ਬਿਮਾਰੀ ਹੁੰਦੀ ਹੈ ਉਹਨੂੰ ਪੀਰੀਓਡੋਂਟਾਈਟਿਸ ਕਿਹਾ ਜਾਂਦਾ ਹੈ। ਹਾਂਜੀ। ਇਹ ਮਸੂੜਿਆਂ ਦੀ ਇੱਕ ਬਿਮਾਰੀ ਹੈ। ਮੈਂ ਤੁਹਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇ ਦਿੰਦਾ। ਮਸੂੜਿਆਂ ਦੀ ਇੱਕ ਬਿਮਾਰੀ ਹੈ, ਉਹਨੂੰ ਪੰਜਾਬੀ 'ਚ ਮਾਸਖੋਰਾ ਕਿਹਾ ਜਾਂਦਾ ਹੈ। ਇਹਦੇ ਲੱਛਣ ਕੀ ਹੁੰਦੇ ਨੇ? ਇਹਦੇ 'ਚ ਤੁਹਾਡੇ ਜਿਹੜੇ ਮਸੂੜੇ ਨੇ ਇਹ ਥੋੜ੍ਹੇ ਫੁੱਲ ਜਾਂਦੇ ਆ। ਹਲਕਾ ਜਿਹਾ ਵੀ ਟੱਚ ਕਰੋਗੇ ਤਾਂ ਉਹਦੇ 'ਚੋਂ ਬਲੱਡ ਆਉਂਦਾ ਹੈ। ਮਸੂੜਿਆਂ ਦੇ ਵਿੱਚ ਖਾਰਿਸ਼ ਹੁੰਦੀ ਹੈ, ਤੁਹਾਨੂੰ ਟੁੱਥਪਿਕ ਮਾਰਨ ਦਾ ਦਿਲ ਕਰਦਾ ਹੈ, ਕਈ ਨੇਲਸ ਆਪਣੇ ਮਾਰਦੇ ਆ। ਮੂੰਹ ਦੇ ਵਿੱਚੋਂ ਤੁਹਾਡੇ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਦੰਦਾਂ ਨੂੰ ਜਦੋਂ ਤੁਸੀਂ ਧਿਆਨ ਨਾਲ ਦੇਖਦੇ ਹੋ ਤਾਂ ਦੰਦਾਂ ਦੇ ਅੰਦਰ ਤੇ ਦੰਦਾਂ ਦੇ ਬਾਹਰ ਇੱਕ ਡਾਰਕ ਬਰਾਊਨ ਕਲਰ ਦਾ ਮਟੀਰੀਅਲ ਜੰਮ ਜਾਂਦਾ ਹੈ, ਜਿਹਨੂੰ ਕੈਲਕੂਲਸ ਕਿਹਾ ਜਾਂਦਾ ਹੈ, ਜਿਹਨੂੰ ਪੰਜਾਬੀ 'ਚ ਕਰੀੜਾ ਵੀ ਕਹਿ ਦਿੰਦੇ ਆ। ਹਾਂਜੀ, ਠੀਕ ਹੈ ਜੀ। ਉਹ ਹੁੰਦਾ ਕੀ ਹੈ ਕਿ ਸਾਡੀ ਬਰਸ਼ਿੰਗ ਪ੍ਰੋਪਰ ਨਾ ਹੋਣ ਕਰਕੇ ਦੰਦਾਂ ਦੇ ਇਰਦ ਗਿਰਦ ਗੰਦਗੀ ਦੀ ਇੱਕ ਲੇਅਰ ਜੰਮ ਜਾਂਦੀ ਹੈ। ਅਸੀਂ ਫੇਰ ਬਰਸ਼ ਨਹੀਂ ਕਰਦੇ, ਉਹ ਲੇਅਰ ਦੇ ਉੱਤੇ ਇੱਕ ਹੋਰ ਲੇਅਰ ਜੰਮ ਜਾਂਦੀ ਹੈ। ਸੋ ਪਰਤ ਦਰ ਪਰਤ ਉੱਥੇ ਕਿੰਨੀਆਂ ਪਰਤਾਂ ਜੰਮ ਜਾਂਦੀਆਂ ਨੇ। ਉਹ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ। ਸਾਡੇ ਥੁੱਕ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਪ੍ਰੈਸੀਪੀਟੇਟ ਹੋ ਕੇ ਸਾਡੇ ਦੰਦਾਂ ਦੇ ਉੱਤੇ ਜੰਮਦਾ ਜਾਂਦਾ ਹੈ। ਉਹ ਇੰਨਾ ਹਾਰਡ ਹੋ ਜਾਂਦਾ ਕਿ ਤੁਹਾਡੇ ਮਸੂੜੇ ਨੂੰ ਗਲਣ ਤੇ ਮਜਬੂਰ ਕਰ ਦਿੰਦਾ। ਉਹਦੇ ਤੇ ਇੰਨੇ ਬੈਕਟੀਰੀਆ ਬੈਠ ਜਾਂਦੇ ਆ, ਤੁਹਾਡੇ ਮਸੂੜੇ ਨੀਚੇ ਜਾਣੇ ਸ਼ੁਰੂ ਹੋ ਜਾਂਦੇ ਆ। ਉਸ ਬੈਕਟੀਰੀਅਲ ਪ੍ਰੋਲੀਫਰੇਸ਼ਨ ਨਾਲ ਤੁਹਾਡੇ ਜਿਹੜੀਆਂ ਹੱਡੀਆਂ ਨੇ ਉਹ ਵੀ ਨੀਚੇ ਜਾਂਦੀਆਂ ਨੇ। ਹਾਂਜੀ। ਪਰ ਉਹ ਗੰਦਗੀ ਉੱਤੇ ਪਈ ਹੁੰਦੀ ਹੈ, ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ। ਦੇਖਣ ਵਾਲੇ ਨੂੰ ਦੰਦ ਉਨੇ ਕੀ ਦਿਖਦੇ ਆ ਤੇ ਸਮੈਲ ਬਹੁਤ ਵੱਧ ਜਾਂਦੀ ਹੈ, ਬਲੱਡ ਬਹੁਤ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ ਤੇ ਡਾਕਟਰ ਦੇਖਦਾ ਤੇ ਡਾਕਟਰ ਐਕਸ-ਰੇ ਕਰਕੇ ਦੇਖਦਾ, ਤੁਹਾਨੂੰ ਦੱਸਦਾ ਕਿ ਹੱਡੀ ਬਹੁਤ ਜ਼ਿਆਦਾ ਡਾਊਨ ਚਲੀ ਗਈ ਹੈ, ਇਹਦੀ ਕਲੀਨਿੰਗ ਕਰਨੀ ਪਏਗੀ। ਤੇ ਫਿਰ ਜਦੋਂ ਆਪਾਂ ਉਹਦੀ ਕਲੀਨਿੰਗ ਕਰਦੇ ਹਾਂ ਤਾਂ ਉਹ ਗੰਦਗੀ ਜਿੰਨੀ ਵੀ ਹੁੰਦੀ ਹੈ ਉਹ ਅਸੀਂ ਰਿਮੂਵ ਕਰ ਦਿੰਦੇ ਹਾਂ, ਕਿਉਂਕਿ ਦੰਦਾਂ ਦੇ ਵਿਚਕਾਰ ਇੱਕ ਗੰਦਗੀ ਸੀਗੀ, ਉਹ ਅਸੀਂ ਜਦੋਂ ਬਾਹਰ ਕੱਢ ਦਿੰਦੇ ਹਾਂ ਤਾਂ ਉਹ ਗੰਦਗੀ ਵਾਲੀ ਜਗ੍ਹਾ ਖਾਲੀ ਹੋ ਜਾਂਦੀ ਹੈ। ਹਾਂ, ਫਿਰ ਉਹ ਸਾਨੂੰ ਲੱਗਦਾ ਕਿ ਕਲੀਨਿੰਗ ਤੋਂ ਬਾਅਦ ਗੈਪ ਪੈ ਗਿਆ। ਹਾਂਜੀ। ਜ਼ਿਆਦਾਤਰ ਲੋਕੀ ਸਾਨੂੰ ਮਤਲਬ ਇਹ ਸਵਾਲ ਕਰਦੇ ਆ ਕਿ ਡਾਕਟਰ ਸਾਹਿਬ ਮੈਂ ਜਦੋਂ ਸਫਾਈ ਤੋਂ ਪਹਿਲਾਂ ਤਾਂ ਮੇਰੇ ਦੰਦ ਬਿਲਕੁਲ ਗੰਦੇ ਸੀਗੇ ਪਰ ਵਿਰਲਾਂ ਨਹੀਂ ਸੀਗੀਆਂ, ਪਰ ਹੁਣ ਵਿਰਲਾਂ ਪੈ ਗਈਆਂ। ਉਹ ਵਿਰਲਾਂ ਅਸੀਂ ਨਹੀਂ ਪਾਉਂਦੇ, ਵਿਰਲ ਆਲਰੇਡੀ ਉੱਥੇ ਹੁੰਦੀ ਹੈ ਕਿਉਂਕਿ ਉਹਦੇ 'ਚ ਗੰਦਗੀ ਜਮੀ ਹੁੰਦੀ ਹੈ। ਪਰ ਜਦੋਂ ਆਪਾਂ ਗੰਦਗੀ ਦੇ ਬਾਹਰ ਕੱਢ ਦਿੰਦੇ ਹਾਂ ਤਾਂ ਉਹ ਗੈਪ ਉੱਥੋਂ ਤੁਹਾਨੂੰ ਨਜ਼ਰ ਆਉਂਦਾ ਹੈ। ਪਰ ਜੇ ਤੁਸੀਂ ਉਸ ਤੋਂ ਬਾਅਦ ਵੀ ਬਰਸ਼ ਨੂੰ ਪ੍ਰੋਪਰ ਕਰੋਗੇ ਤਾਂ ਮਸੂੜੇ ਕਿਸੇ ਨਾ ਕਿਸੇ ਹੱਦ ਤੱਕ ਉੱਤੇ ਆ ਜਾਂਦੇ ਆ। ਜਿਵੇਂ ਜਿਵੇਂ ਮਸੂੜਾ ਉੱਤੇ ਆਏਗਾ ਉਹ ਗੈਪ ਹੈ ਜਿਹੜਾ ਤੁਹਾਡਾ ਕਾਫੀ ਹੱਦ ਤੱਕ ਭਰ ਜਾਂਦਾ ਹੈ। ਇਹ ਜਿਹੜੀ ਬਿਮਾਰੀ ਮੈਂ ਤੁਹਾਨੂੰ ਪੀਰੀਓਡੋਂਟਾਈਟਿਸ ਦੱਸੀ ਹੈ, ਇਹ ਕਾਫੀ ਗੰਭੀਰ ਬਿਮਾਰੀ ਹੈ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਕਾਫੀ ਜ਼ਿਆਦਾ ਪ੍ਰਤੀਸ਼ਤ ਲੋਕ ਇਹਦੇ ਤੋਂ ਗ੍ਰਸਤ ਨੇ ਤੇ ਇਹ ਬਿਮਾਰੀ ਜ਼ਿਆਦਾਤਰ ਫੀਮੇਲਸ ਨੂੰ ਅਸੀਂ ਜ਼ਿਆਦਾ ਦੇਖਦੇ ਹੈਗੇ ਹਾਂ, ਜਾਂ ਫਿਰ ਜਿਹੜੇ ਸਮੋਕਿੰਗ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੈਗੀ ਹੈ। ਇਹ ਬਿਮਾਰੀ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ। ਹਾਂ, ਜ਼ਿਆਦਾਤਰ ਸਾਡੇ ਦੰਦ ਉਦੋਂ ਹੀ ਬਹੁਤ ਸਾਰੀਆਂ ਕੁੜੀਆਂ ਸ਼ਿਕਾਇਤ ਕਰਦੀਆਂ ਨੇ ਕਿ ਉਦੋਂ ਖਰਾਬ ਹੋ ਗਏ। ਪ੍ਰੈਗਨੈਂਸੀ ਦੇ ਵਿੱਚ ਸਾਡੀ ਬਾਡੀ ਦੇ ਹਾਰਮੋਨਸ ਚੇਂਜ ਹੁੰਦੇ ਆ ਜੀ। ਉਹ ਹਾਰਮੋਨਸ ਚੇਂਜ ਹੋਣ ਨਾਲ ਸਾਡੇ ਮਸੂੜੇ ਥੋੜ੍ਹੇ ਜਿਹੇ ਫੁੱਲਦੇ ਆ। ਜਦੋਂ ਮਸੂੜੇ ਫੁੱਲਦੇ ਆ ਤਾਂ ਉੱਥੇ ਖਾਣਾ ਜ਼ਿਆਦਾ ਫਸਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਟੈਬੂਜ਼ ਬਣੇ ਹੋਏ ਨੇ ਜਾਂ ਮਿੱਥ ਬਣੇ ਹੋਏ ਨੇ ਕਿ ਡਾਕਟਰ ਕੋਲ ਨਹੀਂ ਜਾਣਾ, ਜਾਂ ਪੁਰਾਣੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹ ਮਨਾ ਕਰ ਦਿੰਦੇ ਨੇ ਕਿ ਬਰਸ਼ ਵੀ ਨਹੀਂ ਕਰਨਾ। ਹਾਂ, ਡਿਲੀਵਰੀ ਤੋਂ ਬਾਅਦ ਖਾਸ ਕਰਕੇ ਕਿ 15 ਦਿਨ ਤੁਸੀਂ ਬਰਸ਼ ਨਾ ਕਰੋ, ਮਸੂੜੇ ਕੱਚੇ ਨੇ, ਮਸੂੜੇ ਕੱਚੇ ਆ ਜੀ, ਹੈ ਨਾ ਜੀ। ਉਹ ਹਾਰਮੋਨਸ ਕਰਕੇ ਹੁੰਦੇ ਨੇ। ਉੱਤੋਂ ਅਸੀਂ ਬਰਸ਼ ਬੰਦ ਕਰ ਦਿੰਦੇ ਹਾਂ, ਉਹ ਬਰਸ਼ ਨਾ ਕਰਨ ਕਰਕੇ ਬਹੁਤ ਜ਼ਿਆਦਾ ਗੰਦਗੀ ਹੋਰ ਡਿਪੋਜ਼ਿਟ ਹੋ ਜਾਂਦੀ ਹੈ। ਮੂੰਹ ਦੇ ਵਿੱਚੋਂ ਬਹੁਤ ਸਮੈਲ ਆਉਂਦੀ ਹੈ। ਸਮੈਲ ਆਉਣ ਦੇ ਨਾਲ ਨਾਲ ਗੰਦਗੀ ਜੰਮ ਜਾਂਦੀ ਹੈ। ਉਹ ਮਸੂੜੇ ਇੰਨੇ ਕੁ ਫੁੱਲ ਜਾਂਦੇ ਆ, ਇੰਨੀ ਕਿ ਇਨਫੈਕਸ਼ਨ ਅੰਦਰ ਹੋ ਜਾਂਦੀ ਹੈ। ਉਤੋਂ ਬੱਚਾ ਛੋਟਾ ਹੁੰਦਾ ਅਤੇ ਉਹ ਜਿਹੜੀ ਫੀਮੇਲ ਆ ਉਹ ਵਿਚਾਰੀ ਘਰੋਂ ਬਾਹਰ ਨਹੀਂ ਨਿਕਲ ਪਾਉਂਦੀ। 6 ਮਹੀਨਿਆਂ ਤੱਕ ਉਹ ਸਾਡੇ ਕੋਲ ਵਾਪਸ ਆਉਂਦੀ ਹੈ। ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਉਹੀ ਫਿਰ ਉਹ ਲੜਕੀ ਸਾਨੂੰ ਦੱਸਦੀ ਹੈ ਕਿ ਬੱਚਾ ਹੋਣ ਤੋਂ ਪਹਿਲਾਂ ਮੇਰੇ ਦੰਦ ਬਿਲਕੁਲ ਠੀਕ ਸੀ ਅਤੇ ਹੁਣ ਮੇਰੇ ਫਰੰਟ ਵਾਲੇ ਦੰਦ ਨੇ ਜਿਹੜੇ ਮੈਨੂੰ ਢਿੱਲੇ ਮਹਿਸੂਸ ਹੋ ਰਹੇ ਨੇ।
ਜਾਂ ਮਸੂੜਿਆਂ 'ਚੋਂ ਖੂਨ ਬਹੁਤ ਜ਼ਿਆਦਾ ਆ ਰਿਹਾ, ਉਹ ਇਸ ਬਿਮਾਰੀ ਦੇ ਕਰਕੇ ਹੈ। ਇਸ ਕਰਕੇ ਜਦੋਂ ਵੀ ਤੁਹਾਨੂੰ ਇਦਾਂ ਦੀ ਕੋਈ ਸਮੱਸਿਆ ਆਵੇ, ਖਾਸ ਕਰਕੇ ਮੈਂ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਪ੍ਰੈਗਨੈਂਸੀ ਦੇ ਵਿੱਚ ਤੁਹਾਨੂੰ ਡੈਂਟਿਸਟ ਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ। ਹਾਂਜੀ। ਤੁਹਾਨੂੰ ਘੱਟੋ ਘੱਟ 2 ਵਾਰੀ ਪ੍ਰੈਗਨੈਂਸੀ ਦੇ ਸ਼ੁਰੂ 'ਚ, ਡਿਲੀਵਰੀ ਹੋਣ ਤੋਂ ਪਹਿਲਾਂ ਦੰਦਾਂ ਦੀ ਸਫਾਈ ਕਰਾਉਣੀ ਚਾਹੀਦੀ ਹੈ, ਅਤੇ ਡਿਲੀਵਰੀ ਹੋਣ ਤੋਂ ਬਾਅਦ ਫਿਰ 3 ਮਹੀਨਿਆਂ ਬਾਅਦ ਤੁਹਾਨੂੰ ਦੰਦਾਂ ਦੀ ਸਫਾਈ ਜ਼ਰੂਰ ਕਰਾਉਣੀ ਚਾਹੀਦੀ ਹੈ, ਤਾਂ ਜੋ ਇਹ ਬਿਮਾਰੀ ਕਰਕੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਤੋਂ ਅਸੀਂ ਬਚ ਜਾਈਏ। ਇਹ ਬਿਮਾਰੀ ਦੀਆਂ ਅੱਗੇ 2-3 ਕਿਸਮਾਂ ਹੁੰਦੀਆਂ ਨੇ। ਪਹਿਲੀ ਸਟੇਜ ਜਾਂ ਦੂਜੀ ਸਟੇਜ ਅਸੀਂ ਸਫਾਈ ਕਰਕੇ ਬਚਾ ਸਕਦੇ ਹਾਂ। ਤੀਸਰੀ ਸਟੇਜ ਦੇ ਵਿੱਚ ਸਾਨੂੰ ਇੱਕ ਆਪਰੇਸ਼ਨ ਕਰਨਾ ਪੈਂਦਾ ਹੈ। ਚਲੋ ਜੇ ਉੱਥੇ ਤੱਕ ਵੀ ਅਸੀਂ ਪਹੁੰਚ ਜਾਂਦੇ ਤਾਂ ਵੀ ਕੋਈ ਗੱਲ ਨਹੀਂ, ਜੇ ਆਪਰੇਸ਼ਨ ਕਰਕੇ ਵੀ ਸਾਡੇ ਦੰਦ ਬਚਦੇ ਆ ਤਾਂ ਸਾਨੂੰ ਬਚਾਉਣੇ ਚਾਹੀਦੇ। ਸੋ ਅਵੇਅਰਨੈਸ ਜ਼ਿਆਦਾ ਜ਼ਰੂਰੀ ਹੈ। ਇਸ ਬਿਮਾਰੀ ਨੂੰ ਬਹੁਤ ਸਾਰੇ ਲੋਕ ਡਰਦੇ ਆ, ਜਾਂ ਲੋਕ ਸੁਣੀਆਂ ਸੁਣਾਈਆਂ ਗੱਲਾਂ ਦੇ ਵਿਸ਼ਵਾਸ ਕਰਦੇ ਆ। ਸਾਨੂੰ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਜਦੋਂ ਅਸੀਂ ਕਹਿੰਦੇ ਆ ਕਿ ਸਫਾਈ ਹੋਏਗੀ, ਅਤੇ ਸਾਨੂੰ ਅੱਗੋਂ ਸਵਾਲ ਇਹ ਮਿਲਦਾ ਕਿ ਜੀ ਸਾਡੇ ਮਾਤਾ ਨੇ ਕਰਾਈ ਸੀ ਅਤੇ ਉਹ ਕਹਿੰਦੀ ਨਹੀਂ ਕਰਾਉਣੀ, ਤਾਂ ਦੰਦ ਢਿੱਲੇ ਹੋ ਜਾਂਦੇ ਆ, ਦੰਦ ਕਮਜ਼ੋਰ ਹੋ ਜਾਂਦੇ ਆ। ਤਾਂ ਮੇਰਾ ਜਵਾਬ ਇਹ ਹੁੰਦਾ ਕਿ ਜੇ ਇੱਦਾਂ ਢਿੱਲੇ ਹੁੰਦੇ ਤਾਂ ਮੇਰੇ ਤਾਂ ਦੰਦ ਨਿਕਲ ਜਾਣੇ ਸੀ। ਹਾਂਜੀ। ਮੈਂ ਹਰ 4 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਆਪਣੇ ਦੰਦਾਂ ਦੀ ਸਫਾਈ ਕਰਾਉਣਾ। ਅੱਛਾ ਜੀ। ਸੋ ਦੰਦਾਂ ਦੀ ਸਫਾਈ ਕਰਾਉਣਾ, ਜਿੱਦਾਂ ਅਸੀਂ ਕੇਸੀ ਇਸ਼ਨਾਨ ਕਰਦੇ ਹਾਂ ਹਫ਼ਤੇ 'ਚ 1 ਵਾਰੀ, ਉੱਦਾਂ ਹਰ 6 ਮਹੀਨਿਆਂ ਬਾਅਦ ਸਾਨੂੰ ਦੰਦਾਂ ਦੀ ਸਫਾਈ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਨਾਲ ਤੁਹਾਨੂੰ 2 ਫਾਇਦੇ ਆ। ਇੱਕ ਤਾਂ ਤੁਹਾਡੇ ਦੰਦਾਂ ਦੀ ਸਫਾਈ ਹੋ ਜਾਂਦੀ ਹੈ, ਮਸੂੜਿਆਂ ਦੀ ਹੈਲਥ ਬੈਟਰ ਹੋ ਜਾਂਦੀ ਹੈ। ਇੱਕ ਨਾਲ ਤੁਹਾਡਾ ਚੈੱਕਅਪ ਵੀ ਤਾਂ ਫ੍ਰੀ ਹੋ ਜਾਂਦਾ ਹੈ। ਜਦੋਂ ਡਾਕਟਰ ਤੁਹਾਡੇ ਸਾਰੇ ਦੰਦ ਸਾਫ਼ ਕਰੇਗਾ, ਉਹ ਤੁਹਾਨੂੰ ਦੱਸੇਗਾ ਕਿ ਦੰਦ ਤੁਹਾਡਾ ਸ਼ੁਰੂ ਹੋਇਆ ਹੋਇਆ ਖਰਾਬ ਹੋਣਾ, ਇਹਨੂੰ ਆਪਾਂ ਫਿਲ ਕਰ ਸਕਦੇ ਹਾਂ, ਇੱਥੇ ਤੁਹਾਡੀ ਅਕਲ ਜਾੜ ਆ ਰਹੀ ਹੈ, ਇੱਕ ਪ੍ਰੋਬਲਮ ਆ ਸਕਦੀ ਹੈ। ਸੋ ਇੱਕ ਤਰ੍ਹਾਂ ਦਾ ਤੁਹਾਡਾ ਇੱਕ ਰੈਗੂਲਰ ਡੈਂਟਲ ਚੈੱਕਅਪ ਵੀ ਹੋ ਜਾਂਦਾ ਅਤੇ ਤੁਹਾਡੀ ਸਫਾਈ ਵੀ ਹੋ ਜਾਂਦੀ ਹੈ। ਸੋ ਸਾਨੂੰ ਜ਼ਰੂਰੀ ਤੌਰ 'ਤੇ, ਲਾਜ਼ਮੀ ਤੌਰ 'ਤੇ ਸਾਡਾ ਜਿਹੜਾ ਚੈੱਕਅਪ ਹੈ ਉਹ ਹਰ 6 ਮਹੀਨਿਆਂ ਬਾਅਦ ਕਰਾਉਣਾ ਚਾਹੀਦਾ ਜੀ। ਹਾਂਜੀ। ਤੇ ਇਹਦੇ ਤੇ ਆਪਾਂ ਨਾਰਮਲੀ, ਜਿਵੇਂ ਤੁਸੀਂ ਕਿਹਾ, ਸਿਰਫ ਆਪਾਂ ਇੱਕ ਸਿੰਪਲ ਕਲੀਨਿੰਗ ਲਈ ਡਾਕਟਰ ਕੋਲ ਜਾਂਦੇ ਆ, ਕਿ ਜਿਹਦੇ ਨਾਲ ਆਪਣਾ ਇਨਡਾਇਰੈਕਟਲੀ ਇੱਕ ਤਰ੍ਹਾਂ ਦਾ ਇੱਕ ਚੈੱਕਅਪ ਵੀ ਹੋ ਜਾਂਦਾ ਹੈ ਨਾ। ਤੇ ਕਿੰਨਾ ਕੁ ਖਰਚਾ ਆਮ ਤੌਰ ਤੇ ਆਪਣਾ ਆ ਜਾਂਦਾ? ਕਿਉਂਕਿ ਲੋਕ ਡਰਦੇ, ਕਈ ਵਾਰ ਖਰਚੇ ਤੋਂ ਡਰਦੇ ਨਹੀਂ ਜਾਂਦੇ, ਉਹ ਕਹਿੰਦੇ ਲਓ ਜੀ 3-4 ਹਜ਼ਾਰ ਰੁਪਏ ਤਾਂ ਐਵੇਂ ਹੀ ਲੱਗ ਜਾਣਾ ਹੈ ਨਾ। ਹਾਂਜੀ। ਇਹ ਭੈਣ ਜੀ ਬਹੁਤ ਇਹ ਦੁੱਖ ਦੀ ਰਗ ਹੈ ਲੋਕਾਂ ਦਾ, ਕਿ ਜ਼ਿਆਦਾਤਰ ਲੋਕ ਡੈਂਟਲ ਟਰੀਟਮੈਂਟ ਨੂੰ ਮਹਿੰਗਾ ਮੰਨਦੇ ਆ ਬਹੁਤ, ਖਾਸ ਕਰਕੇ ਜਦੋਂ ਸਾਨੂੰ ਦੰਦ ਲਵਾਉਣੇ ਜਾਂ ਕਢਾਉਣੇ ਪੈਂਦੇ ਆ। ਹਾਂਜੀ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕਹੂੰਗਾ ਕਿ ਦੰਦਾਂ ਦਾ ਇਲਾਜ ਮਹਿੰਗਾ ਨਹੀਂ ਹੈਗਾ, ਸਾਡੀ ਅਣਗਹਿਲੀ ਮਹਿੰਗੀ ਹੈ। ਹਾਂਜੀ। ਜੇ ਅਸੀਂ ਸਿੰਪਲ ਇੱਕ ਬਰੱਸ਼ ਲਈਏ, ਅੱਛਾ ਬਰੱਸ਼ 50 ਕੁ ਰੁਪਏ ਦਾ ਵਧੀਆ ਬਰੱਸ਼ ਲਈਏ, ਤਾਂ ਉਹਨੂੰ ਅੱਛੇ ਤਰੀਕੇ ਨਾਲ ਕਰੀਏ, ਤਾਂ ਸ਼ਾਇਦ ਤੁਹਾਡਾ ਦੰਦ ਹੀ ਨਾ ਖਰਾਬ ਹੋਣ, ਤੁਹਾਨੂੰ ਇਲਾਜ ਦੀ ਲੋੜ ਹੀ ਨਾ ਪਏ। ਚਲੋ ਫਿਰ ਤੁਸੀਂ ਦੰਦ ਵੀ ਖਰਾਬ ਹੋ ਗਏ, ਤੁਸੀਂ ਕਲੀਨਿੰਗ ਕਰਾਉਣ ਰੈਗੂਲਰ ਜਾਂਦੇ ਹੋ, ਤੁਸੀਂ ਅੱਛੇ ਕਲੀਨਿਕ 'ਤੇ ਜਾ ਕੇ ਕਲੀਨਿੰਗ ਕਰਾਉਂਦੇ ਹੋ, ਤੁਹਾਡਾ 1500 ਤੋਂ 2000 2500 ਤੱਕ 3000 ਤੱਕ ਖਰਚਾ ਆਉਂਦਾ ਹੈ। ਤੁਸੀਂ ਉਹ ਕਰਾ ਲੈਂਦੇ ਹੋ ਤਾਂ ਵੀ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਹੈਗੀ, ਇਹ ਤੁਹਾਡੇ ਦੰਦ ਬਚੇ ਰਹਿੰਦੇ ਆ ਜੀ। ਤੁਹਾਡੇ ਕਿਸੇ ਇੱਕ ਦੰਦ 'ਚ ਡਾਕਟਰ ਤੁਹਾਨੂੰ ਦੱਸਦਾ ਕਿ ਜੀ ਇਹਨੂੰ ਕੇਰੀਜ਼ ਹੋ ਗਈ ਹੈ, ਪੰਜਾਬੀ 'ਚ ਕਹੋ ਤੈਨੂੰ ਕੀੜਾ ਲੱਗ ਗਿਆ, ਇਹਨੂੰ ਫਿਲ ਕਰਾ ਲਓ। ਤੁਸੀਂ ਉਹਨੂੰ ਫਿਲਿੰਗ ਕਰਾ ਲੈਂਦੇ ਹੋ ਤਾਂ ਤੁਹਾਡਾ 500 ਤੋਂ 1000 ਰੁਪਏ ਦਾ ਸਪੋਜ਼ ਖਰਚਾ ਹੈਗਾ, ਕੋਈ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਹੈਗੀ, ਤੁਹਾਡਾ ਦੰਦ ਵੀ ਤਾਂ ਬਚ ਰਿਹਾ ਹੈ। ਪਰ ਅਸੀਂ ਡਰਦੇ ਮਾਰੇ ਜਾਂ ਖਰਚੇ ਤੋਂ ਡਰਦੇ ਮਰਦੇ ਨਹੀਂ ਕਰਾਉਂਦੇ। ਉਹੀ ਦੰਦ ਜਿਹੜਾ ਅੱਜ 500 ਤੋਂ 1000 ਰੁਪਏ 'ਚ ਬਚ ਰਿਹਾ ਸੀ, 6 ਮਹੀਨਿਆਂ 'ਚ, ਸਾਲ 'ਚ ਹੋਰ ਗਲ ਜਾਂਦਾ ਹੈ। ਹੁਣ ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ, ਹੁਣ ਉਹ ਡਾਕਟਰ ਕਹਿੰਦਾ ਕਿ ਜੀ ਇਹ ਦੰਦ ਬਹੁਤ ਜ਼ਿਆਦਾ ਖਰਾਬ ਹੋ ਗਿਆ, ਹੁਣ ਇਹਨੂੰ ਫਿਲਿੰਗ ਨਹੀਂ ਹੋ ਸਕਦੀ, ਇਹਦਾ ਰੂਟ ਕਨਾਲ ਟਰੀਟਮੈਂਟ ਕਰਨਾ ਪਏਗਾ, ਜਿਸ ਦਾ ਕਿ ਇੱਕ ਆਪਾਂ ਖਰਚਾ ਮੰਨ ਲੈਂਦੇ ਨੇ ਕਿ 5000 ਤੋਂ 10000 ਰੁਪਏ ਖਰਚਾ ਆਏਗਾ, ਰੂਟ ਕਨਾਲ ਕਰਕੇ ਇਹਦੇ 'ਤੇ ਕੈਪਿੰਗ ਕਰਨੀ ਪਏਗੀ। ਹਾਂਜੀ। ਉਹੀ 500-1000 ਰੁਪਏ ਵਾਲਾ ਖਰਚਾ ਹੁਣ 10000 ਤੱਕ ਚਲਾ ਗਿਆ ਜੀ। ਬਿਲਕੁਲ। ਫਿਰ ਅਸੀਂ ਖਰਚੇ ਤੋਂ ਡਰ ਗਏ, ਅਸੀਂ ਕੈਮਿਸਟ ਸ਼ਾਪ ਤੋਂ ਦਰਦ ਦੀ ਗੋਲੀ ਲੈ ਕੇ ਖਾ ਲਈ, ਅਸੀਂ ਉਹ ਟਰੀਟਮੈਂਟ ਵੀ ਨਹੀਂ ਕਰਾਇਆ। ਉਹ ਜਿੰਨਾ ਕੁ ਦੰਦ ਬਚਿਆ ਸੀ ਉਹ ਵੀ ਗਲ ਗਿਆ, ਉੱਥੇ ਜੜ੍ਹਾਂ ਰਹਿ ਗਈਆਂ, ਪਸ ਪੈਣੀ ਸ਼ੁਰੂ ਹੋ ਗਈ। ਹੁਣ ਸਾਨੂੰ ਜਾਣਾ ਹੀ ਪੈਣਾ ਜੀ ਡਾਕਟਰ ਕੋਲ। ਹੁਣ ਅਸੀਂ ਡਾਕਟਰ ਕੋਲ ਜਾਂਦੇ ਹਾਂ, ਹੁਣ ਡਾਕਟਰ ਤੁਹਾਨੂੰ ਕਹਿੰਦਾ ਕਿ ਹੁਣ ਇਹਦਾ ਕੁਝ ਨਹੀਂ ਹੋ ਸਕਦਾ, ਇਹ ਦੰਦ ਸਾਨੂੰ ਕੱਢਣਾ ਪਏਗਾ। ਕੁਦਰਤ ਦਾ ਦਿੱਤਾ ਹੋਇਆ ਸਭ ਤੋਂ ਕੀਮਤੀ ਤੋਹਫਾ ਜਿਹੜਾ ਅਸੀਂ ਖਰਾਬ ਕਰ ਲਿਆ, ਉਹ ਸਾਨੂੰ ਕੱਢਣਾ ਪੈ ਗਿਆ। ਬਿਲਕੁਲ। ਹੁਣ ਦੰਦ ਤੁਹਾਡਾ ਨਵਾਂ ਲੱਗੇਗਾ। ਦੰਦ ਲਵਾਉਣ ਦੇ ਫਿਰ ਚਲੋ 2-3 ਤਰੀਕੇ ਹੈਗੇ ਆ। ਸਪੋਜ਼ ਅਸੀਂ ਡੈਂਟਲ ਇੰਪਲਾਂਟ ਕਰਾਉਂਦੇ ਹਾਂ। ਡੈਂਟਲ ਇੰਪਲਾਂਟ ਦਾ ਮਤਲਬ ਹੁੰਦਾ ਕਿ ਹੱਡੀ ਦੇ ਵਿੱਚ ਇੱਕ ਜੜ ਪਾ ਦਿੰਦੇ ਆ, ਜਿਹੜੀ ਕਿ ਟਾਈਟੇਨੀਅਮ ਦੀ ਬਣੀ ਹੁੰਦੀ ਹੈ। ਸਾਡੀ ਬਾਡੀ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਅਸੈਪਟ ਕਰ ਲੈਂਦੀ ਹੈ। ਬਾਅਦ ਦੇ ਵਿੱਚ ਉਹਦੇ ਉੱਤੇ ਅਸੀਂ ਕੈਪਿੰਗ ਕਰ ਦਿੰਦੇ ਹਾਂ, ਜਿਹਨੂੰ ਕਰਾਊਨ ਕਹਿੰਦੇ ਆ। ਉਹ ਬਿਲਕੁਲ ਨੈਚੁਰਲ ਦੰਦ ਵਰਗਾ ਦੰਦ ਬਣ ਜਾਂਦਾ ਹੈ। ਹੁਣ ਜਦੋਂ ਤੁਸੀਂ ਉਹ ਕਰਾਉਂਦੇ ਹੋ ਤਾਂ ਉਹਦੇ 'ਤੇ ਵੀ ਖਰਚਾ ਆਏਗਾ, ਸਪੋਜ਼ 25000-30000 ਰੁਪਈਆ ਉਹਦੇ 'ਤੇ ਖਰਚਾ ਆਇਆ। ਸੋ ਜਿਹੜਾ ਖਰਚਾ ਸਾਡਾ 500 ਰੁਪਏ ਨਾਲ ਬਚ ਸਕਦਾ ਸੀ, ਉਹ ਸਾਡੀ ਅਣਗਹਿਲੀ ਕਰਕੇ 25-30 ਹਜ਼ਾਰ ਤੇ ਚਲਾ ਗਿਆ, 30,000 ਤੱਕ ਪਹੁੰਚ ਗਿਆ। ਸੋ ਡੈਂਟਲ ਟਰੀਟਮੈਂਟ ਨਹੀਂ ਮਹਿੰਗਾ, ਸਾਡੀ ਅਣਗਹਿਲੀ ਮਹਿੰਗੀ ਹੈ।
ਜੇ ਸਮੇਂ ਨਾਲ ਅਸੀਂ ਬਚਾਅ ਕਰਾਂਗੇ ਤਾਂ ਬਿਲਕੁਲ ਬਚਾਅ ਰਹੇਗਾ ਜੀ। ਕਈ ਇੱਕ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹੁੰਦੇ ਆ ਕਿ ਕਈ ਵਾਰੀ ਨਾ 2-3 ਦਿਨ ਮਹੀਨੇ 'ਚ 2-3 ਦਿਨ ਮਸੂੜਿਆਂ 'ਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ, ਬਾਕੀ ਦਿਨ ਫਿਰ ਠੀਕ ਹੋ ਜਾਂਦਾ ਹੈ ਨਾ। ਤੇ ਉਨੇ ਕੁ ਦਿਨਾਂ 'ਚ ਜਾਂ ਫਿਰ ਸਾਡੀ ਇੱਕ ਹੈਬਿਟ ਬਣ ਜਾਂਦੀ, ਅਸੀਂ 2 ਟਾਈਮ ਬਰੱਸ਼ ਕਰ ਲੈਂਦੇ ਹਾਂ, ਜਾਂ ਕਈ ਦੇਸੀ ਇਲਾਜ ਕਰਨੇ ਸ਼ੁਰੂ ਕਰ ਲੈਂਦੇ ਹਾਂ ਕਿ ਸਾਡੇ ਘਰਾਂ 'ਚ ਜਿਵੇਂ ਆਮ ਹੀ ਕਹਿ ਦਿੰਦੇ ਆ ਸਰੋਂ ਦੇ ਤੇਲ 'ਚ ਲੂਣ ਪਾ ਕੇ ਦੰਦਾਂ ਤੇ ਘਸਾ ਲਓ, ਬਲੱਡ ਆਉਣਾ ਬੰਦ ਹੋ ਜਾਏਗਾ, ਹੈ ਨਾ। ਤੇ ਇੱਕ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਕਿ ਅਸੀਂ 2 ਟਾਈਮ ਬਰੱਸ਼ ਕਰਦੇ ਹਾਂ, ਅਸੀਂ ਖਾਂਦੇ ਵੀ ਚੰਗਾ ਹੈ ਤੇ ਫਿਰ ਵੀ ਸਾਡੇ ਦੰਦ ਪੀਲੇ ਹੋ ਜਾਂਦੇ ਆ। ਇਹਨਾਂ ਚੀਜ਼ਾਂ ਦੇ ਕੀ ਕਾਰਨ ਹੋ ਸਕਦੇ ਆ? ਪਹਿਲਾਂ ਜਿਹੜਾ ਤੁਸੀਂ ਮਸੂੜਿਆਂ ਦੀ ਗੱਲ ਕੀਤੀ ਹੈ ਜੀ, ਉਹ ਤਾਂ ਜ਼ਿਆਦਾਤਰ ਸਾਡੇ ਖਾਣ ਪੀਣ ਦੇ ਉੱਤੇ ਡਿਪੈਂਡ ਹੈ ਜੀ। ਕੋਈ ਤੁਸੀਂ ਫਾਈਬਰਸ ਚੀਜ਼ ਖਾਧੀ, ਕੋਈ ਰੇਸ਼ੇਦਾਰ ਚੀਜ਼ ਖਾਧੀ, ਤੁਹਾਡੇ ਦੰਦਾਂ 'ਚ ਫਸ ਗਈ ਤੇ ਤੁਹਾਡੇ ਤੋਂ ਕਲੀਨ ਨਹੀਂ ਹੋਈ, ਸਾਫ਼ ਨਹੀਂ ਕਰ ਪਾਏ ਤੁਸੀਂ 24 ਘੰਟੇ, ਤਾਂ ਉੱਥੇ ਤੁਹਾਡੇ ਹਲਕੇ ਫੁਲਕੇ ਬੈਕਟੀਰੀਆ ਉਸ ਰੇਸ਼ੇ ਨੂੰ ਖਾਣ ਵਾਸਤੇ ਆਉਣਗੇ। ਜਿੱਥੇ ਬੈਕਟੀਰੀਆ ਪੈਦਾ ਹੋਏਗਾ ਉੱਥੇ ਇਨਫੈਕਸ਼ਨ ਹੋਏਗੀ, ਇਨਫੈਕਸ਼ਨ ਨਾਲ ਤੁਹਾਡਾ ਮਸੂੜਾ ਫੁੱਲੇਗਾ ਤਾਂ ਤੁਹਾਡੀ ਬਲੀਡਿੰਗ ਹੋਏਗੀ। ਸੋ ਉੱਥੇ ਤੁਸੀਂ ਫਲੌਸ ਕਰ ਸਕਦੇ ਹੋ, ਧਾਗੇ ਨਾਲ ਦੰਦਾਂ ਨੂੰ ਸਾਫ਼ ਕਰ ਸਕਦੇ ਹੋ, ਬਹੁਤ ਅੱਛਾ ਇੱਕ ਇਹ ਹੈ। ਜਾਂ ਫਿਰ ਇੰਟਰਡੈਂਟਲ ਬਰਸ਼ਿਜ਼ ਆਉਂਦੇ ਆ, ਪਤਲੇ ਬਰਸ਼ ਹੁੰਦੇ ਆ, ਤੁਸੀਂ 2 ਦੰਦਾਂ ਦੇ ਵਿਚਕਾਰ ਉਹਨੂੰ ਮਾਰ ਕੇ ਸਾਫ਼ ਕਰ ਸਕਦੇ ਹੋ। ਜਿੱਦਾਂ ਹੀ ਤੁਸੀਂ ਦੰਦਾਂ ਦੇ ਵਿਚਕਾਰ ਉਹ ਗੰਦਗੀ ਕੱਢੋਗੇ, ਤੁਹਾਡੇ ਮਸੂੜੇ ਬਲੱਡ ਆਉਣਾ ਬੰਦ ਹੋ ਜਾਏਗਾ ਜੀ। ਇਹ ਉਹ ਗੱਲ ਹੋ ਗਈ ਕਿ 1-2 ਦਿਨਾਂ ਲਈ ਜਿਹੜਾ ਆਉਂਦਾ ਹੈਗਾ। ਤੇ ਮਸਾਜ ਦੀ ਗੱਲ, ਜਿਹੜੀ ਤੁਸੀਂ ਲੂਣ ਪਾ ਕੇ ਮਸਾਜ ਦੀ ਗੱਲ ਕੀਤੀ ਹੈ, ਉਹਦਾ ਮਕਸਦ ਮਸਾਜ ਦਾ ਹੀ ਹੁੰਦਾ ਕਿ ਜਦੋਂ ਅਸੀਂ ਪ੍ਰੈਸ ਕਰਦੇ ਹਾਂ ਤਾਂ ਪ੍ਰੈਸ਼ਰ ਨਾਲ ਉਹ ਕਈ ਵਾਰੀ ਰੇਸ਼ਾ ਨਿਕਲ ਜਾਂਦਾ ਹੈ, ਤਾਂ ਇਸ ਕਰਕੇ ਇਹਨੂੰ ਪ੍ਰਚਲਿਤਤਾ ਮਿਲੀ ਹੋਈ ਹੈ ਇਸ ਗੱਲ ਨੂੰ। ਤੁਸੀਂ ਬਰਸ਼ ਕਰ ਸਕਦੇ ਹੋ, ਤੁਸੀਂ ਟੁੱਥਪਿਕ ਨਾਲ ਵੀ ਟਰਾਈ ਕਰ ਸਕਦੇ ਹੋ। ਵੈਸੇ ਮੈਂ ਮਨਾ ਕਰਾਂਗਾ ਕਿ ਟੁੱਥਪਿਕ ਸਾਨੂੰ ਨਹੀਂ ਯੂਜ਼ ਕਰਨੀ ਚਾਹੀਦੀ, ਕਿਉਂਕਿ ਟੁੱਥਪਿਕ ਜਿਹੜੀ ਹੈ ਕੋਈ ਬਹੁਤ ਸਟੇਰਾਈਲ ਨਹੀਂ ਹੁੰਦੀ, ਬਹੁਤ ਕੋਈ ਉਬਾਲਿਆ ਹੋਇਆ ਤੁਹਾਡਾ ਸੰਦ ਨਹੀਂ ਹੁੰਦਾ, ਉਹਦੇ 'ਤੇ ਉਸਦੀ ਟਿਪ 'ਤੇ ਹਜ਼ਾਰਾਂ ਬੈਕਟੀਰੀਆ ਬੈਠੇ ਆ। ਤੁਸੀਂ ਉਹਨੂੰ ਜਦੋਂ ਟੁੱਥਪਿਕ ਨੂੰ ਟੱਚ ਕਰਦੇ ਹੋ ਆਪਣੇ ਮਸੂੜੇ 'ਤੇ, ਉੱਥੇ ਬਲੀਡਿੰਗ ਆਉਂਦੀ ਹੈ, ਉਹ ਬੈਕਟੀਰੀਆ ਤੁਹਾਡੇ ਬਲੱਡ ਦੇ ਵਿੱਚ ਟਰੈਵਲ ਕਰਕੇ ਤੁਹਾਨੂੰ ਕੋਈ ਬਿਮਾਰੀ ਕਰ ਸਕਦੇ ਆ। ਤੇ ਦੂਸਰੀ ਗੱਲ ਤੁਸੀਂ ਕੀਤੀ ਕਿ ਦੰਦ ਲੋਕੀ ਕਹਿੰਦੇ ਕਿ ਅਸੀਂ 2 ਵਾਰੀ ਬਰਸ਼ ਕਰਦੇ ਹਾਂ ਫਿਰ ਵੀ ਪੀਲੇ ਆ। ਹਾਂਜੀ। ਜਿਹੜੇ ਦੰਦ ਪੀਲੇ ਆ ਭੈਣ ਜੀ, ਇਹਦੇ 2 ਮੁੱਖ ਤਰ੍ਹਾਂ ਦੇ ਪੀਲੇ ਦੰਦ ਹੁੰਦੇ ਆ। ਇੱਕ ਇੰਟਰਨਲ ਸਟੇਨਸ ਹੁੰਦੇ ਆ, ਇੱਕ ਐਕਸਟਰਨਲ ਸਟੇਨਸ ਹੁੰਦੇ ਆ। ਇੰਟਰਨਲ ਸਟੇਨਸ ਦਾ ਮਤਲਬ ਹੋ ਗਿਆ ਕਿ ਦੰਦ ਅੰਦਰੋਂ ਹੀ ਪੀਲਾ ਹੈ। ਹਾਂਜੀ। ਤੁਸੀਂ ਉਹਨੂੰ ਬਾਹਰੋਂ ਜਿੰਨਾ ਮਰਜ਼ੀ ਰਗੜੀ ਜਾਓ, ਉਹ ਨਹੀਂ ਹੋ ਸਕਦਾ ਸਾਫ਼। ਇਹ ਮਤਲਬ ਓਨਾ ਹੀ ਹੈ ਵੀ ਕਾਲੇ ਰੰਗ ਦੇ ਬੰਦੇ ਨੂੰ ਤੁਸੀਂ ਜਿੰਨਾ ਮਰਜ਼ੀ ਸਾਬਣ ਨਾਲ ਨਮਾਈ ਜਾਓ, ਨਹੀਂ ਸਾਫ਼ ਹੋਏਗਾ, ਗੋਰਾ ਹੋਏਗਾ। ਤੇ ਇੱਕ ਹੈ ਕਿ ਤੁਹਾਡਾ ਦੰਦ ਹੈ ਕਿ ਉਹਦੇ ਆਲੇ ਦੁਆਲੇ ਇੱਕ ਗੰਦਗੀ ਚਿੰਬੜੀ ਹੋਈ ਹੈ, ਤੁਸੀਂ ਬਰਸ਼ ਨਹੀਂ ਪ੍ਰੋਪਰ ਕਰ ਰਹੇ, ਦੰਦ ਦੇ ਉੱਤੇ ਇੱਕ ਪਰਤ ਜੰਮ ਗਈ ਹੈ, ਉਹ ਪੀਲੀ ਹੋ ਗਈ ਹੈ, ਹੌਲੀ ਹੌਲੀ ਉਹ ਡਾਰਕ ਬਰਾਊਨ ਹੋ ਗਈ ਹੈ। ਉਹਦਾ ਇਲਾਜ ਹੈ, ਤੁਸੀਂ ਡਾਕਟਰ ਕੋਲ ਜਾਓਗੇ, ਦੰਦਾਂ ਦੀ ਸਫਾਈ ਕਰੇਗਾ, ਉਹ ਗੰਦਗੀ ਦੀ ਪਰਤ ਉਤਰ ਜਾਏਗੀ, ਤੁਹਾਡੇ ਦੰਦਾਂ ਦਾ ਜੋ ਨੇਚੁਰਲ ਕਲਰ ਹੈ, ਕੁਦਰਤੀ ਰੰਗ ਆ, ਉਹ ਬਾਹਰ ਆ ਜਾਏਗਾ। ਹਾਂਜੀ। ਜਿਹੜਾ ਨੈਚੁਰਲ ਕਲਰ ਹੈ ਤੁਹਾਡੇ ਦੰਦਾਂ ਦਾ, ਇਹ ਡਿਪੈਂਡ ਕਰਦਾ ਹੈ ਤੁਹਾਡੇ ਮਤਲਬ ਜੈਨੇਟਿਕਸ ਦੇ ਉੱਤੇ, ਤੁਹਾਡੇ ਜੀਨਸ ਦੇ ਉੱਤੇ, ਤੁਹਾਡੇ ਪੇਰੈਂਟਸ ਦੇ ਦੰਦ ਕਿਸ ਤਰ੍ਹਾਂ ਦੇ ਨੇ। ਤੁਹਾਡਾ ਕਲਰ ਕਈ ਤੁਸੀਂ ਦੇਖਿਆ, ਜੇ ਅਸੀਂ ਸੰਸਾਰ ਦੇ ਵਿੱਚ ਦੇਖੀਏ, ਜਿਹੜੇ ਯੂਰਪੀਅਨਸ ਨੇ ਉਹ ਬਹੁਤ ਗੋਰੇ ਹੈ ਪਰ ਉਹਨਾਂ ਦੇ ਦੰਦ ਪੀਲੇ ਹੈ। ਜਿਹੜੇ ਕਾਲੇ ਹੈ ਵੈਸਟ ਇੰਡੀਜ਼ ਤੇ ਤੁਸੀਂ ਦੇਖੋ, ਉਹਨਾਂ ਦੇ ਦੰਦ ਬਹੁਤ ਚਮਕਦੇ ਜੀ, ਉਹਨਾਂ ਦੇ ਰੰਗ ਕਾਲੇ ਆ ਪਰ ਉਹਨਾਂ ਦੇ ਦੰਦ ਬਹੁਤ ਗੋਰੇ ਆ। ਸੋ ਇਹ ਜੀਨਸ ਦੇ ਉੱਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ। ਹੁਣ ਜਿਹੜੇ ਤਾਂ ਬਾਹਰ ਸਟੇਨ ਸੀਗੇ, ਉਹ ਤਾਂ ਅਸੀਂ ਦੰਦਾਂ ਦੀ ਸਫਾਈ ਨਾਲ, ਸਕੇਲਿੰਗ ਕਹਿੰਦੇ ਆ ਇਹਨੂੰ, ਸਕੇਲਿੰਗ ਐਂਡ ਪਾਲਿਸ਼ਿੰਗ, ਸੋ ਇਹ ਇਲਾਜ ਨਾਲ ਆਪਾਂ ਸਾਫ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਤੁਸੀਂ ਬਰਸ਼ਿੰਗ ਨਾਲ ਇਹਨਾਂ ਨੂੰ ਮੇਨਟੇਨ ਕਰ ਸਕਦੇ ਹੋ। ਪਰ ਜਿਹੜੇ ਇੰਟਰਨਲ ਸਟੇਨਸ ਨੇ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਇੰਟਰਨਲ ਸਟੇਨਸ ਦਾ ਮਤਲਬ ਹੋਗਾ ਕਿ ਤੁਹਾਡੇ ਦੰਦ ਜਦੋਂ ਬਣ ਰਹੇ ਸੀ, ਉਹਨਾਂ ਦੀ ਬਣਤਰ ਦੇ ਵਿੱਚ ਹੀ, ਪਰਤ ਦੇ ਅੰਦਰ ਹੀ ਦੰਦਾਂ ਦਾ ਰੰਗ ਹੈ ਜਿਹੜਾ ਉਹ ਯੈਲੋ ਹੋ ਗਿਆ ਹੈਗਾ। ਉਹਨੂੰ ਵਾਈਟ ਕਰਨ ਦੇ 2-3 ਤਰੀਕੇ ਹੈ। ਇੱਕ ਤੇ ਡੈਂਟਲ ਬਲੀਚਿੰਗ, ਤੁਸੀਂ ਸੁਣਿਆ ਹੋਣਾ ਕਿ ਦੰਦਾਂ ਤੁਸੀਂ ਡੈਂਟਿਸਟ ਕੋਲ ਜਾਂਦੇ ਹੋ, ਡੈਂਟਲ ਬਲੀਚ ਕਰਾਉਂਦੇ ਹੋ ਜਾਂਦੇ ਉਹਦੇ ਨਾਲ ਵਾਈਟ ਕੁਛ ਹੱਦ ਤੱਕ ਹੋ ਜਾਂਦੇ ਆ, ਬਟ ਦੈਟ ਇਜ਼ ਨਾਟ ਅ ਪਰਮਾਨੈਂਟ ਸੋਲਿਊਸ਼ਨ। 2-4 ਮਹੀਨਿਆਂ ਲਈ ਤੁਹਾਨੂੰ ਥੋੜ੍ਹਾ ਮਿਲਦਾ, ਬਟ ਉਹ ਹੌਲੀ ਹੌਲੀ ਦੁਬਾਰਾ ਤੁਹਾਡਾ ਨੈਚੁਰਲ ਸ਼ੇਡ ਆ ਜਾਂਦਾ ਹੈਗਾ। ਫਿਰ ਇੱਕ ਡੈਂਟਲ ਵੈਨੀਅਰਿੰਗ ਕਹਿੰਦੇ ਆ, ਸਮਾਈਲ ਡਿਜ਼ਾਈਨਿੰਗ ਕਹਿੰਦੇ ਆ, ਕਿ ਦੰਦਾਂ ਦੇ ਉੱਪਰ ਅਸੀਂ ਇੱਕ ਨਵੀਂ ਪਰਤ ਬਣਾ ਦਿੰਦੇ ਹਾਂ। ਡੈਂਟਲ ਵੈਨੀਅਰਿੰਗ, ਉਹਦੇ ਨਾਲ ਤੁਹਾਡੇ ਦੰਦਾਂ ਦੀ ਪਰਤ ਹੀ ਬਦਲ ਦਿੰਦੇ ਆ, ਉਹ ਪੂਰੀ ਵਾਈਟ ਲੱਗ ਜਾਂਦੀ ਹੈ, ਉਹ ਫੋਰ ਐਵਰ ਸਟੇ ਕਰਦੀ ਹੈ ਤੁਹਾਡੇ। ਤੁਸੀਂ ਜਿਵੇਂ ਮਰਜ਼ੀ ਬਰਸ਼ ਕਰ ਸਕਦੇ ਹੋ, ਜਾਂ ਫਿਰ ਅਸੀਂ ਤੁਹਾਡੇ ਦੰਦਾਂ ਨੂੰ ਕੈਪਿੰਗ ਕਰ ਸਕਦੇ ਹਾਂ ਜੇ ਬਹੁਤ ਜ਼ਿਆਦਾ ਖ਼ਰਾਬ ਨੇ। ਉਹਦੇ ਨਾਲ ਵੀ ਤੁਹਾਡੇ ਦੰਦਾਂ ਦਾ ਜਿਹੜਾ ਪੀਲਾਪਣ ਹੈ ਜਾਂ ਡਾਰਕ ਹੈ, ਜਿਸ ਤਰ੍ਹਾਂ ਸਾਡਾ ਬਠਿੰਡਾ, ਮਾਨਸਾ ਬੈਲਟ ਹੋ ਗਈ, ਇਸ ਸਾਈਡ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਫਲੋਰੋਸਿਸ ਦੀ ਬਹੁਤ ਪ੍ਰੋਬਲਮ ਹੈ, ਕਿਉਂਕਿ ਉੱਧਰ ਪਾਣੀ ਦੇ ਵਿੱਚ ਫਲੋਰਾਈਡ ਕੰਟੈਂਟ ਬਹੁਤ ਜ਼ਿਆਦਾ ਹੈ। ਫਲੋਰੋਸਿਸ ਨਾਲ ਉਹ ਦੰਦ ਉਹਨਾਂ ਦੇ ਡਾਰਕ ਬਰਾਊਨ, ਕਈਆਂ ਦੇ ਤਾਂ ਬਹੁਤ ਜ਼ਿਆਦਾ ਕਾਲੇ ਹੋਏ ਹੁੰਦੇ ਆ।
ਸੋ ਉਹਨਾਂ ਦੇ ਕੇਸ 'ਚ ਸਾਨੂੰ ਜ਼ਿਆਦਾਤਰ ਕਈ ਵਾਰੀ ਦੰਦਾਂ ਨੂੰ ਕਰਾਊਨ ਦੇਣਾ ਪੈਂਦਾ ਹੈ, ਜਿਹਨੂੰ ਕੈਪਿੰਗ ਕਹਿੰਦੇ ਆ, ਤਾਂ ਜੋ ਉਹ ਦੰਦ ਭੁਰਨ ਨਾ। ਤੇ ਬਾਹਰਲੀ ਪਰਤ ਜਿਹੜੀ ਇਨੈਮਲ ਹੈ ਉਹਨਾਂ ਦੀ ਹੁੰਦੀ ਨਹੀਂ ਹੈ ਪ੍ਰੋਪਰ, ਤੇ ਅਸੀਂ ਉਹ ਲੇਅਰ ਜਦੋਂ ਕੈਪ ਕਰ ਦਿੰਦੇ ਆ ਤਾਂ ਉਹਦੇ ਨਾਲ ਉਹ ਬਿਹਤਰ ਹੋ ਜਾਂਦੇ ਆ ਤੇ ਵਾਈਟ ਵੀ ਦਿਖਦੇ ਆ ਜੀ। ਹਾਂਜੀ। ਇੰਟਰਨਲ ਸਟੇਨਸ ਦੇ 2-3 ਕਾਰਨ ਜਿਹੜੇ ਮੈਂ ਤੁਹਾਨੂੰ ਦੱਸਣੇ ਚਾਹੂੰਗਾ ਉਹ ਇਹ ਹੁੰਦੇ ਆ ਕਿ ਜਾਂ ਤਾਂ ਜਦੋਂ ਮਦਰ ਪ੍ਰੈਗਨੈਂਟ ਹੈ ਉਹ ਕੋਈ ਇੱਦਾਂ ਦੀਆਂ ਦਵਾਈਆਂ ਤਾਂ ਨਹੀਂ ਲੈ ਰਹੀ ਜਿਹੜੇ ਕਿ ਬੱਚੇ ਦੀ ਡਿਵੈਲਪਮੈਂਟ ਦੇ ਉੱਤੇ ਅਸਰ ਪਾ ਰਹੀਆਂ ਨੇ, ਜਾਂ ਫਿਰ ਬੱਚਾ ਹੋਣ ਤੋਂ ਬਾਅਦ ਉਹ ਬੱਚਾ ਕਿਸ ਤਰ੍ਹਾਂ ਦਾ ਖਾਣਾ ਖਾ ਰਿਹਾ ਹੈ, ਫੁੱਲਰਾਈਡ ਤਾਂ ਨਹੀਂ ਬਹੁਤ ਜ਼ਿਆਦਾ ਉਹਦੇ ਪਾਣੀ 'ਚ ਜਿਹੜਾ ਉਹ ਪਾਣੀ ਪੀ ਰਿਹਾ ਹੈ, ਜਾਂ ਬਚਪਨ 'ਚ ਕੋਈ ਇੱਦਾਂ ਦੀ ਐਂਟੀਬਾਇਓਟਿਕਸ ਤਾਂ ਨਹੀਂ ਖਾ ਰਿਹਾ ਜਿਵੇਂ ਅੱਜ ਕਾਫੀ ਸਾਲ ਪਹਿਲਾਂ ਟੈਟਰਾਸਾਈਕਲਿਨ ਦਵਾਈ ਦਿੱਤੀ ਜਾਂਦੀ ਸੀ। ਸੋ ਟੈਟਰਾਸਾਈਕਲਿਨ ਸਟੇਨਸ ਦੇ ਨਾਂ 'ਤੇ ਇੱਕ ਹੈ, ਉਹ ਦੰਦਾਂ ਦੇ ਅੰਦਰ ਹੀ ਦੰਦਾਂ ਦਾ ਰੰਗ ਬਦਲ ਦਿੰਦਾ ਹੈ। ਸੋ ਜੇ ਇੰਟਰਨਲ ਸਟੇਨਸ ਨੇ ਤਾਂ ਉਹਨਾਂ ਨੂੰ ਵੀ ਠੀਕ ਕੀਤਾ ਜਾ ਸਕਦਾ, ਤੁਹਾਨੂੰ ਆਪਣੇ ਡੈਂਟਿਸਟ ਨੂੰ ਕੰਸਲਟ ਕਰਨਾ ਚਾਹੀਦਾ, ਉਹ ਤੁਹਾਡੀ ਪਰਤ ਬਦਲ ਦੇਣਗੇ। ਜੇ ਬਾਹਰੇ ਸਟੇਨਸ ਨੇ, ਬਾਹਰੋਂ ਖਰਾਬ ਨੇ, ਫਿਰ ਦੰਦਾਂ ਦੀ ਸਫਾਈ ਕਰਾਓ, ਉਹਨਾਂ ਨੂੰ ਪੋਲਿਸ਼ ਕਰਨਗੇ ਤੁਹਾਡੇ ਡੈਂਟਿਸਟ ਤੇ ਤੁਸੀਂ ਇੰਜੋਏ ਕਰ ਸਕਦੇ ਹੋ। ਇੱਕ ਚੀਜ਼ ਹੋਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਜਾੜ +1 'ਚ ਸੀ ਜਦੋਂ ਮੈਂ ਕਢਾਈ ਹੈ ਨਾ, ਕਿਉਂਕਿ ਜਾੜ ਬਹੁਤ ਜ਼ਿਆਦਾ ਦਰਦ ਕਰ ਰਹੀ ਸੀ ਤੇ ਘਰਦਿਆਂ ਨੂੰ ਲੱਗਿਆ ਕਿ ਇਹੀ ਇੱਕ ਤਰੀਕਾ। ਤੇ ਕਈ ਵਾਰ ਡਾਕਟਰ ਵੀ ਤੁਹਾਨੂੰ ਗਾਈਡ ਨਹੀਂ ਕਰਦੇ ਕਿ ਇਸ ਦੰਦ ਨੂੰ ਬਚਾ ਸਕਦੇ ਆ ਜਾਂ ਇਸ ਦੰਦ ਨੂੰ ਕਢਾਉਣ ਦੀ ਹਲੇ ਜ਼ਰੂਰਤ ਨਹੀਂ, ਹੈ ਨਾ। ਤੇ ਬਹੁਤ ਸਾਰੇ ਲੋਕਾਂ ਨਾਲ ਇਹ ਤਜਰਬੇ ਹੋਏ ਹੋਣਗੇ। ਜਦੋਂ ਆਪਾਂ ਦੰਦ ਕਢਾ ਦਿੰਦੇ ਆ ਕਿ ਉਹਦੀ ਜਗ੍ਹਾ ਤੇ ਦੰਦ ਲਵਾਉਣਾ ਲਾਜ਼ਮੀ ਹੁੰਦਾ, ਜਾਂ ਮੈਂ ਜਿਵੇਂ ਹੁਣ ਤੁਹਾਨੂੰ ਦੱਸਿਆ ਕਿ ਇੰਨੇ ਸਾਲ ਤੋਂ ਮੇਰੀ ਉਹ ਜਗ੍ਹਾ ਖਾਲੀ ਹੈ ਨਾ, ਜੇ ਆਪਾਂ ਉਸ ਜਗ੍ਹਾ ਨੂੰ ਖਾਲੀ ਰੱਖਦੇ ਹਾਂ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੋ ਸਕਦਾ? ਜੀ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਈ ਜੀ, ਮੇਰੀ ਧਰਮ ਪਤਨੀ ਹੈ ਜਿਹੜੀ ਡਾਕਟਰ ਪਰਵੀਨ, ਹਾਂਜੀ, ਉਹ ਵੀ ਕਾਲਜ 'ਚ ਜਦੋਂ ਪੜ੍ਹਦੀ ਹੁੰਦੀ ਸੀ ਉਹਦੇ ਵੀ ਦਰਦ ਹੋਇਆ ਤੇ ਹੌਸਟਲ ਦਾ ਫੋਨ ਕੀਤਾ ਤੇ ਇਹਦੇ ਪੇਰੈਂਟਸ ਆਏ, ਡਾਕਟਰ ਕੋਲ ਲੈ ਗਏ, ਉਹਨਾਂ ਨੇ ਉਹਦੀ ਜਾੜ ਪੱਟਤੀ। ਹਾਂਜੀ। ਤੇ ਫਿਰ ਥੋੜੇ ਦਿਨਾਂ ਬਾਅਦ ਦੂਜੀ ਜਾੜ 'ਚ ਦਰਦ ਹੋਇਆ, ਉਹ ਵੀ ਪੱਟਤੀ। ਉਹ ਬਾਅਦ 'ਚ ਹੁਣ ਮੈਂ ਡੈਂਟਲ ਇੰਪਲਾਂਟ ਕੀਤੇ ਆ। ਸੋ ਦੂਸਰੀ ਗੱਲ, ਜਿਹੜਾ ਤੁਸੀਂ ਸਵਾਲ ਕੀਤਾ ਕਿ ਜੇ ਤੁਸੀਂ ਦੰਦ ਕਢਾ ਲਿਆ ਕੀ ਉਹ ਦੰਦ ਲਗਵਾਉਣਾ ਜ਼ਰੂਰੀ ਹੈ ਕਿ ਨਹੀਂ ਹੈ, ਉਹ ਦੰਦ ਲਗਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦਾ ਮੈਂ ਤੁਹਾਨੂੰ ਐਗਜ਼ਾਮਪਲ ਇਸ ਤਰ੍ਹਾਂ ਦਿੰਦਾ ਕਿ ਜਦੋਂ ਸਾਡੇ ਦੰਦ ਹੈਗੇ ਆ ਤਾਂ ਅਸੀਂ ਸੱਜੇ ਪਾਸੇ ਤੇ ਖੱਬੇ ਪਾਸੇ ਦੋਨੇ ਪਾਸੇ ਬਰਾਬਰ ਖਾਣਾ ਵੰਡ ਕੇ ਖਾਂਦੇ ਹਾਂ। ਜੇ 100% ਨੂੰ ਅਸੀਂ ਮੰਨਦੇ 50% ਅਸੀਂ ਖਾਣਾ ਇੱਧਰ ਖਾਂਦੇ ਇੱਧਰ ਖਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਦੋਨੋਂ ਸਾਈਡਾਂ ਹੀ ਯੂਜ਼ ਕਰਦੇ ਹਾਂ। ਜਦੋਂ ਇੱਕ ਦੰਦ ਅਸੀਂ ਕੋਈ ਵੀ ਦੰਦ ਕਢਾ ਦਿੰਦੇ ਹਾਂ ਤਾਂ ਇੱਕ ਸਾਈਡ ਤੋਂ ਪ੍ਰੋਪਰਲੀ ਖਾਣਾ ਨਹੀਂ ਖਾਧਾ ਜਾਂਦਾ, ਤੇ ਜਿਹੜੀ ਸਾਡੀ ਜੀਭ ਹੈ ਇਹਦਾ ਕੰਮ ਹੋਏਗਾ ਬੈਲੈਂਸ ਕਰਨਾ। ਇਹ ਜਿਸ ਪਾਸੇ ਤੁਹਾਡਾ ਖਾਣਾ ਵਧੀਆ ਚਬਾਇਆ ਜਾਏਗਾ ਉਸ ਪਾਸੇ ਖਾਣੇ ਨੂੰ ਲੈ ਕੇ ਜਾਏਗੀ। ਸੋ ਜਿਸ ਪਾਸੇ ਤੁਹਾਡੇ ਦੰਦ ਪੂਰੇ ਨੇ ਉਸ ਪਾਸੇ ਤੁਸੀਂ ਖਾਣਾ ਚਬਾਉਣ ਲੱਗ ਜਾਂਦੇ ਹੋ, ਬਜਾਏ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਅਨਕੌਂਸ਼ੀਅਸਲੀ ਇੱਕੋ ਸਾਈਡ ਤੇ ਖਾਣਾ ਚਬਾ ਕੇ ਇੱਕ ਸਾਈਡ ਦੇ ਮਸਲਸ ਤੱਕ ਵਰਕ ਕਰ ਰਹੇ ਨੇ, ਦੂਸਰੇ ਪਾਸੇ ਦੇ ਮਸਲਸ ਤੁਹਾਡੇ ਜਦੋਂ ਕੰਮ ਨਹੀਂ ਕੋਈ ਕਰਦਾ, ਵਿਹਲਾ ਰਹਿੰਦਾ ਮਸਲ, ਤਾਂ ਉਹ ਮਸਲ ਦੇ ਵਿੱਚ ਤਾਕਤ ਨਹੀਂ ਰਹਿੰਦੀ। ਇੱਕ ਸਾਈਡ ਦੇ ਮਸਲ ਟਾਈਟ ਹੋ ਜਾਂਦੇ ਨੇ, ਇੱਕ ਸਾਈਡ ਦੇ ਮਸਲ ਢਿੱਲੇ ਹੋ ਜਾਂਦੇ ਨੇ। ਜਿਸ ਸਾਈਡ ਦੇ ਮਸਲ ਟਾਈਟ ਹੋਣਗੇ ਉਸ ਸਾਈਡ ਦਾ ਫੇਸ ਤੁਹਾਡਾ ਟਾਈਟ ਰਹੇਗਾ, ਜਿਸ ਸਾਈਡ ਤੁਸੀਂ ਖਾਣਾ ਨਹੀਂ ਖਾ ਰਹੇ ਉਸ ਸਾਈਡ ਦਾ ਫੇਸ ਤੁਹਾਨੂੰ ਸੁੱਜਿਆ ਮਹਿਸੂਸ ਹੋਏਗਾ, ਵੱਡਾ ਮਹਿਸੂਸ ਹੋਏਗਾ। ਜਿਸ ਸਾਈਡ ਤੁਸੀਂ ਜ਼ਿਆਦਾ ਖਾਣਾ ਖਾ ਰਹੇ ਹੋ ਉਸ ਸਾਈਡ ਨੂੰ ਜਦੋਂ ਸਮਾਈਲ ਕਰੋਗੇ ਤਾਂ ਫੇਸ ਤੁਹਾਡਾ ਟਰਨ ਹੋਏਗਾ। ਸੋ ਇੱਕ ਤਰ੍ਹਾਂ ਦੀ ਫੇਸ਼ੀਅਲ ਐਸਿਮੈਟਰੀ ਵੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਕੁਝ ਸਾਲਾਂ ਬਾਅਦ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਨੂੰ ਫੇਸ ਇਹਦਾ ਜਾ ਰਿਹਾ ਹੈ। ਹਾਂਜੀ। ਦੂਸਰੀ ਸਮੱਸਿਆ, ਜਿਹੜੀ ਵੱਡੀ ਸਮੱਸਿਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜ਼ਿਆਦਾਤਰ ਲੋਕਾਂ ਨੂੰ ਨਹੀਂ ਮਹਿਸੂਸ ਹੁੰਦਾ, ਉਹਨੂੰ ਕਹਿੰਦੇ ਨੇ TMJ ਡਿਸਆਰਡਰਸ, ਟੈਂਪੋਰੋ ਮੈਂਡੀਬੂਲਰ ਜੁਆਇੰਟ ਡਿਸਆਰਡਰਸ। ਸਾਡੀ ਬਾਡੀ ਦੇ ਵਿੱਚ ਜਿੰਨੇ ਵੀ ਜੋੜ ਨੇ ਤੁਸੀਂ ਉਹਨੂੰ ਕੱਲਾ ਹਿਲਾ ਸਕਦੇ ਹੋ। ਮੈਂ ਇਸ ਹੱਥ ਨੂੰ ਹਿਲਾ ਸਕਦਾ, ਇਹ ਆਰਾਮ ਨਾਲ ਬੈਠਾ ਮੈਨੂੰ ਹਿਲਾ ਰਿਹਾ, ਮੈਂ ਆਪਣਾ ਮੋਢਾ ਹਿਲਾ ਰਿਹਾ, ਕੂਹਣੀ ਹਿਲਾ ਰਿਹਾ, ਇਹ ਨਹੀਂ ਹਿਲ ਰਿਹਾ। ਇੱਕ ਗੋਡਾ ਹਿਲਾ ਸਕਦਾ, ਇਹ ਨਹੀਂ ਹਿਲਾ ਸਕਦਾ। ਪਰ ਤੁਸੀਂ ਇੱਕ ਪਾਸੇ ਦਾ ਜਵਾੜਾ ਨਹੀਂ ਹਿਲਾ ਸਕਦੇ। ਹਾਂਜੀ, ਤੁਹਾਨੂੰ ਦੋਨੇ ਜਵਾੜੇ ਤੁਹਾਡੇ ਖੁੱਲਣਗੇ, ਬੰਦ ਹੋਣਗੇ। ਬਿਲਕੁਲ। ਸੋ ਜਦੋਂ ਤੁਸੀਂ ਇੱਕ ਸਾਈਡ ਤੇ ਖਾਣਾ ਖਾ ਰਹੇ ਹੋ, ਇੱਕ ਪਾਸੇ ਤੁਸੀਂ ਚਬਾ ਰਹੇ ਹੋ, ਜਵਾੜਾ ਤੁਹਾਡਾ ਦੋਨੋਂ ਚੱਲ ਰਿਹਾ, ਪਰ ਇੱਕ ਪਾਸੇ ਦੇ ਮਸਲ ਕੰਮ ਨਹੀਂ ਤੁਹਾਡੇ ਕਰ ਰਹੇ। ਇੱਕ ਪਾਸੇ ਦੇ ਮਸਲ ਤੁਹਾਡੇ ਟਾਈਟ ਹੋ ਜਾਂਦੇ ਆ। ਜਿਹੜੇ ਤੁਹਾਡੇ ਮਸਲਸ ਨੇ, ਮੈਸਟਰੀਗੇਟਰੀ ਮਸਲਸ ਨੇ, ਖਾਣਾ ਖਾਣ 'ਚ ਜਿਹੜੇ ਮਸਲ ਤੁਹਾਡੇ ਹੈਲਪ ਕਰਦੇ ਆ, ਉਹ ਤੁਹਾਡੇ ਟਾਈਟ ਹੋ ਜਾਂਦੇ ਆ। ਉਹ ਵਾਲੇ ਮਸਲਸ ਤੁਹਾਡੀ ਗਰਦਨ ਨਾਲ ਵੀ ਜੁੜੇ ਹੋਏ ਆ, ਪਿੱਛੋਂ ਤੁਹਾਡੇ ਗਰਦਨ ਦੇ ਮਸਲ ਤੁਹਾਡੇ ਸ਼ੋਲਡਰ ਨਾਲ ਵੀ ਜੁੜੇ ਹੋਏ ਆ। ਸੋ ਇਹ ਸਾਰੇ ਮਸਲਸ ਹੀ ਟਾਈਟ ਹੋ ਜਾਂਦੇ ਆ। ਜਿਹੜੇ ਮਸਲ ਤੁਹਾਡੀ ਗਰਦਨ ਨਾਲ ਜੁੜੇ ਹੋਏ ਆ ਉਹ ਤੁਹਾਡੇ ਵਰਟੀਬਰਾਸ ਨਾਲ ਜੁੜੇ ਹੋਏ ਆ, ਜਿਹਨੂੰ ਅਸੀਂ ਰੀੜ੍ਹ ਦੀ ਹੱਡੀ ਦੇ ਮਣਕੇ ਕਹਿ ਦਿੰਦੇ ਹਾਂ। ਕਿਤੇ ਨਾ ਕਿਤੇ ਪ੍ਰੈਸ਼ਰ ਉੱਥੇ ਵੀ ਜਾਂਦਾ ਟਾਈਟ ਹੋ ਕੇ। ਸੋ ਜਦੋਂ ਉੱਥੇ ਪ੍ਰੈਸ਼ਰ ਜਾਂਦਾ ਤਾਂ ਤੁਹਾਡੀ ਸਪਾਈਨਲ ਕਾਰਡ ਦੇ ਉੱਤੇ ਹਲਕਾ ਫੁਲਕਾ ਪ੍ਰੈਸ਼ਰ ਪੈਂਦਾ ਹੈ।
ਜਿਹਦੇ ਨਾਲ ਕਿ ਤੁਹਾਨੂੰ ਸਪਾਈਨਲ ਕਾਰਡ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਜਿਹਨੂੰ ਸਰਵਾਈਕਲ ਕਹਿ ਦਿੰਦੇ ਆ, ਸਰਵਾਈਕਲ ਸਪੌਂਡਲੋਸਿਸ ਹੋ ਗਿਆ, ਸ਼ੋਲਡਰ ਪੇਨ ਹੋ ਗਿਆ, ਚੱਕਰ ਆਣੇ ਹੋ ਗਿਆ, ਈਵਨ ਤੱਕ ਕਿ ਮਾਈਗ੍ਰੇਨ ਦੇ ਵੀ ਕਈ ਕੇਸਿਸ ਇਹਦੇ ਨਾਲ ਰਿਲੇਟਡ ਨੇ। ਤੁਸੀਂ ਬਹੁਤ ਸਾਰਾ ਸੁਣਿਆ ਹੋਣਾ ਲੋਕਾਂ ਨੂੰ ਕਿ ਇਹਨੂੰ ਸਰਵਾਈਕਲ ਹੈ, ਕਈ ਡਾਕਟਰਾਂ ਨੂੰ ਦਿਖਾ ਲਿਆ, MRI ਵੀ ਕਰਾ ਲਈ ਤੇ ਡਾਕਟਰ ਕਹਿੰਦੇ ਨੇ ਕਿ ਕੁਝ ਆਇਆ ਨਹੀਂ ਹੈ ਐਕਸ-ਰੇਜ਼ ਦੇ ਵਿੱਚ ਜਾਂ MRIs ਦੇ ਵਿੱਚ। ਤੁਸੀਂ ਜਦੋਂ ਉਹਨਾਂ ਦਾ ਚੈੱਕ ਕਰੋਗੇ ਤਾਂ ਤੁਸੀਂ ਦੇਖੋਗੇ ਉਹਨਾਂ ਦੇ ਇੱਕ ਪਾਸੇ ਦੇ ਦੰਦ ਨਹੀਂ ਹੋਣਗੇ। ਹਾਂਜੀ, ਇਹਨਾਂ ਦਾ ਮਤਲਬ ਬੈਲੈਂਸ ਨਹੀਂ ਹੁੰਦਾ ਹੈਗਾ, ਇੱਕ ਅਕਲੂਜ਼ਲ ਡਿਸਬੈਲੈਂਸ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇੱਕ ਪਾਸੇ ਖਾਣਾ ਖਾ ਖਾ ਕੇ ਇੱਕ ਪਾਸੇ ਦੇ ਮਸਲ ਟਾਈਟ ਹੋ ਜਾਂਦੇ ਨੇ। ਸੋ ਇਸ ਕਰਕੇ ਜੇ ਸਾਡੇ ਦੰਦ, ਅਸੀਂ ਕੋਈ ਦੰਦ ਕਢਾ ਦਿੰਦੇ ਆ ਤਾਂ ਉਸ ਸਾਈਡ ਤੇ ਦੰਦ ਤੁਹਾਨੂੰ ਤੁਰੰਤ ਲਵਾਉਣਾ ਚਾਹੀਦਾ। ਪਹਿਲਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡਾ ਆਪਣਾ ਦੰਦ ਜਿਹੜਾ ਕੁਦਰਤ ਨੇ ਦਿੱਤਾ ਹੈ ਉਹਨੂੰ ਬਚਾਓ, ਕਿਉਂਕਿ ਉਹਦਾ ਕੋਈ ਮੁਕਾਬਲਾ ਹੈ ਨਹੀਂਗਾ। ਹਾਂਜੀ, ਜੇ ਕਿਸੇ ਕਾਰਨ ਕਰਕੇ ਉਹ ਨਿਕਲ ਹੀ ਜਾਂਦਾ ਤਾਂ ਫਿਰ ਉਹਨੂੰ ਲਵਾਓ ਜਿੰਨਾ ਛੇਤੀ ਹੋ ਸਕਦਾ। ਤੇ ਜੇ ਆਪਾਂ ਇਹ ਦੰਦ ਅੱਗੇ ਹੋਰ ਆਪਾਂ ਜੇ ਅੱਗੇ ਚੱਲੀਏ, ਮੰਨ ਲਓ ਆਪਾਂ ਦੰਦ ਕਢਾ ਲਿਆ, ਸਪੋਜ਼ ਅਸੀਂ 2 ਦੰਦਾਂ ਦੇ ਵਿਚਕਾਰੋਂ ਇੱਕ ਦੰਦ ਕਢਾ ਲਿਆ, ਇੱਕ ਤਾਂ ਇਹ ਗੱਲ ਹੋ ਗਈ ਕਿ ਪਾਸੇ ਦੇ ਮਸਲ ਤੁਹਾਡੇ ਟਾਈਟ ਹੋ ਜਾਂਦੇ ਆ। ਦੂਸਰਾ ਹੋਰ ਸਮੱਸਿਆ ਕੀ ਆਏਗੀ ਤੁਹਾਨੂੰ, ਜਦੋਂ ਸੈਂਟਰ ਵਾਲਾ ਦੰਦ ਤੁਹਾਡਾ ਨਿਕਲ ਜਾਂਦਾ ਹੈ ਤਾਂ ਅਗਲਾ ਦੰਦ ਤੇ ਪਿਛਲਾ ਦੰਦ ਦੋਨੋਂ ਰਿਲੈਕਸ ਹੋ ਕੇ ਬਹਿਣ ਦੀ ਕੋਸ਼ਿਸ਼ ਕਰਦੇ ਆ। ਇਹਨੂੰ ਤੁਸੀਂ ਇਦਾਂ ਸਮਝ ਲਓ ਕਿ ਅਸੀਂ ਬੱਸ 'ਚ ਜਾ ਰਹੇ ਹਾਂ, 3 ਸੀਟਾਂ ਬੈਠੀਆਂ ਨੇ, ਵਿਚਕਾਰਲਾ ਉੱਠ ਜਾਂਦਾ ਹੈ ਤਾਂ ਅਸੀਂ ਦੋਨੋਂ ਸਵਾਰੀਆਂ ਕੰਫਰਟੇਬਲ ਹੋ ਕੇ ਬੈਠਦੇ ਹਾਂ। ਇਦਾਂ ਤੁਹਾਡੇ ਦੰਦ ਵੀ ਕੰਫਰਟੇਬਲ ਹੁੰਦੇ, ਅਗਲਾ ਪਿੱਛੇ ਨੂੰ ਜਾਏਗਾ, ਪਿਛਲਾ ਅੱਗੇ ਨੂੰ ਜਾਏਗਾ, ਈਵਨ ਜਿਹੜਾ ਉੱਪਰਲਾ ਦੰਦ ਹੈ ਉਹਦਾ ਟੱਚ ਕਰ ਰਿਹਾ ਸੀ ਉਹ ਵੀ ਨੀਚੇ ਨੂੰ ਆਏਗਾ। ਇਹਨੂੰ ਸੁਪਰ ਐਰਪਸ਼ਨ ਕਹਿੰਦੇ ਆ। ਹਾਂਜੀ, ਤਾਂ 3 ਦੰਦਾਂ ਦੀ ਪੋਜੀਸ਼ਨ ਚੇਂਜ ਹੋਏਗੀ ਤਾਂ ਉਹ 3 ਦੰਦਾਂ ਦੇ ਨਾਲ ਦੇ ਜਿਹੜੇ ਦੰਦ ਨੇ ਉਹ ਵੀ ਚੇਂਜ ਹੋਣਗੇ। ਬਿਲਕੁਲ। ਸੋ ਇਹ ਉਹ ਗੱਲ ਆ ਗਈ, ਤੁਸੀਂ ਸੁਣਿਆ ਹੋਵੇਗਾ ਕਿ ਇੱਕ ਦੰਦ ਕਢਾਇਆ ਸੀਗਾ ਤੇ ਮੁੜ ਕੇ ਵਾਢਾ ਹੀ ਲੱਗ ਗਿਆ। ਤੇ ਉਹ ਇਹ ਚੀਜ਼ ਹੈ। ਇਸ ਕਰਕੇ ਜੇ ਤੁਹਾਡਾ ਇੱਕ ਅੱਧਾ ਦੰਦ ਤੁਹਾਨੂੰ ਕਢਾਉਣਾ ਵੀ ਪੈ ਜਾਂਦਾ ਤਾਂ ਤੁਹਾਨੂੰ ਲਵਾਉਣਾ ਬਹੁਤ ਜ਼ਿਆਦਾ ਅਤੀ ਜ਼ਰੂਰੀ ਹੈ। ਤੁਸੀਂ ਉਹ ਲਵਾ ਕੇ ਹੋਰ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਹਾਂਜੀ, ਜਿਵੇਂ ਤੁਹਾਡੀ ਖਾਸੀਅਤ ਆ, ਤੁਸੀਂ ਪਰਮਾਨੈਂਟ ਇੰਪਲਾਂਟ ਜਿਹੜਾ ਹੈ ਨਾ ਉਹ ਕਰਦੇ ਹੋ ਦੰਦਾਂ ਦਾ। ਹਾਂਜੀ, ਤੇ ਬਹੁਤ ਸਾਰੇ ਲੋਕ ਜਿਹੜੇ ਜਦੋਂ ਦੰਦ ਕਢਾ ਕੇ ਨਵੇਂ ਦੰਦ ਲਵਾਉਂਦੇ ਆ, ਪੂਰਾ ਜਵਾੜਾ, ਤੇ ਉਹ ਜਦੋਂ ਟੈਂਪਰੇਰੀ ਹੁੰਦੇ ਆ ਕਿ ਜਿਨ੍ਹਾਂ ਨੂੰ ਤੁਸੀਂ ਰਿਮੂਵ ਕਰ ਸਕਦੇ ਹੋ ਹਨਾ, ਉਹਨਾਂ ਦੀ ਇੱਕ ਸ਼ਿਕਾਇਤ ਹੁੰਦੀ ਹੈ। ਜਿਵੇਂ ਮੇਰੇ ਘਰ 'ਚ ਇੱਕ ਪਰਸਨ ਨੇ, ਉਹਨਾਂ ਦੀ ਸ਼ਿਕਾਇਤ ਇਹ ਹੈ ਕਿ ਉਹ ਸਮੈਲ ਕਰਦੇ ਸੀਗੇ, ਉਹ ਗੰਦ ਜੀ ਜਿਹੜੀ ਦਿਮਾਗ ਨੂੰ ਚੜ੍ਹਦੀ ਸੀ, ਥੋੜੇ ਟਾਈਮ ਬਾਅਦ ਜੀ ਕਰਦਾ ਸੀ ਕਿ ਇਹਨਾਂ ਨੂੰ ਉਤਾਰ ਦਿਓ। ਤੇ ਜਦੋਂ ਜਿਹੜੀ ਪਰਮਾਨੈਂਟ ਇੰਪਲਾਂਟ ਹੋ ਜਾਂਦੇ ਆ ਜਿਹੜੇ ਦੰਦ, ਉਹਨਾਂ ਨੂੰ ਤੁਸੀਂ ਆਪਣੇ ਕਿੱਤੇ ਦੇ ਹਿਸਾਬ ਨਾਲ ਕਹਿਣਾ ਹੋਵੇ ਕਿ ਆਰਟੀਫਿਸ਼ਲ ਜਿਹੜੇ ਰਿਮੂਵੇਬਲ ਹੁੰਦੇ ਨੇ ਉਹਨਾਂ ਦੀ ਬਜਾਏ ਉਹ ਚੀਜ਼ ਜਿਹੜੀ ਕਿੰਨੀ ਕੁ ਜ਼ਿਆਦਾ ਫਾਇਦੇਮੰਦ ਆ? ਬਿਲਕੁਲ ਜੀ, ਜਿਹਦੀ ਤੁਸੀਂ ਰਿਮੂਵੇਬਲ ਦੀ ਗੱਲ ਕਰਦੇ ਹੋ ਉਹਨੂੰ, ਜੇ ਤਾਂ 1-2 ਦੰਦ ਨੇ ਫਿਰ ਉਹਨੂੰ RPD ਕਿਹਾ ਜਾਂਦਾ ਜੀ, ਰਿਮੂਵੇਬਲ ਪਾਰਸ਼ੀਅਲ ਡੈਂਚਰ। ਹਾਂਜੀ, ਜੇ ਮੂੰਹ 'ਚ ਕੋਈ ਦੰਦ ਨਹੀਂ ਹੈ ਤਾਂ ਪੂਰਾ ਪੀੜ ਲੱਗਿਆ ਹੋਇਆ ਤਾਂ ਉਹਨੂੰ ਕੰਪਲੀਟ ਡੈਂਚਰ ਕਿਹਾ ਜਾਂਦਾ। ਅੱਛਾ ਜੀ। ਜਿਹੜਾ ਡੈਂਚਰ ਹੁੰਦਾ ਹੈ ਇਹ ਐਕ੍ਰੀਲਿਕ ਤੋਂ ਬਣਿਆ ਹੁੰਦਾ ਹੈ। ਦੇਸੀ ਭਾਸ਼ਾ 'ਚ ਤੁਸੀਂ ਇਹਨੂੰ ਪਲਾਸਟਿਕ ਟਾਈਪ ਇੱਕ ਮਟੀਰੀਅਲ ਹੁੰਦਾ, ਪਲਾਸਟਿਕ ਤਾਂ ਨਹੀਂ ਹੁੰਦੀ ਖੈਰ, ਉੱਦਾਂ ਦਾ ਇੱਕ ਮਟੀਰੀਅਲ ਹੁੰਦਾ। ਤੇ ਅੱਜ ਤੋਂ ਜੇ ਅਸੀਂ 20-25 ਸਾਲ ਪਹਿਲਾਂ ਚੱਲ ਜਾਈਏ ਤਾਂ ਉਦੋਂ ਸਾਡੇ ਇੰਡੀਆ ਦੇ ਵਿੱਚ ਵੀ ਡੈਂਟਲ ਇੰਪਲਾਂਟ ਦਾ ਕੋਈ ਬਹੁਤ ਜ਼ਿਆਦਾ ਚੱਲਣ ਨਹੀਂ ਸੀਗਾ। ਯੂਰਪ ਦੇ ਵਿੱਚ, ਕੰਟਰੀਜ਼ ਦੇ ਵਿੱਚ ਇਹ ਕਾਫੀ ਜ਼ਿਆਦਾ ਮਸ਼ਹੂਰ ਸੀਗੇ, ਬਟ ਸਾਡੇ ਇੱਥੇ ਨਹੀਂ ਸੀਗਾ। ਉਦੋਂ ਜ਼ਿਆਦਾਤਰ ਲੋਕ ਅਸੀਂ ਡੈਂਚਰਸ ਹੀ ਲਾਉਂਦੇ ਸੀ ਜਾਂ ਕੱਢਣ ਪਾਉਣ ਵਾਲੇ ਦੰਦ ਹੀ ਲਾਉਂਦੇ ਸੀ। ਬਿਲਕੁਲ। ਖਾਣਾ, ਜੇ ਮੈਂ ਤੁਹਾਨੂੰ ਕੰਪੈਰੀਜ਼ਨ ਕਰਾਂ ਤਾਂ ਜਿਹੜੇ ਸਾਡੇ ਓਰੀਜਨਲ ਦੰਦ ਨੇ ਇਹਨਾਂ ਨਾਲ ਜਿਹੜਾ ਅਸੀਂ ਆਨੰਦ ਲੈਂਦੇ ਹਾਂ ਉਹਨੂੰ ਅਸੀਂ 100% ਮੰਨ ਲੈਂਦੇ ਹਾਂ। ਜਿਹੜੇ ਕੱਢਣ ਪਾਉਣ ਵਾਲੇ ਦੰਦ ਨੇ ਜੇ ਅਸੀਂ ਉਹਨਾਂ ਨਾਲ ਕੰਪੇਅਰ ਕਰੀਏ ਤਾਂ 20% ਤੇ ਹੀ ਜਾਂਦੀ ਹੈ ਗੱਲ। ਅੱਛਾ ਜੀ। ਸਾਨੂੰ ਖਾਣਾ ਖਾਣ 'ਚ ਸੰਤੁਸ਼ਟੀ ਹੈ ਜਿਹੜੀ ਉਹ ਨਹੀਂ ਮਿਲਦੀ, 20% ਹੀ ਹੈ। ਤੁਸੀਂ ਖਾਣਾ ਸਾਰਾ ਚਬਾ ਨਹੀਂ ਸਕਦੇ। ਜਿਨ੍ਹਾਂ ਲੋਕਾਂ ਦੇ ਨਕਲੀ ਦੰਦ ਲੱਗੇ ਹੋਏ ਨੇ ਉਹ ਗੁੜ ਨਹੀਂ ਖਾ ਸਕਦੇ, ਚਿਪਕਣ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਹਿੱਲ ਜਾਂਦੇ ਆ ਦੰਦ, ਹੈ ਨਾ ਜੀ। ਤੇ ਹਾਰਡ ਚੀਜ਼ਾਂ ਨਹੀਂ ਕਈ ਵਾਰੀ ਜ਼ਿਆਦਾ ਚਬਾ ਸਕਦੇ। ਤੇ ਬਾਕੀ ਜਿਹੜੇ ਲੋਕੀ ਚਬਾ ਵੀ ਰਹੇ ਨੇ ਕੱਢਣ ਪਾਉਣ ਵਾਲੇ ਦੰਦਾਂ ਨਾਲ, ਜਿੰਨੀ ਦੇਰ ਉਹਨਾਂ ਦੀ ਹੱਡੀ ਹੈ ਉਨੀ ਦੇਰ ਉਹਨਾਂ ਦੀ ਪਕੜ ਮਜ਼ਬੂਤ ਹੈ। ਜਿਵੇਂ ਜਿਵੇਂ ਉਮਰ ਵੱਧਦੀ ਹੈ ਜਾਂ ਦੰਦ ਕਢਾਇਆਂ ਨੂੰ ਸਮਾਂ ਲੰਘਦਾ ਜਾਂਦਾ ਹੈ ਤਾਂ ਉਹ ਹੱਡੀ ਹੈ ਜਿਹੜੀ ਤੁਹਾਡੀ ਰਿਜ਼ੋਲਵ ਹੁੰਦੀ ਜਾਂਦੀ ਹੈ, ਬੋਨ ਰਿਜ਼ੋਰਪਸ਼ਨ ਕਹਿੰਦੇ ਇਹਨੂੰ। ਜਿਵੇਂ ਜਿਵੇਂ ਹੱਡੀ ਤੁਹਾਡੀ ਘਸ ਜਾਂਦੀ ਹੈ ਉਵੇਂ ਉਵੇਂ ਤੁਹਾਡਾ ਜਿਹੜਾ ਡੈਂਚਰ ਲੱਗਿਆ ਹੋਇਆ ਉਹ ਢਿੱਲਾ ਹੋ ਜਾਂਦਾ ਹੈ। ਹਾਂਜੀ। ਉਸ ਤੋਂ ਬਾਅਦ ਫਿਰ ਗੱਲ ਆ ਜਾਂਦੀ ਹੈ ਡੈਂਟਲ ਇੰਪਲਾਂਟਸ ਦੀ। ਡੈਂਟਲ ਇੰਪਲਾਂਟਸ ਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਾਣਕਾਰੀ ਦੇ ਦੇਣਾ ਕਿ ਡੈਂਟਲ ਇੰਪਲਾਂਟ ਇੱਕ ਤਰ੍ਹਾਂ ਦਾ ਤੁਹਾਡੇ ਰੱਬ ਵੱਲੋਂ ਦਿੱਤੇ ਦੰਦ ਦੀ ਹੀ ਕਾਪੀ ਹੈ। ਹਾਂਜੀ। ਬਸ ਇਹ ਇਨਸਾਨ ਦੁਆਰਾ ਬਣਾਇਆ ਗਿਆ। ਇਹ ਟਾਈਟੇਨੀਅਮ ਦਾ ਬਣਿਆ ਹੁੰਦਾ। ਇਹਦੀ ਜੜ ਹੁੰਦੀ ਹੈ ਜਿਹੜੀ ਉਹਨੂੰ ਅਸੀਂ ਡੈਂਟਲ ਇੰਪਲਾਂਟ ਕਹਿੰਦੇ ਹਾਂ। ਇਹ ਟਾਈਟੇਨੀਅਮ ਤੋਂ ਬਣਿਆ ਹੁੰਦਾ। ਇਹ ਤੁਹਾਡੀ ਹੱਡੀ ਦੇ ਅੰਦਰ ਰੱਖ ਦਿੱਤਾ ਜਾਂਦਾ
ਕੁਝ ਮਹੀਨਿਆਂ ਦੇ ਵਿੱਚ ਤੁਹਾਡੀ ਹੱਡੀ ਇਹਨੂੰ ਜਕੜ ਲੈਂਦੀ ਹੈ, ਆਪਣਾ ਹਿੱਸਾ ਬਣਾ ਲੈਂਦੀ ਹੈ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਇਹਦੇ ਤੇ ਨਾਪ ਲੈ ਕੇ ਤੁਹਾਡਾ ਕਰਾਊਨ ਪੋਰਸ਼ਨ ਇਹਦੇ ਤੇ ਲਗਾ ਦਿੰਦੇ ਹਾਂ, ਜਿਹਨੂੰ ਅਸੀਂ ਕੈਪ ਵੀ ਕਹਿ ਦਿੰਦੇ ਹਾਂ। ਲੱਗਣ ਤੋਂ ਬਾਅਦ ਨੋਬਡੀ ਕੈਨ ਜੱਜ ਕਿ ਅਸਲੀ ਹੈ ਕਿ ਨਕਲੀ ਹੈ। ਬਿਲਕੁਲ ਤੁਹਾਡੇ ਓਰੀਜਨਲ ਦੰਦ ਵਾਂਗੂ ਕੰਮ ਕਰਦਾ ਹੈ। ਜਿਵੇਂ ਤੁਸੀਂ ਖਾਓਗੇ, ਤੁਹਾਡੇ ਜਿਵੇਂ ਬਾਕੀ ਦੰਦ ਹੱਡੀ ਤੋਂ ਸਪੋਰਟ ਲੈਂਦੇ, ਉਦਾਂ ਹੀ ਤੁਹਾਡੇ ਇਹ ਦੰਦ ਵੀ ਹੱਡੀ ਤੋਂ ਸਪੋਰਟ ਲੈਂਦਾ ਹੈ। ਹਾਂਜੀ। ਤੁਸੀਂ ਸਵਾਲ ਕੀਤਾ ਸੀਗਾ ਕਿ ਕਿਹੜਾ ਬੈਟਰ ਹੈ। ਹਾਂਜੀ। ਡੈਫੀਨੇਟਲੀ ਜਿਹੜੇ ਡੈਂਟਲ ਇੰਪਲਾਂਟਸ ਨੇ ਜੀ, ਉਹ ਤੁਹਾਨੂੰ ਫਿਕਸ ਦੰਦਾਂ ਦਾ ਆਨੰਦ ਦਿੰਦੇ ਆ, ਆਪਣੇ ਅਸਲ ਦੰਦਾਂ ਵਰਗਾ ਆਨੰਦ ਦਿੰਦੇ ਆ। ਜਦੋਂ ਤੁਹਾਡੇ ਦੰਦ ਲੱਗ ਚੁੱਕ ਜਾਂਦੇ ਆ ਤਾਂ ਤੁਸੀਂ ਉਹਨਾਂ ਨੂੰ ਨਾ ਤਾਂ ਲਾਉਣਾ ਨਾ ਪਾਉਣਾ, ਤੁਸੀਂ ਨਾਰਮਲ ਜਿਵੇਂ ਪਹਿਲਾਂ ਬਰਸ਼ ਕਰਦੇ ਸੀ ਤੁਸੀਂ ਉਸ ਤਰ੍ਹਾਂ ਹੀ ਬਰਸ਼ ਕਰਨਾ ਹੈ। ਹਾਂ, ਕੁਝ ਚੀਜ਼ਾਂ ਹੈ ਜਿਹੜੇ ਡੈਂਟਲ ਇੰਪਲਾਂਟ ਵੀ ਅਸਲ ਦੰਦਾਂ ਤੋਂ ਜਿੱਥੇ ਥੋੜ੍ਹੇ ਜਿਹੇ ਪਿੱਛੇ ਰਹਿੰਦੇ ਆ, ਉਹ ਇਹ ਹੈ ਕਿ ਜਿਹੜੇ ਸਾਡੇ ਨੈਚੁਰਲ ਦੰਦ ਨੇ ਇਹਨਾਂ ਦੇ ਵਿੱਚ ਪੀਰੀਓਡੋਂਟਲ ਲੀਗਾਮੈਂਟਸ ਹੁੰਦੇ ਨੇ। ਹਲਕੀ ਫੁਲਕੀ ਮੂਵਮੈਂਟ ਸਾਡੇ ਦੰਦ ਓਰੀਜਨਲ ਕਰਦੇ ਨੇ, ਡੈਂਟਲ ਇੰਪਲਾਂਟਸ ਕੋਈ ਮੂਵਮੈਂਟ ਨਹੀਂ ਕਰਦੇ। ਅੱਛਾ ਜੀ। ਠੀਕ ਹੈ ਜੀ। ਤੇ ਸਾਡੀ ਜੀਭ ਹੈ ਜਿਹੜੀ ਨੈਚੁਰਲ ਦੰਦਾਂ ਨੂੰ, ਸਾਡੀ ਜੀਭ ਅਨਕੌਂਸ਼ੀਅਸਲੀ ਸਾਫ਼ ਕਰਦੀ ਰਹਿੰਦੀ ਹੈ। ਡੈਂਟਲ ਇੰਪਲਾਂਟਸ ਦੇ ਦੁਆਰੇ ਜੀਭ ਦਾ ਉਨਾ ਵਧੀਆ ਰੋਲ ਨਹੀਂ ਹੁੰਦਾ। ਇਸ ਕਰਕੇ ਜੇ ਅਸੀਂ ਡੈਂਟਲ ਇੰਪਲਾਂਟ ਕਰਾਏ ਹੋਏ ਨੇ ਤਾਂ ਸਾਡਾ ਫਰਜ਼ ਥੋੜਾ ਜਿਹਾ ਦੰਦਾਂ ਦੀ ਸਫਾਈ ਵੱਲ ਜ਼ਿਆਦਾ ਵੱਧ ਜਾਂਦਾ ਹੈ। ਉਹਦੀ ਸਾਂਭ ਸੰਭਾਲ ਸਾਨੂੰ ਜ਼ਿਆਦਾ ਕਰਨੀ ਪੈਂਦੀ ਹੈ। ਮੈਂ ਪਹਿਲਾਂ ਦੱਸਿਆ ਸੀਗਾ ਕਿ ਹਰ 6 ਮਹੀਨੇ ਬਾਅਦ ਡੈਂਟਿਸਟ ਨੂੰ ਮਿਲੋ, ਪਰ ਜੇ ਤੁਸੀਂ ਫਿਕਸ ਦੰਦ ਲਵਾਏ ਹੋਏ ਨੇ ਤਾਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਆਪਣੇ ਡੈਂਟਿਸਟ ਨੂੰ ਚੈੱਕਅਪ ਕਰਾਉਣਾ ਚਾਹੀਦਾ ਕਿ ਉੱਥੇ ਕੋਈ ਸਾਈਡ ਤੇ ਖਾਣਾ ਨਾ ਫਸਿਆ ਹੋਵੇ, ਕੋਈ ਤੁਹਾਡੀ ਕੋਈ ਇਨਫਲੇਮੇਸ਼ਨ ਹੋਵੇ, ਕੋਈ ਤੁਹਾਡਾ ਮਸੂੜਾ ਫੁੱਲਿਆ ਹੋਵੇ ਤਾਂ ਤੁਹਾਡਾ ਡਾਕਟਰ ਉਹਨੂੰ ਕਲੀਨ ਕਰੇਗਾ। ਸੋ ਜੇ ਤੁਸੀਂ ਪ੍ਰੋਪਰ ਕੇਅਰ ਕਰੋਗੇ, ਡਾਕਟਰ ਨੂੰ ਚੈੱਕ ਕਰਾਓਗੇ, ਤਾਂ ਹੀ ਤੁਹਾਡਾ ਡਾਕਟਰ ਤੁਹਾਡੀ ਹੈਲਪ ਕਰ ਪਾਏਗਾ। ਸੋ ਡੈਂਟਲ ਇੰਪਲਾਂਟ ਫਾਰ ਬੈਟਰ ਨੇ ਕੱਢਣ ਪਾਉਣ ਵਾਲੇ ਦੰਦਾਂ ਤੋਂ ਤਾਂ ਬਹੁਤ ਜ਼ਿਆਦਾ ਬੈਟਰ ਹੈ। ਪਰ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਤੁਸੀਂ ਜੇ ਹੋ ਸਕਦਾ ਤਾਂ ਆਪਣੇ ਦੰਦਾਂ ਨੂੰ ਨਾ ਗਵਾਓ, ਉਹਦੇ ਵਰਗਾ ਕੋਈ ਹੈ ਨਹੀਂ। ਹਾਂਜੀ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਆਪਣੇ ਨਾ ਇੱਕ ਨਾਰਮਲ ਜੀ ਗੱਲ ਬਣ ਗਈ, ਜਿਵੇਂ ਤੁਸੀਂ ਕਿਹਾ ਕਿ 50 ਸਾਲ ਤੋਂ ਬਾਅਦ ਤਾਂ ਹਿੱਲਣਗੇ ਹੀ, 60 ਸਾਲ ਤੋਂ ਬਾਅਦ ਤਾਂ ਨਿਕਲਣਗੇ ਹੀ, ਹੈ ਨਾ। ਅਸੀਂ ਕੋਸ਼ਿਸ਼ ਨਹੀਂ ਕਰਦੇ ਕਿ ਇਹਨਾਂ ਨੂੰ 70-80 ਸਾਲ ਤੱਕ, ਜਿੰਨੇ ਸਾਲ ਤੱਕ ਸਾਡੀ ਉਮਰ ਹੈ, ਅਸੀਂ ਜਿਉਂਦੇ ਰਹਿਣਾ ਉਦੋਂ ਤੱਕ ਬਚਾ ਸਕੀਏ। ਜੀ। ਚੰਗੀ ਕੇਅਰ ਨਾਲ ਦੰਦਾਂ ਨੂੰ ਅਸੀਂ ਬਚਾ ਸਕਦੇ ਹਾਂ ਅਖੀਰ ਤੱਕ, ਜਦੋਂ ਤੱਕ ਅਸੀਂ ਚਾਹੀਏ ਇਹਨਾਂ ਦਾ ਲੁਤਫ ਲੈ ਸਕਦੇ। ਬਿਲਕੁਲ ਜੀ, ਬਿਲਕੁਲ। ਮੈਂ ਆਪਣੇ ਫਾਦਰ ਦੀ ਐਗਜ਼ਾਮਪਲ ਤੁਹਾਨੂੰ ਸਭ ਤੋਂ ਪਹਿਲਾਂ ਦਊਂਗਾ ਜੀ। ਹੀ ਇਜ਼ 68 ਈਅਰਸ 올ਡ। ਹਾਂਜੀ। ਉਹਨਾਂ ਦਾ ਇੱਕ ਵੀ ਦੰਦ ਨਹੀਂ ਨਿਕਲਿਆ ਹੋਇਆ। ਉਹਨਾਂ ਦਾ ਬੇਟਾ ਡੈਂਟਿਸਟ ਬਣਿਆ, ਪਰ ਬਹੁਤ ਦੇਰ ਬਾਅਦ ਬਣਿਆ। ਹਾਂਜੀ। ਪਰ ਉਹਨਾਂ ਦੀ ਕੇਅਰ, ਜਿਹੜਾ ਬਰਸ਼ ਕਰਨ ਦਾ ਤਰੀਕਾ ਹੈ, ਉਹ ਸ਼ੁਰੂ ਤੋਂ ਬਿਹਤਰ ਹੈ। ਤਾਂ ਇੱਕ ਤੁਹਾਡਾ ਬਰਸ਼ਿੰਗ ਟੈਕਨੀਕ ਦੀ ਗੱਲ ਹੋ ਗਈ, ਇਹ ਤਾਂ ਚਲੋ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਦੱਸੀ ਤੁਹਾਨੂੰ। ਮੇਰੇ ਪੇਸ਼ੈਂਟਸ ਨੇ 82 ਸਾਲ 86 ਸਾਲ ਦੇ, ਇੱਕ ਸਾਡੇ ਇੱਥੇ ਅਰਬਨ ਸਟੇਟ ਫੇਜ਼ 1 ਕਰਨਲ ਸਾਹਿਬ ਨੇ, ਕਰਨਲ AS ਕੌੜਾ ਜੀ। ਹੀ ਇਜ਼ 82 ਈਅਰਸ 올ਡ। ਗੱਲ ਅਵੇਅਰਨੈਸ ਦੀ ਹੈ। ਉਹਨਾਂ ਦੀ 82 ਸਾਲ ਦੀ ਉਮਰ ਦੇ ਵਿੱਚ ਇੱਕ ਜਾੜ ਖਰਾਬ ਹੋਈ, ਉਹ ਫਟਾਫਟ ਸਾਡੇ ਕੋਲ ਆਏ ਤੇ ਮੈਂ ਐਕਸਰੇ ਵਗੈਰਾ ਕਰਕੇ ਦੇਖਿਆ। ਮੈਂ ਦੱਸਿਆ ਕਿ ਅੰਕਲ ਇਹ ਨਹੀਂ ਬਚੇਗਾ, ਹੁਣ ਕੱਢਣਾ ਹੀ ਪਏਗਾ। ਤੇ ਉਹ ਕਹਿੰਦੇ ਡਾਕਟਰ ਸਾਹਿਬ ਕੋਈ ਗੱਲ ਨਹੀਂ, ਤੁਸੀਂ 15-20 ਸਾਲ ਇਹਨੂੰ ਬਚਾ ਕੇ ਰੱਖਿਆ, ਅਸੀਂ ਰੂਟ ਕਨਾਲ ਕੀਤਾ ਸੀਗਾ ਉਹਦਾ ਪਹਿਲਾਂ, ਤੇ ਕੋਈ ਗੱਲ ਨਹੀਂ ਇਹਨੂੰ ਕੱਢ ਦਿਓ, ਪਰ ਮੈਨੂੰ ਨਵਾਂ ਦੰਦ ਲਾ ਕੇ ਦਿਓ। ਅਵੇਅਰਨੈਸ ਦੀ ਗੱਲ ਤੁਹਾਨੂੰ ਮੈਂ ਦੱਸਦਾ। ਅਸੀਂ ਤੁਰੰਤ ਉਸੇ ਦਿਨ ਦੰਦ ਕੱਢ ਕੇ ਉਸੇ ਦਿਨ ਉੱਥੇ ਡੈਂਟਲ ਇੰਪਲਾਂਟ ਕੀਤਾ ਤੇ 3 ਮਹੀਨਿਆਂ ਬਾਅਦ ਅਸੀਂ ਉਹਨਾਂ ਦੇ ਉੱਤੇ ਕੈਪਿੰਗ ਕਰ ਦਿੱਤੀ। ਹੀ ਇਜ਼ ਵੈਰੀ ਹੈਪੀ। ਹੁਣ ਉਹ 85-86 ਸਾਲ ਦੇ ਹੋਣਗੇ ਤੇ ਪੂਰਾ ਆਨੰਦ ਲੈ ਰਹੇ ਨੇ। ਸੋ ਅਵੇਅਰਨੈਸ ਦੀ ਗੱਲ ਹੈ। ਜੇ ਤੁਹਾਡੇ ਅੰਦਰ ਡਿਸਿਪਲਿਨ ਹੈ, ਤੁਸੀਂ ਆਪਣੀ ਫੁੱਲ ਬਾਡੀ ਦਾ ਧਿਆਨ ਰੱਖਦੇ ਹੋ, ਤਾਂ ਦੰਦਾਂ ਦਾ ਵੀ ਉਨਾ ਹੀ ਧਿਆਨ ਰੱਖੋ। ਤੇ ਜੇ ਤੁਸੀਂ ਰੈਗੂਲਰ ਚੈੱਕਅਪ ਕਰਾਉਂਦੇ ਹੋ ਤਾਂ ਤੁਹਾਡਾ ਡਾਕਟਰ ਤੁਹਾਨੂੰ ਗਾਈਡ ਕਰੇਗਾ ਕਿ ਦੰਦਾਂ ਦੀ ਕਿੱਦਾਂ ਸੰਭਾਲ ਕੀਤੀ ਜਾ ਸਕਦੀ ਹੈ। ਹਾਂਜੀ। ਬਹੁਤ 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 ਜ਼ਿਆਦਾ ਚਾਂਸਸ ਨੇ ਕਿ ਤੁਹਾਡਾ ਇੱਕ ਵੀ ਦੰਦ ਨਾ ਜਾਵੇ ਜੇ ਤੁਸੀਂ ਪ੍ਰੋਪਰ ਕੇਅਰ ਕਰੋ। ਤੇ ਬਹੁਤ ਸਾਰੇ ਐਗਜ਼ਾਮਪਲ ਨੇ ਸਾਡੇ ਕੋਲੇ, ਬਹੁਤ ਸਾਰੇ ਪੇਸ਼ੈਂਟਸ ਨੇ। ਇੱਕ ਸਾਡੇ ਕੋਲ ਆਂਟੀ ਜੀ ਆਉਂਦੇ ਨੇ, ਉਹ ਵੀ 80 ਤੋਂ ਪਲੱਸ ਨੇ। ਉਹਨਾਂ ਦੇ ਬੱਚੇ ਵੀ ਬਾਹਰ ਰਹਿੰਦੇ ਨੇ, ਉਹ ਰਹਿੰਦੇ ਵੀ ਥੋੜ੍ਹਾ ਜਿਹਾ ਦੂਰ ਨੇ। ਉਹ ਹਰ 4 ਮਹੀਨਿਆਂ ਬਾਅਦ ਆਟੋ ਕਰਾਉਂਦੇ ਆ, ਆਟੋ ਕਰਾ ਕੇ ਆਉਂਦੇ ਆ, ਰੈਗੂਲਰ ਚੈੱਕਅਪ ਕਰਾਉਂਦੇ ਆ। ਉਹਨਾਂ ਦਾ ਆਟੋ ਵਾਲਾ ਵੀ ਰੈਗੂਲਰ ਚੈੱਕਅਪ ਕਰਾਉਂਦਾ ਸਾਡੇ ਤੋਂ, ਤੇ ਉਹ ਫਿਰ ਜਾਂਦੇ ਆ। ਸੋ ਇਸ ਤਰ੍ਹਾਂ ਦੇ ਵੀ ਹੈ ਸਾਡੇ ਕੋਲ, ਮਤਲਬ ਪੇਸ਼ੈਂਟਸ ਜਿਹੜੇ ਬਹੁਤ ਆਪਣੇ ਆਪ 'ਤੇ ਧਿਆਨ ਰੱਖਦੇ ਜੀ। ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਪੱਕੇ ਦੰਦ ਲਵਾਉਣ ਤੋਂ ਬਾਅਦ ਦੰਦ ਭੁਰ ਜਾਂਦਾ, ਮਤਲਬ ਕੋਈ ਦੰਦ ਵਿੱਚੋਂ ਭੁਰਦਾ ਹੈ। ਇਹ ਚੀਜ਼ ਕਿਉਂ ਹੁੰਦੀ ਆ? ਬਿਲਕੁਲ ਕੱਸਦੇ ਨੇ ਜਾਂ ਇਹ ਸ਼ਿਕਾਇਤ ਹੁੰਦੀ ਹੈ ਕਿ ਦੰਦ ਕੱਸ ਜਾਂਦੇ ਆ? ਜਿਹੜੇ ਸਾਡੇ ਤੁਸੀਂ ਦੰਦਾਂ ਦੇ ਟੁੱਟਣ ਦੀ ਗੱਲ ਕਰ ਰਹੇ ਹੋ, ਜਿਹੜੇ ਦੰਦ ਸਾਡੇ ਟੁੱਟਦੇ ਆ ਉਹ ਪ੍ਰੋਸਥੀਸਿਸ ਹੁੰਦਾ ਹੈ। ਦੰਦਾਂ ਦੇ ਉੱਤੇ ਕੈਪ ਲੱਗੇ ਹੋਏ ਹੁੰਦੇ ਆ। ਜਿਹੜੇ ਦੰਦਾਂ ਦੇ ਉੱਤੇ ਕੈਪ ਲੱਗੇ ਹੁੰਦੇ ਆ ਉਹ ਵੀਰ ਐਂਡ ਟੀਅਰ, ਤਾਂ ਜਿਵੇਂ ਜਿਵੇਂ ਅਸੀਂ ਉਮਰ ਲੰਘਾਵਾਂਗੇ ਸਾਡੇ ਦੰਦ ਘਸਣਗੇ ਥੋੜ੍ਹੇ ਬਹੁਤ, ਹੈ ਨਾ ਜੀ।
ਕਿਤੋਂ ਨਾ ਕਿਤੋਂ ਕੋਈ ਭੁਰ ਸਕਦਾ ਹੈ, ਉਹ ਰਿਪੇਅਰੇਬਲ ਥਿੰਗ ਹੁੰਦੀ ਹੈ। ਹਾਂਜੀ ਜਿਹੜਾ ਡੈਂਟਲ ਇੰਪਲਾਂਟ ਹੈ, ਜਿਹੜੀ ਜੜ ਹੈ, ਉਹ ਤੁਹਾਡੀ ਹੱਡੀ ਦੇ ਅੰਦਰ ਫਿਕਸ ਹੁੰਦਾ ਹੈ। ਜੇ ਕੋਈ ਤੁਹਾਡਾ ਦੰਦ ਭੁਰ ਜਾਂਦਾ ਹੈ, ਟੁੱਟ ਜਾਂਦਾ ਹੈ, ਤਾਂ ਉਹ ਅਸੀਂ ਉੱਤੋਂ ਉਹਨੂੰ ਖੋਲ ਕੇ ਰਿਪੇਅਰ ਕਰਕੇ ਦੁਬਾਰਾ ਲਾ ਸਕਦੇ ਹਾਂ। ਇੱਕ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਦੰਦ ਘਸ ਗਿਆ ਕੋਈ, ਇਹ ਵੀ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਦੱਸਣਾ ਚਾਹੂੰਗਾ। ਇੱਕ ਹੁੰਦੇ ਨੇ ਟੈਂਪਰੇਰੀ ਕਰਾਊਨਸ। ਹਾਂਜੀ ਸਾਡੇ ਕੋਲ ਕੋਈ ਪੇਸ਼ੈਂਟ ਆਇਆ, ਅਸੀਂ ਉਹਦਾ ਕੋਈ ਇਲਾਜ ਕੀਤਾ, ਅਸੀਂ ਉਹਦੇ ਅਜੇ ਫਿਕਸ ਦੰਦ ਨਹੀਂ ਦੇ ਸਕਦੇ, ਅਸੀਂ ਉਹਦੇ ਟੈਂਪਰੇਰੀ ਕਰਾਊਨ ਲਗਾ ਦਿੱਤਾ। ਹਾਂਜੀ ਜਿਹੜਾ ਟੈਂਪਰੇਰੀ ਕਰਾਊਨ ਹੁੰਦਾ ਉਹ ਇੱਕ ਸੌਫਟ ਮਟੀਰੀਅਲ ਦਾ ਬਣਿਆ ਹੁੰਦਾ ਹੈ, ਐਕ੍ਰੀਲਿਕ ਉਹਨੂੰ ਕਹਿ ਦਿੰਦੇ ਆ। ਉਹ ਸੌਫਟ ਮਟੀਰੀਅਲ ਦਾ ਜਿਹੜਾ ਟੈਂਪਰੇਰੀ ਕਰਾਊਨ ਹੁੰਦਾ ਉਹ ਦੇਖਣ ਨੂੰ ਬਿਲਕੁਲ ਓਰੀਜਨਲ ਲੱਗਦਾ ਹੈ, ਤੇ ਪੇਸ਼ੈਂਟ ਕਈ ਵਾਰੀ ਕਿਉਂਕਿ ਉਹਦਾ ਮਕਸਦ ਪੂਰਾ ਹੋ ਗਿਆ, ਉਹਦੇ ਦੰਦ ਲੱਗ ਗਿਆ, ਉਹ ਭੁੱਲ ਜਾਂਦਾ ਹੈ। ਲੋੜ ਨੂੰ ਜਾਂ ਦਰਦ ਨੂੰ ਹੀ ਡੈਂਟਿਸਟ ਕੋਲ ਲੋਕੀ ਆਉਂਦੇ ਆ, ਕਿਉਂਕਿ ਉਹਦੇ ਦੰਦ ਲੱਗੇ ਆ, ਉਹ ਭੁੱਲ ਜਾਂਦਾ ਕਿ ਟੈਂਪਰੇਰੀ ਹੈ। ਫਿਰ ਉਹ ਬਰਸ਼ ਕਰਦਾ ਰਹਿੰਦਾ ਹੈ। ਬਾਕੀ ਦੰਦ ਹਾਰਡ ਹੁੰਦੇ ਆ, ਜਿਹੜਾ ਟੈਂਪਰੇਰੀ ਕਰਾਊਨ ਹੁੰਦਾ ਥੋੜਾ ਸੌਫਟ ਹੁੰਦਾ ਹੈ। ਉਹ ਜਿਵੇਂ ਤੁਸੀਂ ਬਰਸ਼ ਕਰੋਗੇ ਉਹ ਘਸ ਜਾਂਦਾ ਹੈ, ਹੌਲੀ ਹੌਲੀ ਘਸ ਕੇ ਫਿਰ ਉਹ ਇੱਕ ਵਾਰੀ ਟੁੱਟ ਵੀ ਜਾਂਦਾ, ਕਈਆਂ ਦੇ ਉੱਤਰ ਜਾਂਦਾ ਹੈ। ਫਿਰ ਲੋਕੀ ਸਾਡੇ ਕੋਲ ਦੁਬਾਰਾ ਆਉਂਦੇ ਆ, ਫਿਰ ਉਹ ਕਈ ਵਾਰੀ ਸਵਾਲ ਵੀ ਕਰਦੇ ਕਿ ਡਾਕਟਰ ਸਾਹਿਬ ਕੈਪ ਲਵਾਇਆ ਸੀ, ਉਹ ਇਦਾਂ ਹੋ ਗਿਆ। ਫਿਰ ਜਦੋਂ ਅਸੀਂ ਉਹਨਾਂ ਦਾ ਰਿਕਾਰਡ ਚੈੱਕ ਕਰਦੇ ਹਾਂ ਤਾਂ ਲਿਖਿਆ ਹੁੰਦਾ ਕਿ ਟੈਂਪਰੇਰੀ ਕਰਾਊਨ ਹੈ। ਫਿਰ ਪੇਸ਼ੈਂਟ ਨੂੰ ਯਾਦ ਕਰਾਈਦਾ, ਫਿਰ ਉਹਨੂੰ ਯਾਦ ਆਉਂਦਾ ਹਾਂਜੀ ਸਰ, ਤੇ ਮੈਂ ਭੁੱਲ ਗਿਆ। ਸੋ ਟੈਂਪਰੇਰੀ ਕਰਾਊਨਸ ਨੂੰ ਜਦੋਂ ਅਸੀਂ ਪਰਮਾਨੈਂਟ ਕਰਾਊਨ ਸਮਝ ਕੇ ਲਗਾ ਲੈਂਦੇ ਹਾਂ ਤਾਂ ਉਹ ਸਾਡੇ ਘਸ ਜਾਂਦੇ ਆ ਜੀ। ਅਦਰਵਾਈਜ਼ ਜਿਹੜੇ ਫਿਕਸ ਦੰਦ ਨੇ ਉਹ ਥੋੜ੍ਹੇ ਬਹੁਤ ਭੁਰ ਸਕਦੇ ਆ, ਜਦੋਂ ਅਸੀਂ ਕਿਸੇ ਚੀਜ਼ ਨੂੰ ਵਰਤਾਂਗੇ ਤਾਂ ਥੋੜ੍ਹੀ ਬਹੁਤ ਟੁੱਟ ਭੱਜ ਹੋਣੀ ਨਾਰਮਲ ਜੀ ਗੱਲ ਹੈ, ਰਿਪੇਅਰੇਬਲ ਹੈ। ਇਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਮਟੀਰੀਅਲਸ ਆਉਂਦੇ ਆ। ਜਿਹੜੇ ਕਰਾਊਨ ਹੁੰਦੇ ਆ ਇਹਨਾਂ ਦੇ ਕਾਫੀ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲਸ ਨੇ। ਜਿਹੜੇ ਪਿੱਛੇ ਜੜ੍ਹਾਂ ਨੇ ਅਸੀਂ ਉਹ PFM ਕਰਾਊਨਸ ਲਗਾ ਸਕਦੇ ਹਾਂ, ਪੋਰਸਲੀਨ ਫਿਊਜ਼ਡ ਵਿਦ ਮੈਟਲ। ਨੀਚੇ ਮੈਟਲ ਹੁੰਦੀ ਹੈ, ਉੱਤੇ ਵਾਈਟ ਕਲਰ ਦਾ ਹੁੰਦਾ ਹੈ। ਅੱਛਾ ਜੀ। ਜਿਹੜੇ ਜ਼ਿਆਦਾਤਰ ਸਾਡੇ ਫਰੰਟ ਵਾਲੇ ਕਰਾਊਨਸ ਨੇ ਉਹ ਸਾਨੂੰ ਮੈਟਲ ਫ੍ਰੀ ਮਟੀਰੀਅਲਸ ਹੈਗੇ ਆ ਕਈ, ਉਹ ਲਵਾਉਣੇ ਚਾਹੀਦੇ ਆ, ਕਿਉਂਕਿ ਉਹਨਾਂ ਦੀ ਦਿੱਖ ਹੈ ਜਿਹੜੀ ਉਹ ਜ਼ਿਆਦਾ ਨੈਚੁਰਲ ਹੈ। ਉਹਨਾਂ ਦੀ ਮਜ਼ਬੂਤੀ ਕਾਫੀ ਬਿਹਤਰ ਹੈ, ਉਹਨਾਂ ਦੀ ਦਿੱਖ ਨੈਚੁਰਲ ਹੈ, ਉਹਨਾਂ ਦੀ ਮਸੂੜੇ ਨਾਲ ਕੰਪੈਟੀਬਿਲਿਟੀ ਬਹੁਤ ਅੱਛੀ ਹੈ। ਤੁਹਾਨੂੰ ਮਸੂੜੇ ਦੀਆਂ ਬਿਮਾਰੀਆਂ ਬਹੁਤ ਘੱਟ ਹੋਣਗੀਆਂ ਜੇ ਤੁਸੀਂ ਮੈਟਲ ਫ੍ਰੀ ਕਰਾਊਨਸ ਲਗਵਾਏ ਜਾਂਦਾ। ਥੋੜ੍ਹੇ ਮਹਿੰਗੇ ਹੁੰਦੇ ਆ, ਪਰ ਅਕੋਰਡਿੰਗ ਟੂ ਮਤਲਬ ਹਰ ਬੰਦੇ ਦਾ ਬਜਟ ਹੈ, ਤਾਂ ਬੈਟਰ ਹੈ ਜੇ ਤੁਸੀਂ ਫਰੰਟ 'ਤੇ ਆਲ ਸਰੈਮਿਕ ਕਰਾਊਨਸ ਲਵਾਓ। ਪਿੱਛੇ ਭਾਵੇਂ ਤੁਸੀਂ PFM ਕਰਾਊਨਸ ਵੀ ਲਵਾ ਸਕਦੇ ਹੋ। ਸੋ ਉਹ ਨਹੀਂ ਵੀ ਭੁਰਦੇ ਹੈਗੇ, ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਆ ਜੀ। ਹਾਂਜੀ। ਤੇ ਹੋਰ ਕੋਈ ਚੀਜ਼ ਜਿਹੜੀ ਤੁਹਾਨੂੰ ਲੱਗਦੀ ਹੋਵੇ ਕਿ ਅੱਜ ਕੱਲ੍ਹ ਇਹਨਾਂ ਅਣਗਹਿਲੀਆਂ ਕਰਕੇ ਜਾਂ ਫਿਰ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਜਿਹੜੇ ਆਪਣੇ ਦੰਦ ਨੇ, ਜਿਹੜੀ ਫਿਰ ਮੁੜ ਕੇ ਸਾਨੂੰ ਸ਼ਿਕਾਇਤ ਨਾ ਕਰਨੀ ਪਵੇ ਕਿ ਸਭ ਤੋਂ ਮਹਿੰਗਾ ਦੰਦਾਂ ਦਾ ਟ੍ਰੀਟਮੈਂਟ ਆ, ਹੈ ਨਾ। ਲੋਕ ਅਮਰੀਕਾ ਕੈਨੇਡਾ ਤੋਂ ਆਉਣਗੇ, ਫਿਰ ਕਹਿਣਗੇ ਕਿ ਮੈਂ ਇੱਥੇ ਦੰਦਾਂ ਦਾ ਇਲਾਜ ਕਰਾਉਣ ਲਈ ਆਇਆ। ਹਾਂਜੀ, ਬਹੁਤ ਸਾਰੇ ਹੁਣ ਸਾਡੇ ਕੋਲ ਜਿਹੜੇ ਪੇਸ਼ੈਂਟਸ ਨੇ ਉਹ ਕੈਨੇਡਾ ਅਮਰੀਕਾ ਤੋਂ ਆਉਂਦੇ ਆ ਜੀ। ਉੱਥੇ ਡੈਂਟਲ ਟਰੀਟਮੈਂਟ ਮਹਿੰਗਾ ਵੀ ਹੈਗਾ ਤੇ ਅਪਾਇੰਟਮੈਂਟਸ ਵੀ ਨਹੀਂ ਮਿਲਦੀਆਂ ਹੈਗੀਆਂ ਛੇਤੀ। ਤੇ ਮੈਨੂੰ ਇਸ ਗੱਲ ਤੋਂ ਤੁਹਾਡੀ ਗੱਲ ਯਾਦ ਆਈ ਕਿ ਜਿਹੜੇ ਬੱਚਿਆਂ ਦੇ ਦੰਦ ਟੇਢੇ ਮੇਢੇ ਆ, ਅਸੀਂ ਬਹੁਤ ਜ਼ਿਆਦਾ ਪੇਰੈਂਟਸ ਪਰਵਾਹ ਨਹੀਂ ਕਰਦੇ, ਪਰ ਇਨ ਫਿਊਚਰ ਉਹਨਾਂ ਬੱਚਿਆਂ ਨੂੰ ਬਹੁਤ ਸਾਰੀਆਂ ਡੈਂਟਲ ਪ੍ਰੋਬਲਮਸ ਆਉਣਗੀਆਂ। ਅੱਛਾ ਜੀ। ਜਿਸ ਬੱਚੇ ਦੇ ਦੰਦ ਟੇਢੇ ਆ ਉਹ ਸਾਨੂੰ ਸਿੱਧੇ ਕਰਾਉਣੇ ਬਹੁਤ ਲਾਜ਼ਮੀ ਨੇ, ਕਿਉਂਕਿ ਜੇ ਤੁਹਾਡਾ ਦੰਦ ਇੱਕ ਅੱਗੇ ਆ ਤੇ ਇੱਕ ਪਿੱਛੇ ਹੈ, ਜਿਹੜਾ ਦੰਦ ਪਿੱਛੇ ਆ ਉਹਨੂੰ ਬਰਸ਼ ਟੱਚ ਹੀ ਨਹੀਂ ਕਰੇਗਾ। ਹਾਂਜੀ। ਉਹਦੇ ਤੇ ਗੰਦਗੀ ਵੀ ਜ਼ਿਆਦਾ ਜਮੇਗੀ, ਉਹਦਾ ਮਸੂੜਾ ਵੀ ਫੁੱਲੇਗਾ, ਉੱਥੇ ਹੱਡੀ ਵੀ ਨੀਚੇ ਜਾਏਗੀ, ਬੋਨ ਲਾਸ ਹੋਏਗਾ। ਤੇ ਜਦੋਂ ਬੱਚਾ ਜਵਾਨ ਹੋਏਗਾ ਤੇ ਆਉਣ ਵਾਲੇ ਮਤਲਬ ਸਮੇਂ ਤੋਂ ਪਹਿਲਾਂ ਉਹ ਦੰਦ ਲੂਜ਼ ਹੋਏਗਾ, ਢਿੱਲਾ ਹੋਏਗਾ, ਨਿਕਲੇਗਾ ਵੀ। ਉਸ ਬੱਚੇ ਨੂੰ, ਜਿਸ ਬੱਚੇ ਦੇ ਦੰਦ ਟੇਢੇ ਆ, ਉਸ ਬੱਚੇ ਨੂੰ ਮਸੂੜੇ ਦੀਆਂ ਪ੍ਰੋਬਲਮਾਂ ਸਾਰੀ ਜ਼ਿੰਦਗੀ ਰਹਿਣਗੀਆਂ। ਜਿਸ ਬੱਚੇ ਦੇ ਦੰਦ ਟੇਢੇ ਆ ਉਸ ਬੱਚੇ ਦੇ ਮੂੰਹ 'ਚ ਬਦਬੂ ਆਉਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਨੇ। ਜਿਸ ਬੱਚੇ ਦੇ ਦੰਦ ਟੇਢੇ ਆ ਉਸ ਬੱਚੇ ਦੀਆਂ ਜਾੜਾਂ ਵੀ ਪਹਿਲਾਂ ਨਿਕਲਣਗੀਆਂ। ਸੋ ਇਸ ਕਰਕੇ ਸਾਨੂੰ ਦੰਦ ਸਮੇਂ ਨਾਲ ਜੇ ਟੇਢੇ ਆ ਤਾਂ ਸਿੱਧੇ ਕਰਾ ਲੈਣੇ ਚਾਹੀਦੇ ਆ। ਇਸ ਕਰਕੇ ਰੈਗੂਲਰ ਚੈੱਕਅਪ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਤੁਹਾਡਾ ਬੱਚਾ ਦੁੱਧ ਵਾਲੇ ਦੰਦ ਛੱਡ ਕੇ ਨਵੇਂ ਦੰਦਾਂ ਨੂੰ ਅਪਣਾ ਰਿਹਾ ਹੈ, ਉਹਦੀ ਉਮਰ 11 ਤੋਂ 12 ਸਾਲ ਦੀ ਹੁੰਦੀ ਹੈ, ਤਾਂ ਉਦੋਂ ਤੁਸੀਂ ਆਪਣੇ ਡੈਂਟਿਸਟ ਨੂੰ ਜ਼ਰੂਰ ਮਿਲੋ। ਹਾਂਜੀ। ਜੇ ਟੇਢੇ ਮੇਢੇ ਆ ਤਾਂ ਅਸੀਂ ਤਾਰ ਲਾ ਕੇ ਦੰਦ ਸਿੱਧੇ ਕਰ ਸਕਦੇ ਹਾਂ। ਅੱਜ ਕੱਲ੍ਹ ਬਹੁਤ ਸਾਰੇ ਹੋਰ ਇਲਾਜ ਵੀ ਆ ਗਏ, ਬਿਨਾਂ ਤਾਰ ਤੋਂ ਵੀ ਦੰਦ ਸਿੱਧੇ ਹੁੰਦੇ ਆ। ਤੇ ਕੁਝ ਦੰਦ ਕੱਢ ਕੇ ਸਪੇਸ ਬਣਾ ਕੇ ਦੰਦਾਂ ਨੂੰ ਸਿੱਧਾ ਕੀਤਾ ਜਾ ਸਕਦਾ ਹੈ। ਹਾਂਜੀ। ਸੋ ਜੇ ਤੁਸੀਂ ਪ੍ਰੋਪਰ ਇਲਾਜ ਇਹ ਕਰ ਲੈਂਦੇ ਆ ਤਾਂ ਤੁਹਾਡੇ ਦੰਦ ਸਦਾ ਲਈ ਬਚੇ ਰਹਿੰਦੇ ਆ ਜੀ। ਸੋ ਸਦਾ ਲਈ ਤੋਂ ਮੈਨੂੰ ਗੱਲ ਹੋਰ ਯਾਦ ਆਈ ਕਿ ਤੁਸੀਂ ਸੁਣਿਆ ਹੋਊਗਾ ਪਿੰਡਾਂ ਦੇ ਵਿੱਚ ਕਿ ਸਾਡੀ ਦਾਦੀ 100 ਸਾਲ ਦੀ ਹੋ ਕੇ ਮਰੀ ਤੇ ਉਹਦੇ ਸਾਰੇ ਦੰਦ ਸੀਗੇ। ਹਾਂਜੀ।
ਕਿ ਸਾਡਾ ਫਲਾਣਾ ਬਜ਼ੁਰਗ 80 ਸਾਲ ਦਾ ਸੀ, 90 ਸਾਲ ਦਾ ਸੀ, ਉਹਦੇ ਸਾਰੇ ਦੰਦ ਸੀਗੇ। ਤੇ ਉਹ ਇਸੇ ਕਰਕੇ 80 ਸਾਲ ਦਾ ਸੀਗਾ, ਉਹ ਇਸੇ ਕਰਕੇ 100 ਸਾਲ ਦੀ ਸੀਗੀ, ਕਿਉਂਕਿ ਉਹਨਾਂ ਦੇ ਦੰਦ ਸੀਗੇ। ਹਾਂਜੀ। ਇੱਕ ਰਿਸਰਚ ਵੀ ਹੈ ਕਿ ਜੇ ਤੁਹਾਡੇ ਦੰਦ ਨੇ ਤਾਂ ਤੁਸੀਂ ਲੰਮੀ ਉਮਰ ਭੋਗਦੇ ਹੋ, ਤੰਦਰੁਸਤ ਉਮਰ ਭੋਗਦੇ ਹੋ। ਜਿਸ ਬੰਦੇ ਦੇ ਦੰਦ ਹੀ 50 ਸਾਲ ਦੀ ਉਮਰ 'ਚ ਲੰਘ ਗਏ, ਨਿਕਲ ਗਏ, ਉਹ ਬੰਦਾ ਬਹੁਤ ਸਾਰੀਆਂ ਖੁਰਾਕਾਂ ਤੋਂ ਵਾਂਝਾ ਰਹਿ ਜਾਂਦਾ ਹੈ। ਅਮਰੂਦ ਉਹ ਨਹੀਂ ਖਾ ਸਕਦਾ, ਸੇਬ ਚੰਗੀ ਤਰ੍ਹਾਂ ਉਹ ਨਹੀਂ ਖਾ ਸਕਦਾ, ਅਖਰੋਟ ਆਪਣਾ ਛੁਹਾਰੇ ਕਹਿ ਲਓ ਤੁਸੀਂ, ਉਹ ਨਹੀਂ ਖਾ ਸਕਦਾ। ਤੇ ਜਦੋਂ ਇਹ ਚੀਜ਼ਾਂ ਤੁਸੀਂ ਨਹੀਂ ਖਾਓਗੇ ਤਾਂ ਤੁਹਾਡੀ ਬਾਡੀ ਨੂੰ ਜਿਹੜੇ ਖਣਿਜ ਤੱਤ, ਤੁਹਾਡੇ ਮਿਨਰਲਸ ਨੇ, ਵਿਟਾਮਿਨਸ ਨੇ, ਉਹ ਪ੍ਰੋਪਰ ਨਹੀਂ ਮਿਲਦੇ। ਉਹ ਸਿਰਫ ਤੇ ਸਿਰਫ ਤਰੀ ਸਬਜ਼ੀ ਵੀ ਨਹੀਂ ਕਈ ਵਾਰੀ ਪ੍ਰੋਪਰ ਖਾਂਦੇ, ਰੋਟੀ ਫੁਲਕਾ ਤਰੀ ਤੇ ਚਾਵਲ, ਤੇ ਇਹਦੇ ਤੇ ਜ਼ਿੰਦਗੀ ਬਤੀਤ ਕਰਦੇ ਆ। ਸੋ ਉਹ ਸਾਡੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਪ੍ਰੋਪਰ ਪੂਰਾ ਨਹੀਂ ਹੁੰਦਾ, ਵਿਟਾਮਿਨ ਡੀ ਸਾਡਾ ਡਾਊਨ ਚਲਾ ਜਾਂਦਾ ਹੈ, ਹੱਡੀਆਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਸੋ ਉਹ ਬੰਦਾ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਹਾਂਜੀ। ਇਸ ਕਰਕੇ ਤੁਹਾਡੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਦੰਦ ਨੇ ਬਹੁਤ ਵੱਡਾ ਰੋਲ ਅਦਾ ਕਰਦੇ ਆ। ਜੇ ਤੁਹਾਡੇ ਕੋਲ ਦੰਦ ਪੂਰੇ ਨੇ ਤਾਂ ਤੁਹਾਡੀ ਜ਼ਿੰਦਗੀ ਹਮੇਸ਼ਾ ਤੰਦਰੁਸਤ ਰਹੇਗੀ। ਤੇ ਕੁਝ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਕੁਝ ਬਿਮਾਰੀਆਂ ਨੇ, ਜਿਵੇਂ ਹੁਣ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ, ਡਾਇਬਟੀਜ਼ ਹੈ। ਡਾਇਬਟੀਜ਼ ਦੇ ਵਿੱਚ ਵੀ ਸਾਡੇ ਜਿਹੜੇ ਮਸੂੜੇ ਹੈ, ਕਿਉਂਕਿ ਸਾਡੇ ਇਮਿਊਨ ਸਿਸਟਮ ਥੋੜ੍ਹਾ ਜਿਹਾ ਡਾਊਨ ਚਲਾ ਜਾਂਦਾ, ਮਸੂੜੇ ਸਾਡੇ ਬਹੁਤ ਫੁੱਲਦੇ ਆ, ਮਸੂੜਿਆਂ 'ਚ ਖੂਨ ਆਉਂਦਾ। ਸੋ ਡਾਇਬਟੀਜ਼ ਵਾਲੇ ਪੇਸ਼ੈਂਟਸ ਨੂੰ ਤਾਂ ਹਰ 4 ਮਹੀਨੇ ਬਾਅਦ ਆਪਣੇ ਡੈਂਟਿਸਟ ਕੋਲ ਜਾਣਾ ਚਾਹੀਦਾ, ਕਿਉਂਕਿ ਡੈਂਟਲ ਜੇ ਮਸੂੜੇ ਫੁੱਲਣਗੇ ਤਾਂ ਜਿਹੜੀਆਂ ਡੈਂਟਲ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ, ਪੀਰੀਓਡੋਨਟਾਈਟਿਸ, ਜੇ ਤੁਸੀਂ ਇਹਨੂੰ ਹੋਰ ਡਿਟੇਲ 'ਚ ਅੱਗੇ ਕਦੇ ਮਤਲਬ ਪੜ੍ਹੋਗੇ, ਸਮਝੋਗੇ, ਤਾਂ ਇਹ ਤੁਹਾਡੇ ਹਾਰਟ ਨਾਲ ਵੀ ਰਿਲੇਟ ਕਰਦੀ ਹੈ। ਅੱਛਾ ਜੀ। ਕਿਉਂਕਿ ਬੈਕਟੀਰੀਆ ਇੱਕ ਹੈ ਸਟ੍ਰੈਪਟੋਕੋਕਸ ਮਿਊਟੈਂਸ ਕਰਕੇ, ਉਹ ਤੁਹਾਡੇ ਮਸੂੜਿਆਂ ਦੇ ਵਿੱਚ ਬੈਠਦਾ ਹੈ, ਜਿਹੜਾ ਕਿ ਬਲੀਡਿੰਗ ਜਦੋਂ ਤੁਹਾਡੀ ਹੁੰਦੀ ਹੈ ਤਾਂ ਬਲੱਡ ਦੇ ਵਿੱਚ ਟਰੈਵਲ ਕਰਕੇ ਤੁਹਾਡੇ ਹਾਰਟ ਦੇ ਵਾਲਵ ਦੇ ਉੱਤੇ ਜਾ ਕੇ ਆਪਣੀ ਕਲੋਨੀ ਬਣਾ ਲੈਂਦਾ ਹੈ। ਤੁਹਾਡੇ ਹਾਰਟ ਦੇ ਵਾਲਵ ਨੂੰ ਵੀ ਡਿਸਟਰਬ ਮਤਲਬ ਕਰਦਾ ਉਹ। ਸੋ ਇਸ ਕਰਕੇ ਇੰਟਰ ਰਿਲੇਟਡ ਨੇ। ਕਦੇ ਵੀ ਤੁਸੀਂ ਦੇਖਿਆ ਹੋਣਾ ਕਿ ਹਾਰਟ ਦਾ ਕੋਈ ਵੱਡਾ ਆਪਰੇਸ਼ਨ ਹੋਣਾ ਹੁੰਦਾ ਤਾਂ ਪਹਿਲਾਂ ਉਹਦੇ ਦੰਦਾਂ ਦੀ ਸਫਾਈ ਕਰਵਾਈ ਜਾਂਦੀ ਹੈ ਵੱਡੇ ਹਸਪਤਾਲਾਂ 'ਚ। ਹਾਂਜੀ। ਤਾਂ ਇੰਨਾ ਜ਼ਿਆਦਾ ਇੰਟਰਕਨੈਕਟਡ ਹੈ। ਇਸ ਕਰਕੇ ਅਸੀਂ ਵੇਟ ਨਾ ਕਰੀਏ ਕਿ ਸਾਨੂੰ ਕੋਈ ਪ੍ਰੋਬਲਮ ਆਏਗੀ। ਤੇ ਦੰਦਾਂ ਦੀ ਸਫਾਈ ਕਰਾਉਣਾ ਕੋਈ ਬਹੁਤ ਜ਼ਿਆਦਾ ਮਹਿੰਗਾ ਇਲਾਜ ਵੀ ਨਹੀਂ ਹੈ। ਤਾਂ ਆਪਾਂ ਆਪਣੇ ਦੰਦਾਂ ਦੀ ਸਫਾਈ ਹੈ ਜਿਹੜੀ ਸਮੇਂ-ਸਮੇਂ ਨਾਲ ਕਰਾਉਂਦੇ ਰਹੀਏ ਤੇ ਤੰਦਰੁਸਤੀ ਤੁਸੀਂ ਰੱਖ ਸਕਦੇ ਹੋ ਤੇ ਕੋਈ ਖਾਸ ਦਿੱਕਤ ਤੁਹਾਨੂੰ ਨਹੀਂ ਆਏਗੀ। ਇੱਕ ਚੀਜ਼ ਜਿਹਦੀ ਆਪਾਂ ਮਤਲਬ ਮੈਂ ਜਿਹਦੇ ਬਾਰੇ ਅੱਜ ਹੀ ਸਵੇਰੇ ਸੁਣਿਆ ਹੈ ਨਾ, ਇਸ ਤੋਂ ਪਹਿਲਾਂ ਮੈਂ ਇਹ ਕਦੇ ਸ਼ਬਦ ਹੀ ਨਹੀਂ ਸੀ ਸੁਣਿਆ। ਜੇ ਮੈਂ ਤੁਹਾਨੂੰ ਆ ਕੇ ਕਿਹਾ ਕਿ ਫਲੌਸ, ਇਹ ਸ਼ਬਦ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਸੁਣਿਆ ਹੈ ਨਾ। ਅੱਛਾ ਜੀ। ਤੇ ਮੈਂ ਚਾਹੁੰਦੀ ਕਿ ਇਹਦੇ ਬਾਰੇ ਤੁਸੀਂ ਦੱਸੋ ਕਿ ਇਹ ਕਿਵੇਂ ਸਹੀ ਢੰਗ ਇਹਨੂੰ ਕਰਨ ਦਾ ਕੀ ਹੈ ਤੇ ਕੀ ਰੋਜ਼ਾਨਾ ਜ਼ਰੂਰੀ ਹੈ, ਜਾਂ ਅਸੀਂ ਆਪ ਵੀ ਕਰ ਸਕਦੇ ਹਾਂ, ਜਾਂ ਸਿਰਫ ਡੈਂਟਿਸਟ ਕੋਲੇ ਜਾ ਕੇ ਹੀ ਅਸੀਂ ਇਹ ਸਹੂਲਤ ਲੈ ਸਕਦੇ ਹਾਂ? ਡੈਂਟਲ ਫਲੌਸ ਇੱਕ ਧਾਗਾ ਹੁੰਦਾ ਜੀ, ਹਾਂਜੀ, ਜਿਹੜਾ ਕਿ ਛੇਤੀ ਨਹੀਂ ਟੁੱਟਦਾ। ਇਹ ਤੁਹਾਡੇ ਦੰਦਾਂ ਦੇ ਵਿਚਕਾਰ ਜਮੇ ਹੋਏ ਗੰਦਗੀ ਨੂੰ ਕੱਢਣ ਦੇ ਕੰਮ ਆਉਂਦਾ ਹੈ। ਹਾਂਜੀ। ਸਾਡੇ ਇੱਥੇ ਇੰਨਾ ਪ੍ਰਚਲਿਤ ਨਹੀਂ ਹੈ, ਯੂਰਪੀਅਨ ਕੰਟਰੀਜ਼ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ। ਤੇ ਇਹ ਇੱਕ ਡੈਂਟਲ ਫਲੌਸ ਇੱਕ ਧਾਗਾ ਹੁੰਦਾ, ਤੁਸੀਂ ਇੱਕ ਫਿੰਗਰ ਤੇ ਲਪੇਟ ਲੈਣਾ, ਫਿਰ ਇੱਧਰ ਲਪੇਟ ਲੈਣਾ, ਤੁਸੀਂ ਦੰਦਾਂ ਦੇ ਵਿਚਕਾਰ ਇਹਨੂੰ ਪਾ ਕੇ ਅੱਗੇ ਤੇ ਪਿੱਛੇ ਕਰਨਾ ਹੈ, ਤਾਂ ਜੋ ਤੁਹਾਡੇ ਦੰਦਾਂ ਦੇ ਵਿਚਕਾਰ ਜੇ ਕੋਈ ਰੇਸ਼ਾ ਫਸਿਆ, ਕੋਈ ਸਪੋਜ਼ ਤੁਸੀਂ ਕੋਈ ਨੌਨ ਵੈਜ ਖਾਧਾ ਹੈ, ਕੋਈ ਤੁਹਾਡਾ ਕੋਈ ਮੀਟ ਪਾਰਟੀਕਲ ਫਸਿਆ, ਕੋਈ ਤੁਸੀਂ ਸੈਲਡ ਖਾਧਾ ਉਹ ਫਸਿਆ, ਤਾਂ ਉਹ ਧਾਗੇ ਨਾਲ ਤੁਸੀਂ ਕੱਢ ਸਕਦੇ ਹੋ। ਹਾਂਜੀ। ਠੀਕ ਹੈ ਜੀ। ਇਹਨੂੰ ਕਰਨ ਦਾ ਤਰੀਕਾ ਹੁੰਦਾ, ਸਿੱਖਿਆ ਜਾ ਸਕਦਾ। ਇੱਕ ਦੰਦ ਦੇ ਨਾਲ ਤੁਸੀਂ ਨੀਚੇ ਜਾਣਾ ਮਸੂੜੇ ਤੱਕ, ਫਿਰ ਤੁਸੀਂ ਉੱਪਰ ਆਉਣਾ, ਫਿਰ ਦੂਸਰੇ ਦੰਦ ਦੇ ਨਾਲ ਨੀਚੇ ਜਾਣਾ, ਫਿਰ ਤੁਸੀਂ ਉੱਪਰ ਆਉਣਾ ਹੈਗਾ। ਸ਼ੁਰੂ 'ਚ ਮਸੂੜਿਆਂ 'ਚੋਂ ਖੂਨ ਵੀ ਆਏਗਾ, ਸ਼ੁਰੂ 'ਚ ਤੁਸੀਂ ਇੰਜਰੀ ਵੀ ਕਰੋਗੇ, ਆਪਣੇ ਮਸੂੜਿਆਂ ਨੂੰ ਕੱਟ ਵੱਢ ਵੀ ਕਰੋਗੇ, ਪਰ ਹੌਲੀ ਹੌਲੀ ਤੁਸੀਂ ਸਿੱਖ ਜਾਂਦੇ ਹੋ। ਹਾਂਜੀ। ਤੁਸੀਂ ਡੇਲੀ ਨਹੀਂ ਕਰ ਸਕਦੇ ਤਾਂ ਹਫ਼ਤੇ 'ਚ 1 ਜਾਂ 2 ਵਾਰ ਤੁਹਾਨੂੰ ਫਲੌਸਿੰਗ ਕਰ ਲੈਣੀ ਚਾਹੀਦੀ ਹੈ। ਤੇ ਇਹਦੇ ਨਾਲ ਵੀ ਤੁਹਾਡੇ ਮਸੂੜਿਆਂ ਦੀ ਜਿਹੜੀ ਸਥਿਤੀ ਆ ਬਹੁਤ ਅੱਛੀ ਰਹਿੰਦੀ ਹੈ। ਸੋ ਡੈਂਟਲ ਫਲੌਸਿੰਗ ਇਜ਼ ਗੁੱਡ ਥਿੰਗ। ਬਾਕੀ ਜਦੋਂ ਤੁਸੀਂ ਸਕੇਲਿੰਗ ਕਰਨਾ ਜਾਂਦੇ ਹੋ, ਦੰਦਾਂ ਦੀ ਸਫਾਈ ਕਰਾਉਣ ਜਾਂਦੇ ਹੋ ਡੈਂਟਿਸਟ ਕੋਲ, ਤੁਸੀਂ ਉਹਨਾਂ ਤੋਂ ਸਿੱਖ ਸਕਦੇ ਹੋ। ਤੁਹਾਨੂੰ ਪ੍ਰੋਪਰ ਇੱਕ ਡੈਮੋ ਦੇ ਕੇ ਦੱਸਣਗੇ। ਬਰਸ਼ਿੰਗ ਕਿਵੇਂ ਕਰਨੀ ਹੈ, ਬਰਸ਼ਿੰਗ ਟੈਕਨੀਕ ਦੀ ਵੀ ਡੈਮੋ ਤੁਹਾਨੂੰ ਦੇਣਗੇ। ਫਲੌਸ ਕਿੱਦਾਂ ਕਰਨਾ ਹੈ ਉਹ ਵੀ ਤੁਹਾਨੂੰ ਡੈਮੋ ਦੇਣਗੇ। ਸੋ ਤੁਸੀਂ ਜਦੋਂ ਰੈਗੂਲਰ ਚੈੱਕਅਪ ਲਈ ਜਾਂਦੇ ਹੋ, ਤੁਸੀਂ ਆਪਣੇ ਪੂਰੇ ਪੈਸੇ ਵਸੂਲ ਕਰੋ, ਡਾਕਟਰ ਤੋਂ ਸਿੱਖੋ। ਮੈਨੂੰ ਯਾਦ ਹੈ ਕਿ ਬਚਪਨ 'ਚ ਜਦੋਂ ਆਪਾਂ 2 ਦੰਦਾਂ 'ਚ ਵਿਚਕਾਰ ਧਾਗਾ ਪਾ ਕੇ ਇਦਾਂ ਖਿੱਚਦੇ ਸੀ ਤਾਂ ਘਰ ਦੇ ਝਿੜਕਾਂ ਮਾਰਦੇ ਹੁੰਦੇ ਸੀ ਕਿ ਦੰਦਾਂ 'ਚ ਵਿੱਥ ਪੈ ਜੂਗੀ, ਹੈ ਨਾ। ਹਾਂਜੀ। ਤੇ ਉਹ ਸਾਨੂੰ ਪਤਾ ਹੀ ਨਹੀਂ ਕਿ ਉਹ ਸਾਡੇ ਲਈ ਐਡੀ ਵੱਡੀ ਚੀਜ਼ ਹੈ ਕਿ ਜਿਹੜੀ ਸਾਡੇ ਦੰਦਾਂ ਦੀ ਸਫਾਈ ਲਈ ਕਿੰਨੀ ਲਾਜ਼ਮੀ ਚੀਜ਼ ਸੀਗੀ। ਬਹੁਤ ਸਾਰੇ ਟੈਬੂਜ਼ ਬਣੇ ਹੋਏ ਆ ਜੀ, ਬਹੁਤ ਸਾਰੀਆਂ ਮਿੱਥ ਬਣੇ ਹੋਏ ਆ। ਉਹਨਾਂ ਮਿੱਥਾਂ 'ਚੋਂ ਮੈਂ ਕੁਝ ਡਿਸਕਸ ਵੀ ਤੁਹਾਡੇ ਨਾਲ ਕਰ ਚੁੱਕਿਆ ਕਿ
ਆਫਟਰ ਡਿਲੀਵਰੀ ਬਰਸ਼ ਨਹੀਂ ਕਰਨਾ, ਦੰਦਾਂ ਦੀ ਸਫਾਈ ਨਹੀਂ ਕਰਾਉਣੀ, ਇਹਦੇ ਨਾਲ ਦੰਦ ਤੁਹਾਡੇ ਛਿੱਦੇ ਹੋ ਜਾਣਗੇ ਜਾਂ ਦੰਦ ਕਮਜ਼ੋਰ ਹੋ ਜਾਣਗੇ, ਬਿਲਕੁਲ ਗਲਤ ਹੈ। ਤੁਸੀਂ ਸਗੋਂ ਜਿੰਨੀ ਦੰਦਾਂ ਦੀ ਸਫਾਈ ਕਰਾਓਗੇ ਦੰਦ ਤੁਹਾਡੇ ਉਨੇ ਮਜ਼ਬੂਤ ਰਹਿਣਗੇ। ਹਾਂਜੀ। ਅਤੇ ਜੇ ਕੋਈ ਦੰਦ ਦੁਖਦਾ ਤਾਂ ਉਹਨੂੰ ਕਢਾ ਦੇਣਾ ਕਿ ਬਾਕੀ ਵੀ ਤਾਂ ਨਿਕਲਣਗੇ ਹੀ। ਹਾਂਜੀ। ਜਾਂ ਬਹੁਤ ਸਾਰੇ ਪੇਸ਼ੈਂਟ ਸਾਨੂੰ ਇਹ ਸਵਾਲ ਕਰਦੇ ਜਦੋਂ ਅਸੀਂ ਕਹਿੰਦੇ ਹਾਂ ਕਿ ਸਰ ਇਹ ਦੰਦ ਤੁਸੀਂ ਬਚਾ ਲਓ, ਅਤੇ ਉਹ ਅੱਗੋਂ ਸਾਨੂੰ ਜਵਾਬ ਦਿੰਦਾ ਹੈ ਕਿ ਡਾਕਟਰ ਸਾਹਿਬ ਹੁਣ 70-75 ਦੇ ਹੋ ਗਏ ਆ, ਕੀ ਕਰਾਂਗੇ ਬਚਾ ਕੇ, ਬਾਕੀ 5-7 ਨੇ ਇਹਨਾਂ ਨੂੰ ਵੀ ਕੱਢ ਕੇ ਨਵੇਂ ਹੀ ਲਾ ਦਿਓ। ਹਾਂਜੀ। ਤੇ ਜਦ ਕਿ ਉਹ 5-7 ਬੜੇ ਮਜ਼ਬੂਤ ਹੁੰਦੇ ਨੇ, ਜਿਹਨੂੰ ਅਸੀਂ ਬਚਾਉਣ ਦੀ ਗੱਲ ਕਰ ਰਹੇ ਹਾਂ ਉਹ ਵੀ ਮਜ਼ਬੂਤ ਹੁੰਦਾ, ਉਹਨਾਂ ਦੀ ਸਪੋਰਟ ਲੈ ਕੇ ਅਸੀਂ ਬ੍ਰਿਜ ਕਰ ਸਕਦੇ ਹਾਂ ਜਾਂ ਸਾਰੇ ਦੰਦਾਂ ਨੂੰ ਫਿਕਸ ਕਰ ਸਕਦੇ ਹਾਂ। ਹਾਂਜੀ। ਸੋ ਇਹ ਮਿੱਥ ਬਣੇ ਹੋਏ ਨੇ, ਕੁਛ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਨੇ, ਪਰ ਹੁਣ ਅਵੇਅਰਨੈਸ ਵੱਧ ਰਹੀ ਹੈ, ਲੋਕ ਜਾਗਰੂਕ ਹੋ ਰਹੇ ਨੇ ਆਪਣੇ ਦੰਦਾਂ ਪ੍ਰਤੀ, ਆਪਣੀ ਸਿਹਤ ਪ੍ਰਤੀ। ਸੋ ਜਿਹੜੇ ਲੋਕ ਬ੍ਰਸ਼ ਨਹੀਂ ਕਰਦੇ, ਦਾਤਣ, ਜਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਮੈਂ ਰਾਜਸਥਾਨ 'ਚ ਰਹੀ, ਉੱਥੇ ਜ਼ਿਆਦਾਤਰ ਜਿਹੜੀਆਂ ਔਰਤਾਂ ਨੂੰ ਮੈਂ ਦੇਖਦੀ ਹੁੰਦੀ ਸੀਗੀ, ਉਹ ਸਵੇਰੇ ਉੱਠ ਕੇ ਚੁੱਲ੍ਹੇ ਦੀ ਜਿਹੜੀ ਸਵਾਹ ਉਹਦੇ ਨਾਲ ਦੰਦ ਸਾਫ਼ ਕਰਦੀਆਂ ਸੀ, ਹੈ ਨਾ। ਕੀ ਜੇ ਤੁਸੀਂ ਬ੍ਰਸ਼ ਨਹੀਂ ਕਰ ਰਹੇ ਤਾਂ ਦਾਤਣ ਕਰਨਾ ਵੀ ਇੱਕ ਚੰਗਾ ਅਲਟਰਨੇਟ ਹੈ? ਦਾਤਣ ਬਹੁਤ ਅੱਛਾ ਟੂਲ ਸੀਗਾ ਸਾਡੇ ਕੋਲੇ ਜਦੋਂ ਸਾਡੇ ਕੋਲੇ ਟੂਥਬ੍ਰਸ਼ ਨਹੀਂ ਸੀ ਇਜਾਦ ਹੋਇਆ। ਹਾਂਜੀ। ਦਾਤਣ ਹੁਣ ਵੀ ਇੱਕ ਦੰਦਾਂ ਦੀ ਬਹੁਤ ਅੱਛੀ ਐਕਸਰਸਾਈਜ਼ ਹੈ। ਦਾਤਣ ਦੇ ਵਿੱਚ ਕੁਦਰਤੀ ਜਿਹੜੇ ਤੱਤ ਨੇ ਉਹ ਬਹੁਤ ਅੱਛੇ ਨੇ, ਜਿਹੜੇ ਕਿ ਸਾਡੇ ਮੂੰਹ ਨੂੰ ਕਲੀਨ ਕਰਦੇ ਆ, ਫਰੈਸ਼ਨੈਸ ਦਿੰਦੇ ਆ। ਪਰ ਦਾਤਣ ਨੂੰ ਚਬਾਉਣ ਤੱਕ ਹੀ ਸੀਮਿਤ ਹੋਣਾ ਚਾਹੀਦਾ ਹੈ। ਅਸੀਂ ਚਬਾਉਣ ਤੋਂ ਬਾਅਦ, ਤੁਸੀਂ ਕਈ ਨੂੰ ਦੇਖਿਆ ਹੋਣਾ ਕਿ ਜਦੋਂ ਦਾਤਣ ਨੂੰ ਇੰਨਾ ਚਬਾ ਲਿਆ ਜਾਂਦਾ ਹੈ, ਬਰਸ਼ ਟਾਈਪ ਬਣ ਜਾਂਦਾ, ਫਿਰ ਉਹਨੂੰ ਫੜ ਕੇ ਉਹ ਦੰਦਾਂ ਤੇ ਮਸੂੜਿਆਂ ਦੇ ਘਸਾਉਂਦੇ ਆ। ਉਹ ਬਹੁਤ ਜ਼ਿਆਦਾ ਗਲਤ ਹੈ। ਹਾਂਜੀ। ਉਹਦੇ ਨਾਲ ਹੁੰਦਾ ਕੀ ਹੈ ਕਿ ਤੁਸੀਂ ਆਪਣੇ ਜਿਹੜੇ ਹੈਲਦੀ ਗਮਸ ਨੇ, ਮਸੂੜੇ ਨੇ, ਉਹਨਾਂ ਨੂੰ ਤੁਸੀਂ ਟੀਰ ਕਰਦੇ ਹੋ। ਤੁਹਾਡੇ ਮਸੂੜੇ ਬਹੁਤ ਨਾਜ਼ੁਕ ਹੁੰਦੇ ਨੇ, ਉਹ ਕੋਈ ਵੀ ਇੰਜਰੀ ਜਾਂ ਕੋਈ ਵੀ ਇਰੀਟੇਸ਼ਨ ਬਰਦਾਸ਼ਤ ਨਹੀਂ ਕਰਦੇ, ਉਹ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਆ। ਤੁਸੀਂ ਜਿੰਨਾ ਇੱਦਾਂ ਦਾ ਕਰੋਗੇ, ਉਹਨੂੰ ਛਿੱਲੋਗੇ, ਮਸੂੜੇ ਤੁਹਾਡੇ ਉਹਨੇ ਪਿੱਛੇ ਜਾਣਗੇ। ਇਹੀ ਚੀਜ਼ ਜਦੋਂ ਅਸੀਂ ਹਾਰਡ ਬਰਸ਼ ਯੂਜ਼ ਕਰਦੇ ਹਾਂ ਉਦੋਂ ਵੀ ਹੈ। ਤੁਸੀਂ ਜਿੰਨਾ ਹਾਰਡ ਬਰਸ਼ ਕਰੋਗੇ, ਮਸੂੜੇ ਤੁਹਾਡੇ ਉਹਨੇ ਪਿੱਛੇ ਹੋ ਜਾਣਗੇ। ਸੋ ਸੌਫਟ ਬਰਸ਼ ਯੂਜ਼ ਕਰੋ, ਦਾਤਣ ਕਰੋ, ਜੀ ਸਦਕੇ ਕਰੋ। ਦਾਤਣ ਬਹੁਤ ਅੱਛੀ ਚੀਜ਼ ਹੈ, ਐਕਸਰਸਾਈਜ਼ ਅੱਛੀ ਹੈ, ਪਰ ਚਬਾਓ ਉਹਦਾ ਸਵਾਦ ਲੈ ਕੇ ਉਸ ਤੋਂ ਬਾਅਦ ਜ਼ਰੂਰ ਇੱਕ ਵਾਰੀ ਆਪਣੇ ਕੰਮ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਟੂਥਬ੍ਰਸ਼ ਹੈ ਸੌਫਟ ਵਾਲਾ ਉਹ ਲਓ, ਅਤੇ ਉਹਨੂੰ ਬਹੁਤ ਤਰੀਕੇ ਨਾਲ ਚਾਰੇ ਪਾਸੋਂ ਸਾਫ਼ ਕਰੋ ਦੰਦਾਂ ਨੂੰ। ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ। ਦਿਨੇ ਤਾਂ ਅਸੀਂ ਬੋਲਦੇ ਹਾਂ, ਸਾਡਾ ਥੁੱਕ ਕੰਟੀਨਿਊਸਲੀ ਬਣਦਾ ਹੈ, ਦੰਦ ਸਾਡੇ ਕਲੀਨ ਹੁੰਦੇ ਰਹਿੰਦੇ ਆ, ਸਾਡੀ ਜੀਭ ਸਫਾਈ ਕਰਦੀ ਰਹਿੰਦੀ ਹੈ, ਪਰ ਰਾਤੀ ਜਦੋਂ ਅਸੀਂ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਹਾਂ, ਜੇ ਕੋਈ ਫੂਡ ਪਾਰਟੀਕਲ ਸਾਡੇ ਦੰਦਾਂ 'ਚ ਫਸਿਆ ਰਹਿ ਜਾਂਦਾ ਤਾਂ ਉਹ ਸਾਡੇ ਮਤਲਬ ਕੰਟੀਨਿਊਸਲੀ ਦੰਦਾਂ ਦੇ ਵਿੱਚ ਬੈਕਟੀਰੀਅਲ ਇਨਫੈਕਸ਼ਨ ਜਿਹੜੀ ਉਹ ਹੁੰਦੀ ਰਹਿੰਦੀ ਹੈ। ਇਸ ਕਰਕੇ ਤੁਸੀਂ ਜਦੋਂ ਸੌਣ ਤੋਂ ਪਹਿਲਾਂ ਬਰਸ਼ ਕਰਦੇ ਹੋ ਤਾਂ ਬਹੁਤ ਹੱਦ ਤੱਕ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜੀ। ਜ਼ਿਆਦਾਤਰ ਅਸੀਂ ਤਾਂ ਘਰਾਂ 'ਚ ਰਾਤ ਨੂੰ ਮਿੱਠਾ ਦੁੱਧ ਪੀ ਕੇ ਜਦੀ ਸੌਂ ਜਾਂਦੇ ਹਾਂ। ਹਾਂਜੀ। ਇਹ ਕਿੱਡੀ ਵੱਡੀ ਗਲਤ ਚੀਜ਼ ਆ ਜਿਹੜੀ ਸਾਨੂੰ ਪਤਾ ਨਹੀਂ ਕਿ ਸਰੀਰ ਨੂੰ ਅਸੀਂ ਚੰਗੀ ਦੇ ਰਹੇ ਹਾਂ, ਆਪਣੇ ਜਾਨ 'ਚ, ਔਰ ਦੰਦਾਂ ਲਈ ਅਸੀਂ ਕਿੱਡੀ ਖਰਾਬ ਚੀਜ਼। ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਜੇ ਯਾਦ ਕਰਾਂਗੇ ਨਾ, ਅਸੀਂ ਆਪਣੇ ਦਾਦਿਆਂ ਨੂੰ, ਨਾਨਿਆਂ ਨੂੰ, ਤਾਂ ਉਹ ਹਰ ਖਾਣਾ ਖਾਣ ਤੋਂ ਬਾਅਦ ਇੱਕ ਡੋਲੂ 'ਚ ਪਾਣੀ ਲੈ ਕੇ ਘਰ ਦੇ ਬਾਹਰ ਜਾ ਕੇ 10-15 ਮਿੰਟ ਲਈ ਕੁਰਲਾ ਕਰਦੇ ਹੁੰਦੇ ਸੀਗੇ। ਹਾਂਜੀ। ਮਤਲਬ ਕੁਰਲਾ ਕਰਨਾ ਇੱਕ ਉਹਨਾਂ ਦਾ ਨਿਯਮ ਸੀਗਾ, ਰੂਲ ਸੀਗਾ, ਅਤੇ ਖਾਣਾ ਖਾਣਾ ਇੱਕ ਸੈਲੀਬ੍ਰੇਸ਼ਨ ਸੀਗੀ ਦੈਟ ਟਾਈਮ, ਹੈ ਨਾ ਜੀ। ਹੁਣ ਦੇ ਵਿੱਚ ਇਹ ਸਮੱਸਿਆਵਾਂ, ਹੁਣ ਖਾਣਾ ਖਾਣਾ ਜਿਹੜਾ ਹੈ ਉਹ ਤੁਸੀਂ ਉਹ ਇੱਕ ਮੇਨ ਕੰਮ ਨਹੀਂ ਹੈ। ਤੁਸੀਂ TV ਦੇਖਦੇ ਖਾਣਾ ਖਾਂਦੇ ਹੋ, ਲੈਪਟਾਪ 'ਤੇ ਕੰਮ ਕਰਦੇ ਖਾਣਾ ਖਾਂਦੇ ਹੋ, ਕਿਸੇ ਨਾਲ ਗੱਲਾਂ ਕਰਦੇ ਖਾਣਾ ਖਾਂਦੇ ਹੋ, ਅਤੇ ਖਾਣਾ ਵੀ ਤੁਸੀਂ ਪ੍ਰੋਪਰ ਚਿੱਥ ਕੇ ਨਹੀਂ ਖਾਂਦੇ, ਜਿਹਦੇ ਨਾਲ ਅੱਛਾ ਤੁਸੀਂ ਡਾਈਟ ਵੀ ਓਨੀ ਅੱਛੀ ਨਹੀਂ ਲੈ ਰਹੇ ਹੁਣ ਅਸੀਂ। ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਕੁਰਲਾ ਕਰਨ ਦਾ ਟਾਈਮ ਹੈ ਤਾਂ ਤੁਸੀਂ ਖਾਣਾ ਖਾ ਕੇ ਉੱਥੇ ਬਹਿ ਜਾਂਦੇ ਹੋ TV ਦੇਖਦੇ ਦੇਖਦੇ, ਜਾਂ ਤੁਸੀਂ ਬੈੱਡ 'ਤੇ ਬਹਿ ਕੇ ਖਾਣਾ ਖਾ ਰਹੇ ਹੋ, ਤੁਸੀਂ ਸੌ ਜਾਂਦੇ ਹੋ, ਤਾਂ ਅਗੇਨ ਉਹ ਸਾਰੀਆਂ ਸਮੱਸਿਆਵਾਂ ਤੁਹਾਨੂੰ ਫਿਰ ਤੰਗ ਕਰਨਗੀਆਂ ਹੀ ਕਰਨਗੀਆਂ, ਮਸੂੜੇ ਤੁਹਾਡੇ ਖਰਾਬ ਹੋਣਗੇ ਜੀ। ਖਾਣੇ ਨੂੰ ਕਿੰਨੀ ਵਾਰ ਚਿੱਥਣਾ ਲਾਜ਼ਮੀ ਹੈ? ਕਿਹਾ ਜਾਂਦਾ ਜੀ ਕਿ 32 ਵਾਰੀ ਚਬਾ ਲੈਣਾ ਚਾਹੀਦਾ। 32 ਵਾਰ ਚਲੋ ਜੇ ਨਹੀਂ ਵੀ ਚਬਾਉਂਦੇ ਤਾਂ ਘੱਟੋ ਘੱਟ ਉਦੋਂ ਤੱਕ ਤੁਸੀਂ ਦੂਸਰੀ ਗਰਾਹੀ ਨਾ ਚੱਕੋ ਜਦੋਂ ਤੱਕ ਤੁਹਾਡੀ ਮੂੰਹ ਦੇ ਵਿੱਚ ਜਿਹੜੀ ਗਰਾਹੀ ਹੈ ਉਹ ਪ੍ਰੋਪਰਲੀ ਤੁਸੀਂ ਉਹਨੂੰ ਚਿੱਥ ਕੇ, ਉਹਨੂੰ ਪ੍ਰੋਪਰ ਤੁਸੀਂ ਜਦੋਂ ਉਹ ਪਾਣੀ ਤੁਹਾਡੇ ਥੁੱਕ ਦੇ ਵਿੱਚ ਘੁਲ ਮਿਲ ਨਹੀਂ ਜਾਂਦੀ, ਤੁਸੀਂ ਅੰਦਰ ਨਹੀਂ ਲੰਘਾ ਲੈਂਦੇ, ਉਦੋਂ ਤੱਕ ਤੁਸੀਂ ਦੂਸਰੀ ਗਰਾਹੀ ਨਾ ਚੱਕੋ, ਕਿਉਂਕਿ ਇਹ ਸਾਡੀ ਫਟਾਫਟ ਖਾਣ ਦੀ ਜਿਹੜੀ ਹੈਬਿਟ ਹੈ। ਤੁਸੀਂ ਇੱਕ ਗਰਾਹੀ ਮੂੰਹ 'ਚ ਪਾ ਲਈ ਅਤੇ ਦੂਸਰੀ ਤੁਸੀਂ ਜਦੋਂ ਅਸੀਂ ਹੱਥ 'ਚ ਫੜ ਲੈਂਦੇ ਹਾਂ ਤਾਂ ਸਾਡਾ ਜਿਹੜਾ ਸਿਗਨਲ ਹੈ ਉਹ ਇਹ ਹੁੰਦਾ ਕਿ ਉਹਨੂੰ ਫਟਾਫਟ ਚਿੱਥ ਕੇ ਅੰਦਰ ਲੰਘਾਓ ਅਤੇ ਅਗਲੀ ਕਰੋ। ਹਾਂਜੀ, ਉਹਦੇ ਨਾਲ ਤੁਹਾਡੀ ਪੇਟ ਦੀ ਹੈਲਥ ਹੈ ਜਿਹੜੀ ਉਹ ਵੀ ਖਰਾਬ ਹੁੰਦੀ ਹੈ ਜੀ। ਅਤੇ ਮਸੂੜਿਆਂ ਦੇ ਵਿੱਚ, ਦੰਦਾਂ ਦੇ ਵਿੱਚ, ਜਿੰਨਾ ਤੁਸੀਂ ਫਟਾਫਟ ਖਾਓਗੇ, ਫਾਸਟ ਖਾਓਗੇ, ਓਨਾ ਹੀ ਤੁਹਾਡੇ ਦੰਦਾਂ 'ਚ ਸਮਾਨ ਫਸੇਗਾ। ਜਿੰਨਾ ਤੁਸੀਂ ਚਿੱਥ ਕੇ ਖਾਓਗੇ
ਉਹਨੂੰ ਥੁੱਕ 'ਚ ਘੋਲ ਕੇ ਖਾਓਗੇ। ਥੁੱਕ ਦੇ ਵਿੱਚ ਬਹੁਤ ਸਾਰੇ ਐਂਜ਼ਾਈਮਸ ਹੁੰਦੇ ਆ ਜਿਹੜੇ ਤੁਹਾਡੇ ਖਾਣੇ ਨੂੰ ਡਾਈਜੈਸਟ ਕਰਨ 'ਚ ਹੈਲਪ ਕਰਦੇ ਆ। ਸੋ ਜਿੰਨਾ ਤੁਸੀਂ ਚਿੱਥ ਕੇ ਖਾਓਗੇ ਓਨਾ ਹੀ ਤੁਹਾਡਾ ਹਾਜ਼ਮਾ ਦਰੁਸਤ ਰਹੇਗਾ। ਸੋ ਇੱਕ ਹੋਰ ਖਾਣੇ ਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ ਸਾਰੇ ਜਿਹੜੇ ਸੈਲਡਸ ਨੇ ਉਹ ਐਡ ਕਰਨੇ ਚਾਹੀਦੇ ਆ ਜੀ। ਫਰੂਟਸ ਸਾਨੂੰ ਐਡ ਕਰਨੇ ਚਾਹੀਦੇ ਆ। ਅਤੇ ਜਿੰਨਾ ਤੁਸੀਂ ਫਰੂਟਸ ਸੈਲਡਸ ਮੈਕਸੀਮਮ ਖਾਓਗੇ ਇਹ ਆਟੋ ਕਲੀਨਜ਼ਿੰਗ ਕਰਦੇ ਆ ਤੁਹਾਡੇ ਦੰਦਾਂ ਨੂੰ। ਤੁਸੀਂ ਖਾਣਾ ਖਾਣ ਤੋਂ ਬਾਅਦ ਸੈਲਡ ਦੇ 5 ਪੀਸ ਖੀਰੇ ਦੇ ਖਾ ਲਓ, ਤੁਹਾਨੂੰ ਬਰੱਸ਼ ਕਰਨ ਦੀ ਵੀ ਜ਼ਰੂਰਤ ਨਹੀਂ ਮਹਿਸੂਸ ਹੋਏਗੀ। ਸੋ ਬਰੱਸ਼ ਜਿਹੜਾ ਪੁਰਾਣੇ ਜ਼ਮਾਨੇ 'ਚ ਸਾਡੇ ਬਰੱਸ਼ਿਜ਼ ਨਹੀਂ ਸੀ ਹੁੰਦੇ, ਸੋ ਅਸੀਂ ਖੇਤਾਂ 'ਚ ਮੂਲੀਆਂ, ਸ਼ਲਗਮ, ਗਾਜਰਾਂ ਇੱਦਾਂ ਦੀ ਚੀਜ਼ਾਂ ਖਾਂਦੇ ਸੀ ਤਾਂ ਦੰਦ ਸਾਡੇ ਕਾਮਯਾਬ ਰਹਿੰਦੇ ਸੀ। ਸੋ ਮੇਨ ਮਕਸਦ ਹੈ ਸਾਨੂੰ ਦੰਦਾਂ ਦੀ ਸਫਾਈ ਦਾ। ਉਹ ਤੁਸੀਂ ਰॉ ਫੂਡ ਨਾਲ ਸਾਫ਼ ਕਰੋ, ਤੁਸੀਂ ਬਰੱਸ਼ ਨਾਲ ਸਾਫ਼ ਕਰੋ, ਕੁਰਲਾ ਕਰਕੇ ਸਾਫ਼ ਕਰੋ, ਪ੍ਰੋਫੈਸ਼ਨਲ ਕਲੀਨਿੰਗ ਡਾਕਟਰ ਕੋਲ ਜਾ ਕੇ ਕਰਾਉਂਦੇ ਰਹੋ। ਸੋ ਮਕਸਦ ਮੇਨ ਹੈ ਕਿ ਤੁਹਾਡੇ ਦੰਦਾਂ ਦੇ ਆਲੇ ਦੁਆਲੇ ਕੋਈ ਵੀ ਫੋਰਨ ਪਾਰਟੀਕਲ ਡਿਪੋਜੀਸ਼ਨ ਨਹੀਂ ਹੋਣੀ ਚਾਹੀਦੀ, ਮਸੂੜੇ ਤੁਹਾਡੇ ਇਨਫਲੇਮਡ ਨਹੀਂ ਹੋਣੇ ਚਾਹੀਦੇ। ਹਾਂਜੀ, ਅੱਜ ਕੱਲ ਹਰੇਕ ਦੇ ਬਾਥਰੂਮ 'ਚ ਇੱਕ ਚੀਜ਼ ਪਈ ਹੁੰਦੀ ਹੈ ਨਾ ਕਿ ਇੱਕ ਪੇਸਟ ਦੇ ਨਾਲ ਨਾਲ ਇੱਕ ਫਰੈਸ਼ਨਰ ਬਹੁਤ ਸਾਰੇ ਅਸੀਂ ਲਿਆ ਕੇ ਰੱਖਦੇ ਹਾਂ ਨਾ ਲਿਕੁਇਡ, ਤੇ ਉਹ ਹਰ ਬੰਦਾ ਕਹਿੰਦਾ ਕਿ ਮੈਂ ਰੋਟੀ ਖਾਣ ਤੋਂ ਬਾਅਦ ਇਹਦੀ ਕੁਰਲੀ ਜ਼ਰੂਰ ਕਰਦਾ। ਇਹ ਚੀਜ਼ ਲਾਜ਼ਮੀ ਆ ਜਾਂ ਇਹ ਸਾਡੇ ਲਈ ਨੁਕਸਾਨਦਾਇਕ ਹੈ? ਮਾਊਥ ਵਾਸ਼ਸ, ਹਾਂਜੀ, ਜ਼ਿਆਦਾਤਰ ਜਿਹੜੇ ਮਾਊਥ ਵਾਸ਼ਸ ਨੇ ਜੀ ਉਹਨਾਂ ਦੇ ਉੱਤੇ ਲਿਖਿਆ ਵੀ ਹੁੰਦਾ ਹੈ ਕਿ ਜ਼ਿਆਦਾ ਲੰਮੇ ਸਮੇਂ ਲਈ ਨਹੀਂ ਕਰਨੇ। ਹਾਂਜੀ। ਮਾਊਥ ਵਾਸ਼ਸ ਦੇ ਤੁਸੀਂ ਨੀਚੇ ਇੱਕ ਲਾਈਨ ਲਿਖੀ ਹੁੰਦੀ ਹੈ ਕਿ ਜੇ ਤੁਸੀਂ ਇਹਨੂੰ ਲੰਮੇ ਸਮੇਂ ਲਈ ਯੂਜ਼ ਕਰੋਗੇ ਤਾਂ ਤੁਹਾਡੇ ਦੰਦ ਪੀਲੇ ਹੋ ਜਾਣਗੇ, ਤੁਹਾਡੀ ਪਰਤ ਨੂੰ ਡੈਮੇਜ ਕਰਦੇ ਆ ਇਹ। ਸੋ ਇਹ ਉਹੀ ਅਗੇਨ ਮੈਡੀਕੇਟਡ ਕੋਈ ਵੀ ਜਿਹੜੇ ਮੈਡੀਸਨ ਹੈ, ਕੋਈ ਕੈਮੀਕਲਸ ਨੇ ਜਿਹੜੇ ਤੁਸੀਂ ਆਪਣੇ ਮੂੰਹ ਦੇ ਵਿੱਚ ਲੈ ਕੇ ਜਾਂਦੇ ਹੋ, ਉਹ ਜਿੰਨੀ ਦੇਰ ਤੁਹਾਡਾ ਡਾਕਟਰ ਤੁਹਾਨੂੰ ਐਡਵਾਈਸ ਨਹੀਂ ਕਰਦਾ, ਸਾਨੂੰ ਸਾਡੇ ਮੂੰਹ ਦੇ ਵਿੱਚ ਉਹ ਨਹੀਂ ਪਾਉਣੇ ਚਾਹੀਦੇ। ਹਾਂਜੀ। ਇਹਦੇ ਸਾਈਡ ਇਫੈਕਟਸ ਹੈਗੇ ਆ ਜੀ, ਡੈਫੀਨੇਟਲੀ ਹੈਗੇ ਆ। ਸੋ ਜੇ ਤੁਸੀਂ ਕਲੀਨਿੰਗ ਆਪਣੀ ਬਰਸ਼ਿੰਗ ਹੀ ਬਹੁਤ ਅੱਛੀ ਤਰ੍ਹਾਂ ਕਰ ਲਈ ਹੈਗੀ ਹੈ ਫਿਰ ਕੋਈ ਬਹੁਤ ਫਰਕ ਨਹੀਂ ਪੈਂਦਾ। ਹਾਂ, ਜੇ ਤੁਹਾਡੇ ਮਸੂੜਿਆਂ 'ਚ ਕਿਸੇ ਟਿਪੀਕਲ ਪ੍ਰੋਬਲਮ ਹੈ ਜਾਂ ਤੁਹਾਡੇ ਕੋਈ ਸੈਂਸਿਟੀਵਿਟੀ ਹੈ ਤਾਂ ਤੁਹਾਡਾ ਡਾਕਟਰ ਤੁਹਾਨੂੰ ਉਸ ਪ੍ਰੋਬਲਮ ਲਈ ਇੱਕ ਸਪੈਸ਼ਲਾਈਜ਼ਡ ਮਾਊਥ ਵਾਸ਼ ਲਿਖ ਕੇ ਦੇਗਾ। ਉਹ ਵੀ ਤੁਹਾਨੂੰ ਲਿਖਿਆ ਜਾਏਗਾ ਕਿ 15 ਦਿਨਾਂ ਲਈ ਕਰਨਾ ਹੈ ਜਾਂ 1 ਮਹੀਨੇ ਲਈ ਕਰਨਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਬੰਦ ਕਰਨਾ ਹੁੰਦਾ। ਸੋ ਸੈਲਫ ਮੈਡੀਕੇਸ਼ਨ ਜਿਹੜੀ ਖੁਦ ਜਾ ਕੇ ਟੀਵੀ ਤੇ ਐਡਸ ਦੇਖ ਕੇ ਅਸੀਂ ਕੈਮਿਸਟ ਸ਼ਾਪ ਤੋਂ ਸਮਾਨ ਖਰੀਦਦੇ ਹਾਂ, ਉਹ ਇੱਕ ਸਾਨੂੰ ਰੋਕਣਾ ਚਾਹੀਦਾ ਜੀ। ਇੱਕ ਹੋਰ ਜਿਵੇਂ ਅਖਬਾਰਾਂ 'ਚ ਮੈਂ ਕਈ ਵਾਰੀ ਪੜ੍ਹਦੀ ਹੁੰਦੀ ਹਾਂ, ਐਡ ਆਉਂਦੀ ਹੁੰਦੀ ਆ ਕਿ ਫਲਾਣੇ ਬੰਦੇ ਨੇ ਦੰਦ ਨਿਕਲਣ ਤੋਂ 5 ਸਾਲ ਬਾਅਦ ਦੰਦ ਲਵਾ ਲਏ, 10 ਸਾਲ ਬਾਅਦ ਵੀ ਲੱਗ ਗਏ, ਉਹਦੀ ਹੱਡੀ ਬਚੀ ਹੋਈ ਸੀ ਜਾਂ ਇਸ ਤਰੀਕੇ ਨਾਲ, ਹੈ ਨਾ। ਅਸਲ 'ਚ ਤੁਹਾਨੂੰ ਜਦੋਂ ਤੁਹਾਡੇ ਪੂਰੇ ਦੰਦ ਨਿਕਲ ਜਾਂਦੇ, ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਇੱਕ ਦੰਦ ਨਿਕਲਣ ਤੇ ਕਿੰਨਾ ਲਾਜ਼ਮੀ ਹੈ ਨਾ। ਜਦੋਂ ਤੁਸੀਂ ਪੂਰੇ ਦੰਦ ਕਢਾ ਦਿੰਦੇ ਹੋ, ਕਈ ਵਾਰ ਤੁਸੀਂ ਅਵੇਸਲੇ ਹੋ ਜਾਂਦੇ ਨੇ ਕਈ ਲੋਕ, ਜਾਂ ਕਈਆਂ ਕੋਲ ਖਰਚਾ ਨਹੀਂ ਹੁੰਦਾ ਕਿ ਉਹ 5-7 ਸਾਲ ਤੁਸੀਂ ਦੇਖਿਆ ਉਹਨਾਂ ਦੇ ਮੂੰਹ 'ਚ ਕੋਈ ਵੀ ਦੰਦ ਨਹੀਂ ਹੁੰਦਾ। ਕਿੰਨੀ ਜ਼ਿਆਦਾ ਜ਼ਰੂਰੀ ਹੈ ਕਿ ਕਿੰਨੀ ਛੇਤੀ ਆਪਾਂ ਉਹਨਾਂ ਦੰਦਾਂ ਨੂੰ ਦੁਬਾਰਾ ਲਵਾਈਏ, ਜਾਂ ਫਿਰ ਕਿੰਨੇ ਸਮੇਂ ਤੋਂ ਬਾਅਦ ਇਹ ਹੁੰਦਾ ਕਿ ਪੋਸੀਬਿਲਿਟੀ ਨਹੀਂ ਬਚਦੀ ਉਹਨਾਂ ਦੇ ਲੱਗਣ ਦੀ? ਰੁਪਿੰਦਰ ਜੀ, ਹੁਣ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਗਈ ਹੈ ਜੀ। ਸਾਡੇ ਕਲੀਨਿਕ 'ਤੇ ਨਾਰਮਲੀ ਇੰਪਲਾਂਟ ਸਰਜਰੀਜ਼ ਹੁੰਦੀਆਂ ਨੇ। ਇੰਪਲਾਂਟਸ ਨੇ ਇਹ ਵੀ 2-3 ਤਰ੍ਹਾਂ ਦੇ ਹੈ, ਕਨਵੈਨਸ਼ਨਲ ਇੰਪਲਾਂਟਸ ਨੇ, ਬੇਜ਼ਲ ਇੰਪਲਾਂਟਸ ਨੇ। ਜੇ ਹੱਡੀ ਤੁਹਾਡੇ ਕੋਲ ਹੈ ਤਾਂ ਉਹਦੇ ਲਈ ਅਲੱਗ ਇੰਪਲਾਂਟਸ ਨੇ, ਜੇ ਹੱਡੀ ਨਹੀਂ ਹੈ ਤਾਂ ਅਲੱਗ ਤਰ੍ਹਾਂ ਦੇ ਇੰਪਲਾਂਟਸ ਨੇ। ਹਾਂਜੀ। ਤੇ ਤੁਸੀਂ ਸਵਾਲ ਕੀਤਾ ਸੀ ਕਿ ਜੇ ਦੰਦ ਤੁਸੀਂ ਕਢਾ ਲਏ ਤਾਂ ਕਿੰਨੀ ਦੇਰ ਬਾਅਦ ਤੁਸੀਂ ਲਵਾ ਸਕਦੇ ਹੋ। ਕੁਛ ਐਕਸਰੇਜ਼ ਨੇ ਜਿੱਥੋਂ ਪਤਾ ਲੱਗ ਜਾਂਦਾ ਕਿ ਤੁਹਾਡੀ ਹੱਡੀ ਦੇ ਵਿੱਚ ਕੋਈ ਇਨਫੈਕਸ਼ਨ ਤਾਂ ਨਹੀਂ ਹੈ, ਕੋਈ ਰਸੌਲੀ ਤਾਂ ਨਹੀਂ ਹੈ। ਜੇ ਹੈ ਤਾਂ ਉਹਨੂੰ ਕਲੀਨ ਕਰਨ ਤੋਂ ਬਾਅਦ ਅਸੀਂ 1.5 ਜਾਂ 2 ਮਹੀਨਾ ਵੇਟ ਕਰਦੇ ਹਾਂ। ਜਦੋਂ ਤੁਹਾਡੀ ਹੱਡੀ ਪੂਰੀ ਮਜ਼ਬੂਤ ਬਣ ਜਾਂਦੀ ਹੈ ਫਿਰ ਅਸੀਂ ਉੱਥੇ ਇੰਪਲਾਂਟਸ ਪਾ ਦਿੰਦੇ ਹਾਂ, ਮਤਲਬ ਤੁਹਾਡੀ ਹੱਡੀ ਦੇ ਵਿੱਚ ਦੰਦਾਂ ਦੀਆਂ ਜੜ੍ਹਾਂ ਪਾ ਦਿੰਦੇ ਹਾਂ। ਫਿਰ ਕੁਛ ਦੇਰ ਲਈ ਵੇਟ ਕਰਦੇ ਹਾਂ, ਜਦੋਂ ਤੁਹਾਡੀ ਹੱਡੀ ਉਹਨੂੰ ਗ੍ਰਿਪ ਕਰ ਲੈਂਦੀ ਹੈ ਜੜ੍ਹਾਂ ਨੂੰ, ਫਿਰ ਅਸੀਂ ਉਹਦੇ ਉੱਤੇ ਦੰਦ ਲਗਾ ਦਿੰਦੇ ਹਾਂ, ਇੱਦਾਂ ਹੀ ਨੀਚੇ ਤੇ ਇੱਦਾਂ ਹੀ ਉੱਪਰ। ਕਈ ਲੋਕ ਕਈ ਸਾਲਾਂ ਤੋਂ ਡੈਂਚਰ ਪਾ ਰਹੇ ਹੁੰਦੇ ਨੇ, ਕੱਢਣ ਪਾਉਣ ਵਾਲੇ ਦੰਦ ਪਾ ਰਹੇ ਹੁੰਦੇ ਨੇ, ਉਹ ਵੀ ਕਿਸੇ ਵੀ ਵਕਤ ਡੈਂਟਲ ਇੰਪਲਾਂਟਸ ਵਾਸਤੇ ਜਾ ਸਕਦੇ ਆ। ਕਈ ਹੁਣ ਸਾਡੇ ਕੋਲੇ ਜਦੋਂ ਬਾਹਰੋਂ ਪੇਸ਼ੈਂਟਸ ਆਉਂਦੇ ਆ ਤਾਂ ਉਹਨਾਂ ਕੋਲ ਸਮੇਂ ਦੀ ਕਮੀ ਹੁੰਦੀ ਹੈ, ਉਹਨਾਂ ਨੂੰ ਛੇਤੀ ਦੰਦ ਚਾਹੀਦੇ ਹੁੰਦੇ ਹੈਗੇ, ਤਾਂ ਉਹ ਵੀ ਇੱਕ ਤਕਨੀਕ ਹੈਗੀ ਹੈ ਕਿ ਛੇਤੀ ਦੰਦ ਕੱਢ ਕੇ ਛੇਤੀ ਅਸੀਂ ਇੰਪਲਾਂਟ ਪਾ ਕੇ ਸਾਰੇ ਦੰਦਾਂ ਨੂੰ ਇਕੱਠਾ ਜੋੜ ਕੇ ਇੱਕ ਵਾਰੀ ਟੈਂਪਰੇਰੀ ਦੰਦ ਲਗਾ ਦਿੰਦੇ ਹਾਂ, ਫਿਰ ਕੁਛ ਮਹੀਨਿਆਂ ਬਾਅਦ ਅਸੀਂ ਉਹਨਾਂ ਦੇ ਫਿਕਸ ਦੰਦ ਜਿਹੜੇ ਆ ਮਜ਼ਬੂਤ ਵਾਲੇ ਅਸੀਂ ਉਹ ਲਗਾ ਦਿੰਦੇ ਹਾਂ। ਸੋ ਡੈਂਟਲ ਇੰਪਲਾਂਟ ਇੱਕ ਤਰ੍ਹਾਂ ਦਾ ਅੱਜ ਦੀ ਡੈਂਟਿਸਟਰੀ ਦੇ ਵਿੱਚ ਵਰਦਾਨ ਹੈ, ਟਰੀਟਮੈਂਟ ਜਿਹੜਾ ਅੱਛਾ ਟਰੀਟਮੈਂਟ ਹੈ। ਤੁਸੀਂ ਜਿਹੜੇ ਦੰਦ ਆਪਣੀ ਬੇਗੌਰੀ ਕਰਕੇ ਗਵਾ ਚੁੱਕੇ ਹੋ ਉਹਨਾਂ ਦਾ ਆਨੰਦ ਦੁਬਾਰਾ ਤੋਂ ਤੁਸੀਂ ਡੈਂਟਲ ਇੰਪਲਾਂਟਸ ਨਾਲ ਲੈ ਸਕਦੇ ਹੋ। ਤੇ
ਅੱਛਾ ਇਲਾਜ ਹੈ। ਤੁਹਾਡੀ ਹੱਡੀ ਨੂੰ ਵੀ ਸਾਂਭ ਕੇ ਰੱਖਦੇ ਨੇ ਡੈਂਟਲ ਇੰਪਲਾਂਟਸ, ਤੇ ਤੁਹਾਡੇ ਮਸੂੜਿਆਂ ਨੂੰ ਕੋਈ ਜ਼ਿਆਦਾ ਦਿੱਕਤ ਮਹਿਸੂਸ ਨਹੀਂ ਹੁੰਦੀ ਇਹਦੇ 'ਚ। ਤੁਸੀਂ ਖਾਣਾ ਪ੍ਰੋਪਰਲੀ ਖਾ ਸਕਦੇ ਹੋ, ਤੁਹਾਡੀ ਸਾਰੀ ਸਿਹਤ ਠੀਕ ਰਹਿੰਦੀ ਹੈ ਜੀ। ਸ਼ੁਕਰੀਆ ਸਰ। ਵੈਸੇ ਤਾਂ ਮਤਲਬ ਆਪਾਂ ਤਕਰੀਬਨ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਹਨਾ, ਤੇ ਫਿਰ ਵੀ ਹੁੰਦਾ ਹੈ ਕਿ ਲੋਕਾਂ ਦੇ ਮਨਾਂ 'ਚ ਨਾ ਇੱਕ ਚੀਜ਼ ਲਈ ਡਰ ਹੀ ਬਣ ਜਾਂਦਾ, ਤੇ ਖਾਸ ਕਰਕੇ ਇਸ ਜਿਹੜੀ ਸਮੱਸਿਆ ਦੰਦਾਂ ਦੀ, ਉਹਨਾਂ ਨੂੰ ਇਹੀ ਹੁੰਦਾ ਹੈ ਕਿ ਡਾਕਟਰ ਕੋਲੇ ਜਾਣਾ ਮਤਲਬ ਦੰਦ ਹੋਰ ਜ਼ਿਆਦਾ ਖਰਾਬ ਕਰ ਲੈਣਾ ਹਨਾ। ਉਹ ਹਮੇਸ਼ਾ ਘਰੇਲੂ ਜਿਹੜੇ ਇਲਾਜ ਨੇ ਉਹਨਾਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੰਦੇ ਨੇ, ਪਰ ਉਮੀਦ ਹੈ ਕਿ ਬਹੁਤ ਸਾਰੇ ਲੋਕ ਸਿੱਖਣਗੇ ਇਹਨਾਂ ਚੀਜ਼ਾਂ ਤੋਂ ਕਿ ਸਾਨੂੰ ਕਿੰਨੇ, ਮੈਨੂੰ ਬੈਠੇ ਬੈਠੇ ਲੱਗਣ ਲੱਗ ਗਿਆ ਕਿ ਮੈਨੂੰ ਛੇਤੀ ਦੰਦ ਦਿਖਾਉਣੇ ਚਾਹੀਦੇ ਆ। ਸਾਨੂੰ ਸਭ ਨੂੰ ਡੈਂਟਲ ਜਿਹੜਾ ਚੈੱਕਅਪ ਹੈ ਜੀ ਉਹ ਕਰਾਉਣਾ ਚਾਹੀਦਾ ਜੀ। ਹਾਂਜੀ, ਕੋਈ ਨਾ ਕੋਈ ਸਮੱਸਿਆ ਤੁਹਾਨੂੰ ਜ਼ਰੂਰ ਤੁਹਾਡੇ ਡੈਂਟਿਸਟ ਤੁਹਾਨੂੰ ਦੱਸਣਗੇ। ਬਿਲਕੁਲ। ਜਦੋਂ ਤੁਸੀਂ ਉਹਨੂੰ ਸਮੇਂ ਨਾਲ ਠੀਕ ਕਰਾਓਗੇ ਤਾਂ ਤੁਹਾਨੂੰ ਲੰਮੇ ਸਮੇਂ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਅਗੇਨ ਤੁਸੀਂ ਸਮੇਂ ਨਾਲ ਟ੍ਰੀਟਮੈਂਟ ਲੈ ਕੇ ਬਹੁਤ ਸਾਰਾ ਖਰਚਾ ਬਚਾ ਸਕਦੇ ਹੋ। ਹਾਂਜੀ, ਆਪਾਂ ਗੱਲਾਂ ਕਰਦੇ ਹੁੰਦੇ ਆ ਕਿ ਫਲਾਣੇ ਦਾ ਹਾਸਾ ਬੜਾ ਸੋਹਣਾ, ਪਰ ਹਾਸਾ ਵੀ ਉਦੋਂ ਹੀ ਸੋਹਣਾ ਲੱਗਦਾ ਜਦੋਂ ਬੰਦੇ ਦੇ ਦੰਦ ਸੋਹਣੇ ਹੁੰਦੇ ਆ ਹਨਾ। ਤੇ ਦੰਦਾਂ ਦਾ ਸੋਹਣੇ ਹੋਣ ਨਾਲੋਂ ਦੰਦਾਂ ਦਾ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੁਹਾਡੀ ਸਿਹਤ ਆ ਜਿਹੜੀ ਉਸ ਚੀਜ਼ ਦੇ ਉੱਤੇ ਨਿਰਭਰ ਕਰਦੀ ਆ। ਤੇ ਆਪਾਂ ਬਹੁਤ ਵਾਰ ਸੋਚਦੇ ਹਾਂ ਕਿ ਸਾਡੇ ਸਕੂਲਾਂ ਦੇ ਵਿੱਚ ਨਾ ਐਜੂਕੇਸ਼ਨ ਇੱਦਾਂ ਦੀ ਦਿੱਤੀ ਜਾਂਦੀ ਹੈ ਕਿ ਉਹਦੇ 'ਚ ਹੋਰ ਸਭ ਕੁਝ ਲਾਜ਼ਮੀ ਆ, ਪਰ ਸਾਡੀ ਸਿਹਤ ਜਿਹੜੀ ਲਾਜ਼ਮੀ ਨਹੀਂ ਹੈਗੀ। ਤੇ ਹੁਣ ਸੁਣ ਕੇ ਲੱਗਿਆ ਕਿ ਨਿਆਣਿਆਂ ਨੂੰ 10 ਤੋਂ 15 ਸਾਲ ਦੀ ਉਮਰ ਤੱਕ ਕਿੰਨਾ ਕੁਛ ਆ ਜਿਹੜਾ ਸਕੂਲਾਂ ਦੇ ਵਿੱਚ ਦੱਸਿਆ ਜਾਣਾ ਚਾਹੀਦਾ। ਡਾਕਟਰਸ ਨੂੰ ਬੁਲਾਇਆ ਜਾਣਾ ਚਾਹੀਦਾ ਜਿਹੜੇ ਨਿਆਣਿਆਂ ਨੂੰ ਗਾਈਡ ਕਰਨ ਕਿ ਤੁਸੀਂ ਦੰਦਾਂ ਦੀ ਸੰਭਾਲ ਕਿਵੇਂ ਕਰਨੀ ਆ, ਬਰੱਸ਼ ਕਿਵੇਂ ਕਰਨਾ। ਲੰਮੀ ਜਿਹੜੀ ਤੰਦਰੁਸਤੀ ਆ ਤੁਹਾਡੀ ਉਹ ਇਸੇ ਚੀਜ਼ 'ਤੇ ਨਿਰਭਰ ਕਰਦੀ ਆ। ਫਿਰ ਵੀ ਘਬਰਾਓ ਨਾ, ਜੇ ਥੋੜ੍ਹੀ ਜਿਹੀ ਵੀ ਸਮੱਸਿਆ ਉਹਨੂੰ ਵੱਡੀ ਹੋਣ ਤੱਕ ਨਾ ਉਡੀਕਿਆ ਕਰੋ ਕਿ ਦਰਦ ਹੋਏਗਾ ਫਿਰ ਜਾੜ ਨੂੰ ਕਢਾਉਣ ਜਾਵਾਂਗੇ ਜਾਂ ਦੰਦ ਨੂੰ ਦਿਖਾਉਣ ਜਾਵਾਂਗੇ। ਇੱਕ ਰੈਗੂਲਰ ਜਿਵੇਂ ਤੁਸੀਂ ਆਪਣੇ ਸਿਹਤ ਦੀ ਵਿਜ਼ਿਟ ਲਈ ਜਾਂਦੇ ਹੋ ਚੈੱਕਅਪ ਲਈ, ਉੱਦਾਂ ਹੀ ਤੁਸੀਂ ਦੰਦਾਂ ਦੇ ਚੈੱਕਅਪ ਲਈ ਵੀ ਜਾਓ। ਹਾਂ, ਇਲਾਜ ਸਰ ਖੁਦ ਕਹਿ ਰਹੇ ਨੇ ਕਿ ਮਹਿੰਗਾ ਹੈ, ਪਰ ਮਹਿੰਗਾ ਹੋਣ ਤੱਕ ਨਾ ਉਡੀਕ ਕਰੋ ਕਿ ਖਰਚਾ ਜਦੋਂ ਵਧੇਗਾ ਇਸ ਚੀਜ਼ ਦਾ ਫੇਰ ਹੀ ਮੈਂ ਜਾ ਕੇ ਡੈਂਟਿਸਟ ਨੂੰ ਮਿਲਾਂ ਹੈ ਨਾ। ਅਤੇ ਬਾਕੀ ਮਸ਼ਹੂਰੀਆਂ ਦੇਖ ਕੇ ਜਾਂ ਫਿਰ ਅਖਬਾਰਾਂ 'ਚ ਪੜ੍ਹ ਕੇ ਕੋਈ ਵੀ ਇੱਦਾਂ ਦੀਆਂ ਚੀਜ਼ਾਂ ਆਪਣੇ ਘਰਾਂ 'ਚ ਨਾ ਲਿਆਓ ਜਿਹੜੇ ਕਿ ਤੁਹਾਡੇ ਚੰਗੇ ਭਲੇ ਦੰਦਾਂ ਨੂੰ ਵਿਗਾੜ ਦੇਣ। ਉਮੀਦ ਹੈ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਅਗਲੀ ਵਾਰ ਫਿਰ ਤੋਂ ਆਪਾਂ ਸਿਹਤ ਸਾਥ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।